ਅੱਜ ਅਸਾਂ ਆਪਣੇ ਸੁਣਨ ਵਾਲੇ ਦੀ ਵਸਾਤਤ ਦੇ ਨਾਲ ਇੱਕ ਐਸੀ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਨੀ ਹੈ ਜਿਹਦਾ ਨਾਂ ਜਿਹੜਾ ਹੈ ਉਹ ਰੇਡੀਓ ਪਾਕਿਸਤਾਨ ਦੀ ਨਸ਼ਰੀ ਜ਼ਿੰਦਗੀ ਦੇ ਵਿੱਚ ਇੱਕ ਐਸੀ ਰੌਸ਼ਨ ਮਿਸਾਲ ਬਣ ਚੁੱਕਿਆ ਹੈ ਕਿ ਜਿਸ ਤੱਕ ਮੇਰਾ ਜ਼ਾਤੀ ਤਜਰਬਾ ਹੈ, ਜਿਲੇ ਵੀ ਰੇਡੀਓ ਦਾ ਨਾਂ ਲਿਆ ਜਾਂਦਾ ਹੈ ਤੇ ਇਸ ਨਾਂ ਨੂੰ ਯਾਦ ਕਰਨ ਵਾਸਤੇ ਉਹ ਨਾਂ ਲੈਣਾ ਜ਼ਰੂਰੀ ਹੋ ਜਾਂਦਾ ਹੈ। ਇਸ ਤੋਂ ਮੇਰੀ ਮੁਰਾਦ ਸਾਡੇ ਰੇਡੀਓ ਪਾਕਿਸਤਾਨ ਲਾਹੌਰ ਦੇ ਜਮਹੂਰ ਦੇ ਪ੍ਰੋਗਰਾਮ ਦੇ ਮਕਬੂਲ ਤੇ ਮਾਰੂਫ ਕਿਰਦਾਰ ਨਿਜ਼ਾਮਦੀਨ ਹੋਰਾਂ ਦੇ ਨਾਲ ਹੈ। ਤੇ ਨਿਜ਼ਾਮਦੀਨ ਹੋਰਾਂ ਦਾ ਨਾਂ ਜਿਲੇ ਆਵੇ ਤੇ ਇਹ ਜਿਹੜੀ ਚੀਜ਼ ਹੈ ਕਿ ਰੇਡੀਓ ਦੀ ਇੱਕ ਜਿਹੜੀ ਤਾਰੀਖ ਹੈ ਉਹ ਅੱਖਾਂ ਅੱਗੇ ਆ ਜਾਂਦੀ ਹੈ ਔਰ ਦਿਲ ਕਰਦਾ ਕਿ ਇਸ ਸ਼ਖਸੀਅਤ ਨਾਲ ਮਿਲ ਕੇ ਇਹ ਸਾਰੀ ਤਾਰੀਖ ਦਾ ਵੇਰਵਾ ਕੀਤਾ ਜਾਏ। ਅੱਜ ਨਿਜ਼ਾਮਦੀਨ ਸਾਹਿਬ ਨੇ ਤਸ਼ਰੀਫ ਲਿਆਣੀ ਹੈ ਔਰ ਅਸਾਂ ਨਾਲ ਕੁਝ ਗੱਲਾਂ ਕਰਨੀਆਂ ਨੇ। अस्सलाम वालेकुम। बिस्मिल्लाह बिस्मिल्लाह लवा ही गए जी निज़ाम दी माशाअल्लाह। अल्लाह जी जिंदगी च हमेशा इस तरह होया कि जद भी कदी ਤੁਹਾਨੂੰ याद ਕੀਤਾ ਨਾ ਤੁਸੀਂ ਬੋੜ ਪਏ। ਅੱਛਾ ਇਹ ਆਪਣਾ ਮਤਲਬ ਕਿ ਇਫਤਖਾਰ ਸਾਹਿਬ ਨਾਲ ਦੀ ਗੱਲਾਂ ਕਰਨ ਡਏ ਸੀ ਜੀ, ਤੁਹਾਡਾ ਹੀ ਜ਼ਿਕਰ ਹੋ ਰਿਹਾ ਸੀ ਤੇ ਅਸੀਂ ਯਾਦ ਕਰਦੇ ਹਾਂ ਕਿ ਤੁਸੀਂ ਤਸ਼ਰੀਫ ਲਿਆਓਗੇ ਤੇ ਤੁਹਾਡੀ ਮਿਹਰਬਾਨੀ। ਗੱਲ ਇਹ ਹੈ ਜੀ ਵੀ ਇਹ ਕੁਦਰਤੀ ਟੈਲੀਫੋਨ ਹੁੰਦਾ ਜੀ, ਇਹ ਨਾ ਹਨੇਰੀ ਨਾਲ ਖਰਾਬ ਹੁੰਦਾ ਨਾ ਮੀਂਹ ਨਾਲ ਖਰਾਬ ਹੁੰਦਾ। ਸਿਆਣਿਆਂ ਸਾਡੇ ਪੰਜਾਬੀ ਦੀ ਮਿਸਾਲ ਬਣੀ ਆ ਕਿ ਦਿਲ ਨੂੰ ਦਿਲ ਨਾਲ ਰਾਹ ਹੁੰਦਾ। ਬੇਸ਼ੱਕ ਹਾਂ ਬਿਲਕੁਲ, ਮੈਂ ਇਸੇ ਵਾਸਤੇ ਅਰਜ਼ ਕੀਤਾ ਨਾ ਕਿ ਜ਼ਿੰਦਗੀ 'ਚ ਹਮੇਸ਼ਾ ਮਲਕ ਸਾਹਿਬ ਇਸ ਤਰ੍ਹਾਂ ਹੋਇਆ ਕਿ ਕਦੀ ਵੀ ਇਹਨਾਂ ਨੂੰ ਯਾਦ ਕੀਤਾ ਹੋਵੇ ਤੇ ਉਸੇ ਲਈ ਬੋੜ ਪੈਣ। ਇਹ ਅੱਲਾਹ ਤਾਲਾ ਨੇ ਦਿਲ ਦੇ ਟੈਲੀਫੋਨ ਵਾਲੀ ਗੱਲ, ਦਿਲ ਦੇ ਟੈਲੀਫੋਨ ਵਾਲੀ। ਮੈਂ ਗੁਜ਼ਾਰਿਸ਼ ਕਰਨਾ ਜੀ ਪਿਆ ਕਿ ਕਿਤੇ ਵੀ ਐਵੇਂ ਤੁਰੇ ਜਾਂਦੇ ਕਿਸੇ ਬੰਦੇ ਦਾ ਨਾਂ ਲਾਓ ਨਾ, ਨਿਜ਼ਾਮਦੀਨ ਆਇਆ ਸੀ ਇਹ ਰੇਡੀਓ ਵਾਲਾ, ਹੈ ਜੀ, ਤੇ ਉਹ ਮੈਨੂੰ ਇਸ ਤਰ੍ਹਾਂ ਪੈ ਗਿਆ ਜੋ ਹੁੰਦਾ ਨਾ ਮਰਬਲਾ ਜਿਹਾ ਕਿਸੇ ਬੰਦੇ ਨੂੰ ਪੈ ਜਾਂਦਾ, ਮੈਨੂੰ ਐ ਮਾਲੂਮ ਹੁੰਦਾ ਜੀ ਮੇਰਾ ਸੱਚੀ ਮੁੱਚੀ ਨਾਂ ਨਿਜ਼ਾਮਦੀਨ ਹੈ। ਜੀ ਹਾਂ ਜੀ, ਤੇ ਨਾਂ ਤੁਹਾਡਾ ਨਿਜ਼ਾਮਦੀਨ ਹੀ ਹੈ ਕਿ ਜੀ? ਨਹੀਂ ਗੱਲ ਇਹ ਆ ਮੇਰੇ ਮਾਪਿਆਂ ਮੇਰਾ ਨਾਂ ਰੱਖਿਆ ਸੁਲਤਾਨ ਬੇਗ। ਅੱਛਾ। ਮੈਂ ਮੋਦੇ ਇੱਕ ਪਿੰਡ ਜ਼ਿਲ੍ਹੇ ਅੰਮ੍ਰਿਤਸਰ ਚ ਅਟਾਰੀ ਸ਼ਾਮ ਸਿੰਘ ਵਾਲੀ ਦੇ ਸਾਡੇ ਮਾਲਕ ਸਾਹਿਬ ਜ਼ੈਲਦਾਰ ਸੀ ਜੀ, ਉੱਥੇ ਮੈਂ ਜੰਮਿਆ ਪੜਿਆ, ਉੱਥੇ ਗੱਭਰੂ ਹੋਇਆ, ਪਿੰਡਾਂ ਡੰਗਰ ਚਾਰੇ, ਵਾਹੀਆਂ ਕੀਤੀਆਂ, ਪੱਠੇ ਵੱਢੇ, ਕੌਡੀ ਖੇਡੀ, ਭਲਵਾਨੀ ਕੀਤੀ, ਸੋਟੇ ਮਾਰੇ, ਲੜੇ ਝਗੜੇ, ਦੁਨੀਆ ਦੇ ਸਾਰੇ ਮੀਂਹ ਹਨੇਰੀਆਂ ਵੇਖ ਕੇ ਗੱਭਰੂ ਹੋਏ ਜੀ ਮਾਸ਼ਾਅੱਲਾ। ਜਿਸਲੇ ਮੈਂ ਜਰਾ ਆਪਣੀ ਵੱਲੋਂ ਕੰਨ ਫੜ ਕੇ ਜਰਾ ਪੜ੍ਹ ਲਿਆ ਥੋੜਾ ਬਹੁਤਾ ਤੇ ਨੌਕਰੀ ਉਦੋਂ ਨਹੀਂ ਸੀ ਲੱਭਦੀ ਹੁੰਦੀ ਮਲਕ ਸਾਹਿਬ। ਅੱਛਾ, ਇਹ ਜ਼ਮਾਨਾ ਕਿਹੜਾ ਹੈ ਆਪਣੇ? ਇਹ ਸਨ 36-37 ਦੀ ਮੈਂ ਗੱਲ ਕਰਨਾ ਨਾ। ਠੀਕ। ਖਾਲਸਾ ਕਾਲਜ ਵੀ ਅਸੀਂ ਪੜ੍ਹੇ, ਅੱਛਾ, ਅਟਾਰੀ ਸਕੂਲ ਤੋਂ 10ਵੀਂ ਪਾਸ ਕੀਤੀ ਜੀ, ਉੱਥੇ ਫਿਰ ਚਲੇ ਗਏ ਤੇ ਉਦੋਂ ਨੌਕਰੀ ਦਾ ਬੜਾ ਹੀ ਔਖਾ ਹਾਲ ਸੀ। ਠੀਕ। ਸਰ ਸਿਕੰਦਰ ਆਤ ਉਦੋਂ ਵਜ਼ੀਰ ਆਲਾ ਪੰਜਾਬ ਸਨ। ਅੱਛਾ। ਦਿੱਲੀ ਚਲਾ ਗਿਆ ਮੈਂ, ਦਿੱਲੀ ਮੇਰੇ ਬਾਬਾ ਜੀ ਹੁੰਦੇ ਸਨ, SP ਸਨ ਪੁਲਿਸ ਦੇ, ਉੱਥੇ ਚਲਾ ਗਿਆ ਦਿੱਲੀ। ਉੱਥੇ ਫਿਰ ਰਿਆਸਤ ਅਖਬਾਰ ਦੇ ਦਫ਼ਤਰ ਦੇ ਵਿੱਚ ਕੁਝ ਚਿਰ ਨੌਕਰੀ ਕਰਦੇ ਰਹੇ ਜੀ। 6 ਆਨੇ ਰੋਜ਼ ਤੇ ਨੌਕਰੀ ਲੱਭੀ ਜੀ। ਅੱਛਾ। ਉਹਨਾਂ ਜ਼ਮਾਨਿਆਂ 'ਚ ਬੜੇ ਉਦੋਂ 6 ਆਨੇ ਮੁੱਕਦੇ ਨਹੀਂ ਸਨ। ਜੀ ਹਾਂ। ਹਾਂਜੀ, ਮੈਂ ਕਹਿੰਦਾ ਸਾਰੀ ਦਿਹਾੜੀ ਇਹ ਕੱਢਾਂ ਪੈਸਾ ਵਰਤ ਲਾਂ, ਮੈਂ ਕੱਢਾਂ ਪੈਸਾ ਵਰਤ ਲਾਂ, ਮੁੱਕਦੇ ਹੀ ਨਹੀਂ ਸੀ। ਠੀਕ। ਫਿਰ ਉਸ ਤੋਂ ਬਾਅਦ ਅੱਗੋਂ ਲਾਮ ਲੱਗ ਪਈ, ਲਾਮ ਜਿਹੜੇ ਲੱਗ ਪਈ ਤੇ ਬੰਦਿਆਂ ਦੀ ਲੋੜ ਵੱਧ ਗਈ। ਫਿਰ ਮੈਂ ਸਟੋਰ ਮੁਨਸ਼ੀ ਨੌਕਰ ਹੋ ਗਿਆ 34 ਰੁਪਏ ਮਹੀਨੇ ਤੇ, ਫੌਜ 'ਚ ਨੌਕਰ ਹੋ ਗਿਆ। ਉੱਥੋਂ ਅਸੀਂ ਕਿਰਕੀ ਤੇ ਕਿਆਬ ਤੇ ਹਰਬੰਸਪੁਰਾ ਡੀਪੂ ਤੇ ਸਾਰੇ ਫਿਰਦੇ ਫਰਾਉਂਦੇ ਰਹੇ। ਉਹ ਜਿਸਲੇ ਤਾਦੀਆਂ ਨੂੰ ਫਤਹ ਹੋ ਗਈ ਤੇ ਫਿਰ ਸਾਨੂੰ ਕੁਝ ਬੰਦੇ ਜਿਹੜੇ ਸਨ ਵਾਧੂ ਜੈ ਜੀ ਉਹਨਾਂ ਨੂੰ ਇਹਨਾਂ ਨੇ ਕੱਢਿਆ। ਅੱਛਾ। ਨਾਲ ਉਹਨਾਂ ਨੂੰ ਇਹ ਆਖਿਆ ਵੀ ਇਹ ਜਿਹੜੇ ਵਾਪਸ ਜਾਣ ਤੇ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਉਦੋਂ ਰਾਸ਼ਨਿੰਗ ਦਾ ਮਹਿਕਮਾ ਨਵਾਂ ਨਿਕਲਿਆ। ਅੱਛਾ, ਇਹ ਸਨ 45 ਦਾ ਜ਼ਮਾਨਾ ਆ ਗਿਆ। ਹਾਂ, ਇਹ ਤੇ ਜੀ ਸਨ 40 ਤੋਂ ਸ਼ੁਰੂ ਹੋਇਆ ਨਾ। ਉਦੋਂ ਦੀ ਇਹ ਬਲਾ ਚੰਬੜੀ ਐਸੀ ਪੱਕੀ ਹੋਈ, ਸੀਮੈਂਟ ਹੀ ਲੱਗ ਗਿਆ, ਰਾਸ਼ਨ ਕਾਰਡ ਲਾਜ਼ਮੋ ਮਲਜ਼ੂਮ ਗੱਲ ਬਣ ਗਈ। ਅਸੀਂ ਆ ਕੇ ਰਾਸ਼ਨ ਦੇ ਮਹਿਕਮੇ 'ਚ ਨੌਕਰ ਹੋ ਗਏ ਜੀ। ਨਹੀਂ ਮਤਲਬ ਤੁਸੀਂ ਰੱਖੀ ਸੀ? ਨਹੀਂ, ਮੈਂ ਭੈੜੇ ਕੰਮ ਦੀ ਨੀਂਹ ਨਹੀਂ ਸੀ ਰੱਖੀ। ਤੇ ਖੈਰ ਜੀ ਉਹ ਕੀ ਨਾ ਆਪਣਾ ਮੈਂ ਮੋਟਰ 'ਚ ਬੈਠਾ ਤੇ ਕੋਲ ਮੇਰੇ ਇੱਕ ਮਾਈ ਬੈਠੀ ਤੇ ਹੁਣ ਸੀਟ ਤੰਗ ਜੀ। ਮੈਨੂੰ ਕਹੇ ਵੇ ਵੀਰਾ ਪਰਾਂ ਹੋ ਕੇ ਬਹੁ, ਕਾਕੇ ਨੂੰ ਤਾਪ ਚੜਿਆ। ਮੈਂ ਕਿਹਾ ਬੇਬੇ ਜਮ ਚੜਿਆ ਸੀ, ਕੋਈ ਦੁੱਖ ਹੀ ਆ। ਉਹ ਹਾਸੇ ਵਾਲੀ ਗੱਲ। ਲਓ ਜਨਾਬ, ਮੈਂ ਇੱਥੇ ਆ ਗਿਆ ਤੇ ਇੱਥੇ ਉਦੋਂ ਓਮ ਪ੍ਰਕਾਸ਼ ਤੇ ਤਫੈਲ ਫਾਰੂਕੀ ਸਾਹਿਬ ਰੇਡੀਓ ਤੋਂ ਪ੍ਰੋਗਰਾਮ ਕਰਦੇ ਹੁੰਦੇ ਹਨ, ਫਤਿਹਦੀਨ ਤੇ ਰਾਮਦਾਸ। ਤੁਸੀਂ ਹਾਲੇ ਤੱਕ ਰੇਡੀਓ ਨਹੀਂ ਸੁਣਿਆ? ਨਾ ਜੀ, ਮੈਂ ਰੇਡੀਓ ਵੇਖਿਆ ਨਹੀਂ ਸੀ। ਜੀ। ਰਾਹਤ ਬੁਖਾਰੀ ਹੁੰਦੇ ਸਨ ਜੀ ਤੇ ਸਾਡੇ ਇੱਥੇ ਸਟੇਸ਼ਨ ਡਾਇਰੈਕਟਰ ਸਨ JK ਮੇਰਾ, ਜੁਗਲ ਕਿਸ਼ੋਰ ਮੇਰਾ ਜੀ, ਜਿਨ੍ਹਾਂ ਮਗਰੋਂ ਆਮਦ ਸੁਲੇਮਾਨ ਉਹਨਾਂ ਦਾ ਨਾਂ ਸ਼ਾਇਦ ਹੋ ਗਿਆ ਸੀ ਕਿ ਕੀ ਹੋ ਗਿਆ ਸੀ ਮੈਨੂੰ ਨਹੀਂ ਯਾਦ। ਅੱਛਾ। ਉੱਥੇ ਓਮ ਪ੍ਰਕਾਸ਼ ਨੇ ਮੈਨੂੰ ਟੈਲੀਫੋਨ ਕੀਤਾ, ਮੈਂ ਰਿਵਾਰਡ ਰਾਸ਼ਨਿੰਗ ਆਫਿਸ 'ਚ ਲੱਗਾ ਹਾਂ ਟਿੱਬੀ ਜੀ। ਉੱਥੇ ਮੇਰਾ ਯਾਰ ਸੀ ਓਮ ਪ੍ਰਕਾਸ਼, ਚੰਗਾ ਹਾਸੇ ਮਖੌਲ ਵਾਲਾ ਬੰਦਾ ਸੀ ਪਹਿਲੇ ਤੋਂ ਹੀ। ਹਾਂ, ਬੜਾ ਜੀ ਪਹਿਲਾਂ ਦਾ ਯਾਰ ਸੀ। ਉਹਨੇ ਮੈਨੂੰ ਟੈਲੀਫੋਨ ਕੀਤਾ ਵੀ ਸੁਲਤਾਨ ਇੱਥੇ ਥਾਂ ਵੇਲੀ, ਤੂੰ ਅੱਪੜ ਜਾ। ਅੱਛਾ। ਅੱਲਾਹ ਤਾਲਾ ਜੰਨਤ ਨਸੀਬ ਕਰੇ। ਸ਼ੇਖ ਹਮੀਦ ਉਦੋਂ ਅਨਾਉਂਸਰ ਸਨ
ਤੇ ਹੁਣ ਮੌਜੂਦਾ ਜਿਹੜੇ ਮੇਰੇ ਨਾਲ ਚੌਧਰੀ ਸਾਹਿਬ ਨੇ ਨਾ, ਸ਼ੇਖ ਅਬਦੁਲ ਲਤੀਫ ਮੁਸਾਫਰ ਨਿਜ਼ਾਮੀ, ਜੀ ਜੀ, ਇਹ ਵੀ ਉਦੋਂ ਅਨਾਉਂਸਰ ਸਨ। ਹਮਦਾਨੀ ਸਾਹਿਬ ਵੀ, ਇਹ ਬੜੇ ਬੜੇ ਪੁਰਾਣੇ ਲੋਕ ਸਨ। ਰੇਡੀਓ ਦੇ ਮਹਿਕਮੇ ਦੀ ਉਦੋਂ ਇੱਜ਼ਤ ਬੜੀ ਸੀ। ਹੁਣ ਵੀ ਅੱਲਾ ਦਾ ਬੜਾ ਫਜ਼ਲੋ ਕਰਮ ਆ, ਹੁਣ ਵੀ ਇੰਨੀ ਇੱਜ਼ਤ ਹੈ ਜਿੰਨੀ ਮਹਿਕਮੇ ਦੀ ਪਹਿਲੇ ਦਿਨ ਸੀ। ਬਹੁਤ ਇੱਜ਼ਤ ਵਾਲਾ ਮਹਿਕਮਾ ਸਮਝਿਆ ਜਾਂਦਾ ਸੀ। ਐਡਾ ਹਮਦਰਦ ਕੋਈ ਨਹੀਂ ਕਿ ਬੱਚਾ ਕਿਸੇ ਦਾ ਗਵਾਚਦਾ ਤੇ ਅਸੀਂ ਦਬਾ ਦਬ ਐਲਾਨ ਕਰਨ ਡਏ ਕਿ ਫਲਾਣੇ ਦਾ ਅੱਲਾ ਪਾਕ ਕਰੇ ਬੱਚਾ ਲੱਭ ਜਾਏ। ਆਪਣਾ ਬਿਸਤਰੇ ਕਿਸੇ ਦੇ ਰਾਤ ਨੂੰ ਭੇਜਣੇ ਤੇ ਐਲਾਨ ਅਸੀਂ ਕਰਨ ਡਏ, ਸਾਂਭ ਲੈਣਾ ਵੀ ਹਨੇਰੀ ਆਉਣੀ ਜੇ, ਮੀਂਹ ਪੈਣਾ ਜੇ, ਖੁਦਾ ਦੇ ਕੰਮ ਨੇ ਵੈਸੇ। ਠੀਕ ਹੈ। ਤੇ ਜਿਹੜੀ ਗੱਲ ਹੱਥ ਮਨਾਣਾ, ਜਿਹੜੀ ਆ ਸਾਰੀ ਦੁਨੀਆ ਤੇ ਤੁਸੀਂ 10 ਕਰੋੜ ਰੁਪਈਆ ਖਰਚੋ ਤੇ ਨਹੀਂ ਹੋ ਸਕਦੀ। ਸਾਡੀ ਇੱਕ ਲਫ਼ਜ਼ ਕਹਿਣ ਦੇ ਨਾਲ ਅੱਲਾ ਦੇ ਫਜ਼ਲੋ ਕਰਨ ਨਾਲ ਬੱਲੇ ਬੱਲੇ ਹੋ ਜਾਂਦੀ ਤੇ ਬੜੀ ਇੱਜ਼ਤ ਵਾਲਾ ਮਹਿਕਮਾ ਹੋਇਆ ਨਾ ਜੀ। ਕੌਮ ਦੀ ਖਿਦਮਤ ਕਰਨ ਵਾਲੀ ਗੱਲ ਹੈ ਨਾ ਜੀ। ਔਰ ਫਿਰ ਜੀ ਇਸ ਮਹਿਕਮੇ ਦੀ ਸਭ ਤੋਂ ਬੜੀ ਗੱਲ ਜਿਹੜੀ ਹੈ ਨਾ, ਸਿਆਣਿਆਂ ਆਖਿਆ ਹੈ ਦਾਤਾ ਕਾਲ ਪੁਰਖੀਏ। ਦਾਤਾ ਦਾ ਉਦੋਂ ਪਤਾ ਲੱਗਦਾ ਜਦੋਂ ਕਾਲ ਪਿਆ ਹੋਵੇ। ਦਾਤਾ ਕਾਲ ਪੁਰਖੀਏ ਤੇ ਧਿਆਉਣੀ ਫੱਗਣ ਮਾਹ। ਉਸ ਔਰਤ ਨੂੰ ਸਵਾਣੀ ਗਿਣਿਆ ਜਾਂਦਾ ਜਿਹਦੇ ਘਰ ਫੱਗਣ ਵਾਲੇ ਮਹੀਨੇ 'ਚ ਵੀ ਦਾਣੇ ਹੋਣ। ਦਾਤਾ ਕਾਲ ਪੁਰਖੀਏ ਧਿਆਉਣੀ ਫੱਗਣ ਮਾਹ ਤੇ ਇਸਤਰੀ ਤਾਂ ਰੱਖੀਏ ਜੇ ਧਨ ਪੱਲੇ ਨਾ। ਵਾਹ ਵਾਹ, ਇਹ ਸਾਡੇ ਪੰਜਾਬੀ ਦੀ ਮਿਸਾਲ ਹੈ। ਤੇ ਅਸਾਂ ਜਿੱਥੇ ਵੀ ਪਰਖ ਦਾ ਵੇਲਾ ਆਇਆ, ਔਖੇ ਵੇਲੇ ਹੀ ਪਤਾ ਲੱਗਦਾ, ਅਸੀਂ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਪੂਰਾ ਉਤਰੇ। ਹਾਂ ਜੀ, ਆਂਦਾ ਹੈ ਨਾ ਆਜਾ ਗਾਜ਼ੀਆ ਫੇਰ ਮੈਦਾਨ ਅੰਦਰ, ਤੇਰਾ ਕੰਮ ਹੈ ਕੁਫਰ ਨਾਲ ਲੜੀ ਜਾਣਾ। ਬਿਲਕੁਲ ਠੀਕ। ਤੇ ਜਿੱਥੇ ਸ਼ਮਾ ਰਸਾਲਤ ਦੀ ਨਜ਼ਰ ਆਵੇ ਉੱਥੇ ਵਾਂਗ ਪਰਵਾਨੇ ਦੇ ਸੜੀ ਜਾਣਾ। ਸੁਭਾਨ ਅੱਲਾਹ। ਚੜਨਾ ਸੂਲੀ ਤੇ ਪਵੇ ਤੇ ਚੜੀ ਜਾਣਾ। ਜ਼ਿੰਦਗੀ ਦੇ ਵਿੱਚ ਜਦੋਂ ਇਮਤਿਹਾਨ ਪਿਆ ਨਾ ਸਾਨੂੰ, ਅਸੀਂ ਅੱਲਾ ਦੇ ਫਜ਼ਲੋ ਕਰਮ ਨਾਲ ਸੁਰਖਰੂ ਹੀ ਨਿਕਲੇ। ਮਾਸ਼ਾਅੱਲਾ ਜੀ। ਇਹ ਯਾਨੀ ਰੇਡੀਓ ਦਾ ਤੁਸੀਂ ਦੱਸ ਰਹੇ ਹੋ, ਰੇਡੀਓ ਦੀ ਮੈਂ ਤਾਰੀਫ ਦੱਸਣਾ ਪਿਆ। ਬਿਲਕੁਲ ਠੀਕ। ਨਹੀਂ ਮੈਂ ਇਸ ਮਹਿਕਮੇ 'ਚ ਨੌਕਰ ਆ, ਮੈਂ ਇਮਾਨਦਾਰੀ ਨਾਲ ਆਨਾ ਕਿ ਅੱਜ ਵੀ ਇਸ ਮਹਿਕਮੇ ਜਿੰਨਾ ਹਮਦਰਦ ਮਹਿਕਮਾ ਨਹੀਂ ਪੈਦਾ ਹੋ। ਬਿਲਕੁਲ ਠੀਕ। ਦੁਨੀਆ ਮੰਨਦੀ ਹੈ। ਮੈਂ ਰੇਡੀਓ ਤੇ ਆ ਗਿਆ, ਮਲਕ ਸਾਹਿਬ ਪ੍ਰਕਾਸ਼ ਹੋਰਾਂ ਤੁਹਾਨੂੰ ਬੁਲਾਇਆ, ਮੈਨੂੰ ਬੁਲਾ ਲਿਆ ਤੇ ਮੈਨੂੰ ਕਹਿਣਗੇ ਕਿ ਸਾਹਿਬ ਦਾ ਤੂੰ ਇੰਟਰਵਿਊ ਕਰ ਲੈ। ਸਾਦਾ ਜਿਹਾ ਪਿੰਡੂ ਮੁੰਡਾ, ਮਾਰ ਅੰਦਰ ਖਾਸ ਦੀਆਂ ਟੱਟੀਆਂ, ਪੱਖੇ ਅਸਾਂ ਕਦੋਂ ਵੇਖੇ ਸਨ। ਉਹਦਾ ਮਾਹੌਲ ਹੀ ਵੱਖਰਾ, ਬੜਾ ਖੂਬਸੂਰਤ ਤੇ ਫਟੀਆਂ ਤੇ ਬੋਰਡ ਤੇ ਬੜਾ ਆਲਾ ਦਫ਼ਤਰ ਬਣਿਆ ਰੇਡੀਓ ਸਟੇਸ਼ਨ ਦਾ। ਖੈਰ ਮੈਂ ਡਰਦਾ ਜਿਹੜੇ ਮੈਂ ਗਿਆ ਤੇ ਲਿਖਿਆ ਫੱਟੀ ਦੇ ਉੱਤੇ JNK ਮੇਰਾ। ਅੱਛਾ ਮੈਂ ਇੱਥੋਂ ਗਿਆ ਸੀ ਨਾ ਪਾਟੀ ਵਾਲੇ ਪਾਸਿਓਂ ਸਾਈਕਲ ਤੇ ਰਾਹ 'ਚ JNK ਬੱਸ ਦਾ ਅੱਡਾ ਵੀ ਹੁੰਦਾ ਸੀ ਲੁਹਾਰੀ। ਨੰਦਾ ਬੱਸ ਦਾ ਤੇ ਉਹਦਾ ਹੁੰਦਾ ਸੀ। ਜੰਮੂ ਕਸ਼ਮੀਰ ਚੱਲਦੀਆਂ ਹਨ ਬੱਸਾਂ, ਜੰਮੂ ਐਂਡ ਕਸ਼ਮੀਰ। ਮੈਨੂੰ ਜੋ ਸ਼ਰਾਰਤ ਸੁੱਝੀ ਨਾ ਮੇਰੇ ਦੇਹ ਨੂੰ, ਤੇ ਮੈਂ ਕੀਤਾ ਪੰਜਾਂ ਦਾ ਨੋਟ ਕੱਢ ਕੇ ਨਾ, ਉਦੋਂ ਪੰਜਾਂ ਦਾ ਨੋਟ ਜਿਹੜਾ ਹੁੰਦਾ ਸੀ ਉਹ ਫਿੱਕੇ ਜਿਹੇ ਹਰੇ ਰੰਗ ਦਾ ਹੁੰਦਾ ਸੀ, ਉਹ ਮੈਂ ਲੈ ਕੇ ਤੇ ਅੰਦਰ ਚਲਾ ਗਿਆ। ਅੰਦਰ ਅੱਗੇ ਸਾਹਿਬ ਬੈਠਾ, ਕਿਆ ਬਾਤ ਹੈ? ਮੈਂ ਕਿਹਾ ਜਨਾਬ ਮੇਰੀ ਗਲਤੀ ਹੋ ਗਈ ਜੀ, ਮੈਂ ਚਲਿਆ ਜਾਣਾ। ਉਹਨਾਂ ਕਹੋ ਗੱਲ ਤੇ ਕਰ। ਮੈਂ ਕਿਹਾ ਜਨਾਬ ਬਾਹਰ ਲਿਖਿਆ ਜੰਮੂ ਕਸ਼ਮੀਰ। ਮੈਂ ਕਿਹਾ ਖੌਣੀ ਇੱਥੋਂ ਟਿਕਟ ਲੱਭ। ਉਹ ਬੜੇ ਜਾਣਦੇ ਹੀ ਤੁਸੀਂ ਧਾਕ ਬਿਠਾਤੀ ਆਪਣੀ ਮਾਸ਼ਾਅੱਲਾ ਵੀ ਉਹਨਾਂ ਨੇ ਸੋਚਿਆ ਨਾ ਬੰਦਾ ਕੰਮ ਦਾ। ਅੱਛਾ ਉਹ ਬੜੇ ਸਾਹਿਬੇ ਨਜ਼ਰ, ਉਹ ਮੈਨੂੰ ਕਹਿਣਗੇ ਬਹਿ ਜਾ, ਕਿਸ ਕੰਮ ਆਇਆ? ਮੈਂ ਕਿਹਾ ਜਨਾਬ ਸੁਣਿਆ ਦਿਹਾਤੀ ਪ੍ਰੋਗਰਾਮ 'ਚ ਕੋਈ ਜਗ੍ਹਾ ਖਾਲੀ ਹੈ ਜੀ। ਕਹਿਣਗੇ ਤੂੰ ਠੀਕ ਆਦਮੀ ਹੈ। ਸ਼ੇਖ ਹਮੀਦ ਸਾਹਿਬ ਨੂੰ ਬੁਲਾਇਆ, ਖੁਦਾ ਜੰਨਤ ਨਸੀਬ ਕਰੇ, ਬਹੁਤ ਅੱਛੇ ਦੋਸਤ ਸਨ। ਚੋਈ ਬਸ਼ੀਰ ਸਾਹਿਬ ਵੀ ਉਦੋਂ ਨਵੇਂ ਆਏ ਸੀ ਤੇ ਸ਼ੇਖ ਹਮੀਦ ਸਾਹਿਬ ਵੀ। ਸ਼ੇਖ ਹਮੀਦ ਸਾਹਿਬ ਨੇ ਇੱਕ ਲੈ ਕੇ ਸਕ੍ਰਿਪਟ ਤੇ ਮੇਰਾ ਇਮਤਿਹਾਨ ਲਿਆ। ਅੱਛਾ ਜੀ। ਉਹਨਾਂ ਆ ਕੇ ਆਪਸ 'ਚ ਅੰਗਰੇਜ਼ੀ 'ਚ ਕੋਈ ਗੱਲਬਾਤ ਕੀਤੀ। ਉਹ ਮੈਨੂੰ ਸਮਝਿਆ ਉਹਨਾਂ ਕਿ ਉਹ ਆਖ ਲੰਗੇ ਦੀ ਬਹੁਤ ਅੱਛੀ ਆਵਾਜ਼ ਹੈ। ਅੱਲਾਹ ਤਾਲਾ ਨੇ ਰੋਜ਼ੀ ਦੇਣੀ ਹੁੰਦੀ ਹੈ, ਬੰਦੇ ਦਾ ਜ਼ਰੀਆ ਬਣਾ ਦਿੰਦਾ। ਉਹ ਜਨਾਬ ਗਰੀਬ ਨਵਾਜ਼ ਮੈਂ ਅਜੇ ਲਿਆਇਆ ਤੇ ਮੈਨੂੰ ਕਹਿਣਗੇ ਠੀਕ ਹੈ ਬਈ ਤੂੰ ਕੀ ਕੰਮ ਕਰਨਾ? ਮੈਂ ਜਨਾਬ ਮੈਂ ਰਾਸ਼ਨ ਦੇ ਮਹਿਕਮੇ 'ਚ ਨੌਕਰ ਹਾਂ। ਤੇ ਕਹਿਣਗੇ ਤੈਨੂੰ ਇੱਥੋਂ 2.5 ਰੁਪਏ ਰੋਜ਼ ਦੇ ਹਿਸਾਬ ਤਨਖਾਹ ਮਿਲੇਗੀ, 75 ਰੁਪਏ ਮਹੀਨਾ, ਤੇ ਪਰ ਤੂੰ ਪੂਰੇ 4 ਵਜੇ ਆਉਣਾ ਪਏਗਾ। ਮੈਂ ਹੱਸ ਪਿਆ, ਮੈਂ ਜੀ ਮੈਂ ਕੋਈ ਕਮੇਟੀ ਦਾ ਨਲਕਾ ਕਿਸੇ ਵੇਲੇ ਬੰਦਾ ਲੇਟ ਹੋ ਜਾਂਦਾ 4 ਤੇ ਹੱਸ ਪਿਆ। ਕਹਿਣਗੇ ਨਹੀਂ ਕੋਈ ਗੱਲ ਨਹੀਂ। ਉਦੋਂ ਮੈਂ ਕਰਦਾ ਹੁੰਦਾ ਨੌਕਰੀ ਕਰਕੇ ਸ਼ਾਮ ਨੂੰ ਗੱਡੀ ਤੇ ਚਲਿਆ ਜਾਣਾ ਅਟਾਰੀ, ਤੇ ਅਟਾਰੀਆਂ ਕੋਈ ਬਾਈਸਾਈਕਲ ਰੱਖੀ ਹੋਣੀ ਪਿੰਡ 2 ਮੀਲ, ਉੱਥੋਂ ਵਾਪਸ ਸਾਈਕਲ ਰੱਖ ਕੇ ਸਵੇਰ ਦੀ ਗੱਡੀ ਆ ਜਾਣਾ। ਮੈਂ ਲਾਹੌਰ ਨਹੀਂ ਸਰ ਇੰਨਾ ਹੁੰਦਾ, ਪਿੰਡ ਚਲਿਆ ਜਾਂਦਾ ਹਰ ਰੋਜ਼। ਖੈਰ ਰੇਡੀਓ ਦੀ ਨੌਕਰੀ 'ਚ ਮੈਂ ਆ ਗਿਆ। ਉਸ ਵੇਲੇ ਮੇਰੇ ਨਾਲ ਖਰੈਤੀ ਲਾਲ ਨਾਗਪਾਲ ਤੇ ਪਿਆਰੇ ਲਾਲ ਸੂਦ ਵੀ ਕਦੀ ਕਦੀ ਆਉਂਦੇ ਹੁੰਦੇ ਸਨ। ਬਜ਼ੁਰਗ ਆਦਮੀ ਸਨ, ਬਹੁਤ ਅੱਛੇ ਆਦਮੀ ਸਨ। ਤੇ ਸ਼ੇਖ ਰਹੀਮ ਸਾਹਿਬ ਚੌਧਰੀ ਬਣਦੇ ਸੀ ਉਸ ਵੇਲੇ। ਸ਼ੇਖ ਰਹੀਮ ਵੀ ਬਹੁਤ ਕਾਬਲ ਆਦਮੀ ਸੀ, ਇਨਫੋਰਮੇਸ਼ਨ ਦੇ ਮਹਿਕਮੇ 'ਚੋਂ ਆਇਆ ਸੀ। ਉਹ ਚੌਧਰੀ ਬਣੇ ਤੇ ਖਰੈਤੀ ਲਾਲ ਤੇ ਮੈਂ, ਅਸੀਂ ਤਿੰਨੇ ਸ਼ੁਰੂ ਕਰਤਾ ਕੰਮ। ਅੱਛਾ ਨਿਜ਼ਾਮਦੀਨ ਨਾਂ ਕਿਉਂ ਉਸਨੇ ਰੱਖਿਆ? ਇਹ ਮੈਨੂੰ ਨਹੀਂ ਪਤਾ। ਇਹ ਬੈਠੇ ਤੇ ਕਹਿਣਗੇ ਤੇਰਾ ਨਾਂ ਕਰਮਦੀਨ ਰੱਖਦੀ, ਅੱਗੇ ਫਤਿਹਦੀਨ ਰਾਮਦਾਸ ਮੌਲਾ ਬਖਸ਼ੇ ਨਾਂ ਆ ਚੁੱਕੇ ਸੀ ਤੇ ਉਹ ਕੋਈ ਨਿਜ਼ਾਮਦੀਨ ਐਵੇਂ ਨਾ। ਮੈਂ ਕਿਹਾ ਚਲੋ ਯਾਰ ਨਿਜ਼ਾਮਦੀਨ ਠੀਕ ਹੈ। ਵਾਹ ਹੈ ਉਹ ਐਵੇਂ ਰੱਬੋਂ। ਮੈਂ ਕਿਹਾ ਚਲੋ ਇਹ ਨਿਜ਼ਾਮਦੀਨ। ਉਹ ਅੱਲਾਹ ਤਾਲਾ ਨੇ ਇਸ ਨਾਂ ਨੂੰ ਹੀ ਭਾਗ ਲਾਉਣਾ ਸੀ, ਉਹਦੀ ਮਰਜ਼ੀ ਦੀ ਗੱਲ ਹੁੰਦੀ ਹੈ ਨਾ, ਆਪਣਾ ਕੀ ਪਤਾ ਹੁੰਦਾ। ਬੜਾ ਭਾਗ ਲਾਇਆ। ਉਹ ਉੱਥੇ ਆ ਕੇ ਤੇ ਮੈਂ ਸ਼ੁਰੂ ਕਰ ਦਿੱਤਾ। ਸ਼ੁਰੂ ਰੇਡੀਓ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲਾਂ ਆ ਕੇ ਜਿਹੜੀ ਮੈਨੂੰ ਮੁਸ਼ਕਿਲ ਪੇਸ਼ ਆਈ
ਉਹ ਸੀ ਕਿ ਕਾਗਜ਼ ਤੋਂ ਪੜ੍ਹ ਕੇ ਬੋਲ। ਅੱਛਾ। ਤੇ ਮੈਨੂੰ ਗੱਲਾਂ ਆਉਣ ਉੱਤੋਂ ਦਰਿਆ ਵਾਂਗੂ, ਬਿਲਕੁਲ ਮੈਂ ਉਹਨਾਂ ਨੂੰ ਸਾਂਭ ਨਾ ਸਕਾਂ। ਮੈਂ ਆਖਾਂ ਉਹ ਉੱਥੇ ਲਿਖਿਆ ਹੋਵੇ ਕਿ ਚੌਧਰੀ ਜੀ ਆਂਦੇ ਨੇ ਬਈ ਗੱਲ ਇਹ ਆ ਕਿ ਸਾਨੂੰ ਆਪਣੇ ਮੁਲਕ ਦੀ ਕੌਮ ਦੀ ਬੜੀ ਖਿਦਮਤ ਕਰਨੀ ਚਾਹੀਦੀ ਆ, ਤੇ ਨਿਜ਼ਾਮਦੀਨ ਤੇ ਆਪਣਾ ਭਗਤ ਰਾਮ ਕਹਿੰਦੇ ਨੇ ਚੰਗਾ ਜੀ ਹੀ 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 ਨਾਲ ਹਾਸਾ ਲਿਖਿਆ। ਅੱਛਾ ਮੈਂ ਆਖਾਂ ਹੀ ਮੈਂ ਕਿੱਥੋਂ ਕਰਾਂ ਜੀ, ਘੋੜਾ ਹੁੰਦਾ, ਮੈਂ ਮੇਰੇ ਕੋਲ ਨਹੀਂ ਹੁੰਦਾ। ਤੁਹਾਨੂੰ ਕੋ ਮੈਨੂੰ ਇਹਨਾਂ ਮਾਫੀ ਚਾਹਨਾ ਅਰਜ਼ ਕਰਾਂਗਾ ਕਿ ਮੇਰਾ ਖਿਆਲ ਹੈ ਮਸਨੂਈ ਗੱਲਾਂ ਨਾਲ ਜਿੱਥੋਂ ਤੱਕ ਮੇਰਾ ਤਜਰਬਾ ਹਮੇਸ਼ਾ ਤੋਂ ਤੁਹਾਨੂੰ ਚਿੜ ਰਹੀ ਹੈ। ਨਾ ਜੀ ਉਹਦਾ ਸਵਾਲ ਜੀ ਉਹ ਜੀ ਗਲਤ ਕਾਗਜ਼ ਦੇ ਫੁੱਲਾਂ ਤੇ ਮੱਖੀ ਨਹੀਂ ਪੈਂਦੀ, ਮੈਂ ਕਿਵੇਂ ਬਹਿ ਜਾ। ਬਿਲਕੁਲ ਠੀਕ, ਕਮਾਲ ਕਰਦੇ ਹੋ। ਇਹ ਤਾਂ ਸਿੱਧੀ ਗੱਲ ਹੈ ਨਾ ਕਿ ਕਿਸੇ ਹਕੀਕਤ ਤੋਂ ਤੁਸੀਂ ਨਾ, ਹੁਣ ਤੁਸੀਂ ਅੱਜ ਮੈਨੂੰ ਆਖੋ ਤੁਸੀਂ ਮੈਨੂੰ ਸਕੇ ਭਰਾ ਨੂੰ ਚੰਗੇ ਲੱਗਦੇ ਹੋ ਤੇ ਗਲਤੀ ਹੈ। ਸਾਹਮਣੇ ਖਲੋ ਵੇਖੋ, ਤਿੰਨ ਬੰਦੇ ਹਰ ਇੱਕ ਚ ਤਿੰਨ ਨੁਕਸ ਹੁੰਦੇ ਜੀ, ਹਰ ਇੱਕ ਚ। ਪਤਾ ਜੀ ਕੀ, ਹਰ ਬੰਦਾ ਕਹਿੰਦਾ ਤੁਹਾਨੂੰ ਪਤਾ ਮੈਂ ਕਦੀ ਝੂਠ ਨਹੀਂ ਬੋਲਿਆ, ਤੇ ਉਹ ਝੂਠ ਹੀ ਹੁੰਦਾ ਜਿਹੜਾ ਬੋਲਣ ਡਿਆ। ਇੱਕ ਦੂਸਰਾ ਹਰ ਬੰਦਾ ਕਹਿੰਦਾ ਪਤਾ ਕੀ, ਤੁਹਾਨੂੰ ਪਤਾ ਮੈਂ ਮੂੰਹ ਤੇ ਆਨਾ ਨਾ ਮੈਂ ਕਦੀ ਚੁਗਲੀ ਨਹੀਂ ਕੀਤੀ, ਤੇ ਉਹ ਚੁਗਲੀ ਕਰਨ ਡਿਆ ਹੁੰਦਾ। ਤੀਸਰੀ ਹਰ ਗੱਲ ਬੰਦਾ ਜਿਹੜਾ ਆਂਦਾ ਪਤਾ ਕੀ ਜੀ, ਤੁਹਾਨੂੰ ਪਤਾ ਜਦੋਂ ਫਿਰ ਮੈਨੂੰ ਗੁੱਸਾ ਆ ਜਾਏ ਮੈਂ ਫਿਰ ਮੈਂ ਕੁਝ ਵੀ ਨਹੀਂ ਕਰਦਾ ਹੈ। ਇਹ ਜੇ ਆਪਣੇ ਅਹਿਮਦ ਰਜ਼ਾ ਸਾਹਿਬ ਤੱਤ ਜ਼ਿੰਦਗੀ ਦਾ ਪੂਰਾ ਮੁਸ਼ਾਹਿਦ ਨਿਚੋੜ ਹੈ ਜੀ। ਬੰਦਾ ਦੋ ਵਾਰੀ ਪਾਗਲ ਹੁੰਦਾ ਦੁਨੀਆ ਤੇ, ਕਦੋਂ? ਇੱਕ ਵਾਰੀ ਜਦੋਂ ਨਿਆਣਾ ਚੁੱਕ ਲੈਣਾ ਤੇ ਆਖਣਾ ਆ ਤੈਨੂੰ ਲੈ ਦਿਆ, ਆ ਵੇਖਾਂ ਆ ਮੇਰਾ ਪੁੱਤ ਹੀ ਖਿਡੌਣਾ ਲੈਣਾ, ਹੁਣ ਜਾਣਾ ਤੇ ਕਿਤੇ ਉੱਥੇ ਹੀ ਖਲੋਤਾ ਹੋਣਾ, ਗਿਆ ਕਿਤੇ ਚੰਨ ਲੈ ਦੇਣਾ ਪੁੱਤਰ ਨੂੰ, ਆ ਭਾਈ ਮੇਰੇ ਪੁੱਤਰ ਨੇ ਲਾਟ ਹੋ ਜਾਣਾ ਤੇ ਭਾਵੇਂ ਚੁੰਗੀ ਤੇ ਨਾ ਲੱਗੇ। ਤੇ ਜਾਂ ਜਦੋਂ ਸ਼ੀਸ਼ਾ ਵੇਖੋ, ਸ਼ੀਸ਼ਾ ਵੇਖੇ ਨਾ ਬੰਦਾ ਕਦੀ ਐ ਮੁੱਛਣ ਕਰਦਾ ਐ ਜੂ ਚਿੜਾ ਵੇਖਿਆ ਤੂੰ ਕਦੀ ਸ਼ੀਸ਼ੇ ਅੱਗੇ ਇਸ ਕਰਕੇ ਜ਼ਿੰਦਗੀ ਤੇ ਦੋ ਵਕਤ ਆਉਂਦੇ ਨੇ ਬੰਦੇ ਜਦੋਂ ਸੁਦਾਈ ਹੋ ਜਾਂਦਾ। ਅੱਛਾ ਜੀ, ਇਹ ਮੈਂ ਸਾ ਨਵਾਂ ਇਹਨਾਂ ਮੈਨੂੰ ਲਿਖ ਕੇ ਦੇ ਸਾਂਭਣ ਦਾ ਚਾਰਾ ਕਰਨ ਪਏ। ਇਹਨਾਂ ਨੂੰ ਐ ਮਾਲੂਮ ਹੋਵੇ ਕਿ ਸਾਡੇ ਕੋਲੋਂ ਸਾਂਭਿਆ ਨਹੀਂ ਜਾਣਾ ਜੀ। ਖਰੈਤੀ ਲਾਲ ਜਿਹੜਾ ਨਾ ਇੱਕ ਦਿਨ ਮੈਨੂੰ ਕਹਿੰਦਾ, ਖਰੈਤੀ ਅੱਛਾ ਭਗਤ ਰਾਮ ਜਿਹੜਾ ਬਣਦਾ, ਮੈਨੂੰ ਕਹਿਣ ਲੱਗਾ ਉਹ ਵੇਖੋ ਨਿਜ਼ਾਮਦੀਨਾ ਤੈਨੂੰ ਪਤਾ ਨਹੀਂ, ਸਿੱਧਾ ਹੋ ਕੇ ਰਿਹਾ ਕਿ ਚੌਧਰੀ ਜੀ ਗੁੱਸੇ ਦੇ ਬੜੇ ਸਖਤ ਨੇ। ਅੱਛਾ, ਇਹ ਪ੍ਰੋਗਰਾਮ ਦੇ ਵਿੱਚ? ਆਹੋ। ਮੈਂ ਉਹਨੂੰ ਆਖਿਆ ਤੂੰ ਜੋ ਹਰ ਵੇਲੇ ਭਾਂਡਿਆਂ 'ਚ ਮੂੰਹ ਪਾਉਂਦਾ ਰਹਿਣਾ, ਉਹਨੇ ਤੇ ਫੜ ਲੈ ਕੰਨ। ਉਹ ਕਹਿਣ ਲੱਗਾ ਨਾ ਭਰਾਵਾ। ਫਿਰ ਮੇਰੀ ਮਰਜ਼ੀ ਨਾਲੇ ਦੋਵੇਂ ਤੁਰੇ। ਫਿਰ ਮੈਂ ਇਹ ਦਾਗ ਬੇਲ ਡਾਲੀ ਵੀ ਮੈਨੂੰ ਮਸਨ ਚੌਧਰੀ ਸਾਹਿਬ ਨੂੰ ਕਹਿਣਾ ਕਿ ਜੀ ਅੱਜ ਬੱਸਾਂ ਦੇ ਮੁਤਲਕ ਗੱਲ ਕਰਨੀ, ਤੇ ਉਹਨਾਂ ਨੇ ਆਖਣਾ ਚੌਧਰੀ ਜੀ ਅੱਗੋਂ ਹਟ ਜਾਓ, ਤੁਸੀਂ ਸਾਰੀ ਜ਼ਿੰਦਗੀ ਭਾਵੇਂ ਮੇਰੇ ਕੋਲ ਬੱਸਾਂ ਦੀਆਂ ਗੱਲਾਂ ਕਰਵਾ ਲਓ, ਅੱਲਾ ਦੀ ਮਿਹਰਬਾਨੀ ਨਾਲ ਮੈਂ ਜ਼ਰੂਰ ਕਰਾਂਗਾ। ਵਾਹ ਹੈ ਜੀ। ਤੇ ਇਹ ਵਕਤ ਆਉਂਦਾ ਰਿਹਾ। ਰੇਡੀਓ ਦਾ ਜਿਹੜੀ ਸੀ ਨਾ ਜ਼ਿੰਦਗੀ ਨਹਾਇਤ ਸਾਫ਼ ਸੁਥਰੀ ਸੀ ਮਲਕ ਸਾਹਿਬ। ਕੋਈ ਬੰਦਾ ਹਜ਼ਾਰਾਂ ਰੁਪਈਏ ਖਰਚੇ, ਮੈਂ ਕਹਿੰਦਾ ਜਿਹਨੇ ਰੇਡੀਓ ਆਜ਼ਾਦ ਕੀਤਾ ਬੜਾ ਅਹਿਸਾਨ ਕੀਤਾ। ਬਿਲਕੁਲ ਬੜਾ ਅਹਿਸਾਨ ਕੀਤਾ ਨਾ। ਘਰ ਬੈਠੇ ਹੋ ਮਸਨੋ ਸ਼ਕਰਗੜ੍ਹ ਫੁਕਲਿਆਨ ਤੇ ਚੱਕ ਕਮਰੂ ਦੇ ਇਲਾਕੇ 'ਚ ਇੱਕ ਬੰਦਾ ਬੈਠਾ ਹੈ, ਖਾਲ ਤੇ ਪਾਣੀ ਲਾ ਕੇ ਉਹਨੇ ਟਰਾਂਜ਼ਿਸਟਰ ਜਿੰਨੇ ਕੱਢਿਆ ਉਹਨੇ ਤੇ ਕਮਾਲ ਹੀ ਕਰ ਦਿੱਤੀ ਹੈ। ਉੱਥੇ ਬੈਠਾ ਤੇ ਮੈਂ ਕੀਤਾ ਤੇ ਉੱਥੇ ਆਵਾਜ਼ ਪਹਿਲਾਂ ਪਹੁੰਚ ਗਈ, ਲੱਖਾਂ ਮੀਲ ਹਜ਼ਾਰਾਂ ਮੀਲ ਦੂਰ, ਹਜ਼ਾਰਾਂ ਮੀਲ। ਔਰ ਫਿਰ ਉਹਦੇ ਬਾਅਦ ਇਹ ਆ ਕਿ ਅਮਨ ਹੋਵੇ ਜਾਂ ਜੰਗ ਹੋਵੇ, ਜੰਗ ਦੇ ਮੋਰਚੇ 'ਚ ਸਿਪਾਹੀ ਬੈਠਾ ਹੈ, ਹੁਣ ਉਹਦਾ ਪਿੰਡ ਪਿੱਛੇ ਆ, ਉਹਨੂੰ ਕੋਈ ਪਤਾ ਨਹੀਂ ਮੇਰੇ ਮਾਪਿਆਂ ਦਾ ਕੀ ਹਾਲ ਹੈ। ਮੇਰਾ ਸੁਨਾ ਉਹਦੇ ਕੰਨਾਂ ਤੋੜੀ ਪਹੁੰਚਦਾ ਕਿ ਤਗੜਾ ਹੋ ਕੇ ਲਾੜਾ ਪੁੱਤਰ ਤੇਰੇ ਮਾਪੇ ਆ ਵੇਖ ਰਾਜੀ ਬਾਜੀ ਬੈਠੇ ਨੇ, ਪੱਠੇ ਪਏ ਨੇ, ਡੰਗਰਾਂ ਤੇ ਮੌਜ ਲੈਣ ਦਾ ਹੁੱਕਾ ਪਾਇਆ ਬੁੱਢੇ ਨੇ। ਹਾਂਜੀ, ਉਸ ਵੇਲੇ ਉਹਦਾ ਕੋਈ ਸਾਖ ਨਹੀਂ ਹੁੰਦਾ ਮੇਰੇ ਤੋਂ ਬਗੈਰ। ਇੱਕ ਮਾਂ ਪਰੇਸ਼ਾਨ ਫਿਰ ਰਹੀ ਹੁੰਦੀ ਹੈ। ਰੇਡੀਓ ਦੀ ਖਿਦਮਾਤ ਮੈਂ ਦੱਸਣਾ ਤੁਹਾਨੂੰ ਜੀ ਜੀ। ਤੇ ਬੱਚੇ ਦਾ ਮੈਂ ਐਲਾਨ ਕਰਨਾ ਕਿ ਉਹਦੇ ਕੱਪੜੇ ਨੇ, ਉਹਦੇ ਬੂਟ ਨੇ, ਇਸ ਤਰ੍ਹਾਂ ਦਾ ਬੱਚਾ ਹੈ ਭਈ ਜਿਹੜਾ ਲੱਭ ਕੇ ਲਿਆਵੇ ਉਹਦੀ ਬੜੀ ਮਿਹਰਬਾਨੀ ਹੈ, ਬੜਾ ਸਵਾਬ ਦਾ ਕੰਮ ਹੈ। ਮੈਂ ਕਹਿੰਦਾ ਉਸ ਵੇਲੇ ਮਾਂ ਦੇ ਦਿਲ ਚੋਂ ਜਿਹੜੀ ਦੁਆ ਨਿਕਲਦੀ ਹੈ ਕਿ ਪੁੱਤ ਤੇਰਾ ਭਲਾ ਹੋਵੇ, ਮੇਰੇ ਨਾਲ ਇੰਨਾ ਕਰਨਾ, ਇਹ ਬੜੀ ਬਾਤ ਹੁੰਦੀ ਹੈ ਨਾ। ਤੇ ਇਸ ਕਰਕੇ ਮੈਂ ਰੇਡੀਓ ਦੀ ਖਿਦਮਾਤ ਜਿਹੜੀਆਂ ਨੇ ਨਾ ਉਹਦੀ ਬੜੀ ਤਾਰੀਫ। ਅੱਛਾ, ਇਹ ਤਾਂ ਤੁਹਾਡੀ ਆਮਦ ਹੋ ਗਈ ਜੀ ਜੀ। ਹੁਣ ਤਾਂ ਮੈਂ ਤੁਹਾਨੂੰ ਮਿਰਜ਼ਾ ਸਾਹਿਬ ਹੀ ਕਹਾਂਗਾ, ਜੋ ਮਰਜ਼ੀ ਕਹੀ ਜਾਓ, ਮੈਨੂੰ ਕੋਈ ਇਤਰਾਜ਼ ਨਹੀਂ। ਤੇ ਉਹਦੇ ਬਾਅਦ ਫਿਰ ਜਿਹੜੇ ਸਾਥੀ ਤੁਹਾਨੂੰ ਇਸ ਸਫ਼ਰ ਵਿੱਚ ਨਾਲ ਮਿਲਦੇ ਰਹੇ ਜੀ ਜੀ, ਉਹਨਾਂ ਦੇ ਮੁਤਲਕ ਕੁਝ ਦੱਸੋ। ਗੁਜ਼ਾਰਿਸ਼ ਹੈ ਜੀ, ਪਹਿਲਾ ਜਿਹੜਾ ਰੇਡੀਓ ਦਾ ਮੇਰਾ ਪ੍ਰੋਗਰਾਮ ਸੀ ਉਹ 27 ਜਨਵਰੀ ਸਨ 45 ਵਾਲੇ ਦਿਨ ਸੀ। ਅੱਛਾ, ਸ਼ੇਖ ਇਕਬਾਲ ਸਾਹਿਬ ਨੇ ਜਿਹੜੇ ਕਦੀ ਇੱਥੇ ਬਣਦੇ ਹੁੰਦੇ ਸਨ, ਸ਼ਹਾਬਦੀਨ ਉਹ ਵੀ ਰਹੇ, ਬੜੇ ਪੁਰਾਣੇ ਆਰਟਿਸਟ ਸਾਡੇ ਤੇ ਚੰਗੇ ਭਾਈ ਮੇਰੇ ਨਾਲ ਵੱਡੇ ਨੇ। ਉਹਨਾਂ ਮੈਨੂੰ ਨੀਅਤ ਦਾ ਫਲ ਇੱਕ ਡਰਾਮਾ ਸੀ, ਉਹਨੂੰ ਚੌਧਰੀ ਸੱਜਾਦ ਹੈਦਰ ਨੇ ਉਸ ਵੇਲੇ ਪ੍ਰੋਡਿਊਸਰ ਸਨ, ਉਹਨਾਂ ਉਹ ਪੇਸ਼ ਕੀਤਾ। ਚੌਧਰੀ ਸੱਜਾਦ ਹੈਦਰ ਵੀ ਰੇਡੀਓ ਦੇ ਆਦਮੀ ਨਹੀਂ ਜੀ, ਇਹ ਵੀ ਇਨਫੋਰਮੇਸ਼ਨ ਦੇ ਮਹਿਕਮੇ ਨੇ ਔਰ ਮੇਰੇ ਨਾਲ ਇਹ ਰੇਡੀਓ ਦੇ ਉੱਤੇ ਬੋਲਦੇ ਰਹੇ ਨੇ। ਅੱਛਾ, ਚੌਧਰੀ ਸੂਬੇਦਾਰ ਕੁਮੇਦਾਨ ਬਣ ਕੇ ਇਹ ਮੇਰੇ ਨਾਲ ਬੋਲਦੇ ਰਹੇ ਨੇ ਤੇ ਬੜੇ ਅੱਛੇ ਡਰਾਮੇ ਲਿਖਦੇ ਆ। ਝਾਂਜਰ ਦੇ ਮਗਰ ਤੇ ਹੋਰ ਕਈ ਡਰਾਮੇ ਇਹਨਾਂ ਲਿਖੇ ਨੇ, ਬਹੁਤ ਚੰਗੇ। ਚੋਟੀ ਦੇ ਡਰਾਮੇ, ਰਫੀ ਪੀਰ ਦਾ ਡਰਾਮਾ ਅੱਖੀਆਂ ਕਿਆ ਕਹਿੰਦੇ। ਇਸੇ ਤਰ੍ਹਾਂ ਇਹ ਨੀਅਤ ਦਾ ਫਲ ਜਿਹੜਾ ਡਰਾਮਾ ਸੀ ਨਾ, ਇਹ ਚੌਧਰੀ ਨਾਲ ਲਿਖਿਆ ਤੇ ਇਹ ਸ਼ੇਖ ਇਕਬਾਲ ਮੈਨੂੰ ਬੁਲਾ ਕੇ ਲੈ ਗਿਆ, ਮੈਨੂੰ ਦਿੱਤਾ ਥਾਣੇਦਾਰ ਦਾ ਕਿਰਦਾਰ। ਸੱਚੀ ਗੱਲ ਆ, ਨਵਾਂ ਮੁੰਡਾ
ਤੇ ਥਾਣੇਦਾਰ ਉਂਝ ਤੇ ਬੰਦੇ ਬਾਹਰ ਤੇ ਥਾਣੇਦਾਰ ਬਣ ਜਾਂਦੇ ਨੇ, ਜਿਹਲੇ ਆ ਕੇ ਦੀਵੇ ਸਾਹਮਣੇ ਖਲੋਵੇ ਨਾ ਪਰਵਾਨਾ, ਉਸ ਨੂੰ ਪਤਾ ਹੁੰਦਾ ਕਿ ਮੈਂ ਸੜਨਾ ਹੈ, ਤੇ ਜੇ ਸੜਿਆ ਨਾ ਮੇਰਾ ਨਾਮ ਪਰਵਾਨਾ ਨਹੀਂ ਪੈਣਾ। ਜੀ ਨਿਜ਼ਾਮਦੀਨ ਜੀ, ਇਹ ਉਦੋਂ ਦੀ ਗੱਲ ਹੈ ਜਦੋਂ ਤੁਸੀਂ ਜਮਹੂਰ ਦੇ ਪ੍ਰੋਗਰਾਮ ਵਿੱਚ ਕੰਮ ਕਰਨਾ ਸ਼ੁਰੂ ਕਰ ਪਹਿਲਾਂ ਜਿਹੜਾ ਮੇਰਾ ਪਹਿਲਾ ਰੇਡੀਓ ਦਾ ਦਾਖਲਾ ਜਿਹੜਾ ਉਹ 27 ਜਨਵਰੀ ਸਨ 45 ਵਾਲੇ ਅੱਛਾ, ਇਹ ਨੀਅਤ ਦਾ ਫਲ ਇਹ ਉਸ ਦਿਹਾਤੀ ਪ੍ਰੋਗਰਾਮ ਤੋਂ ਇਲਾਵਾ ਦਿਹਾਤੀ ਤੋਂ ਪਹਿਲੇ ਦੀ ਗੱਲ। ਉਸ ਡਰਾਮੇ ਵਾਸਤੇ ਮੇਰੀ 2-3 ਵਾਰੀ ਸ਼ੇਖ ਇਕਬਾਲ ਨੇ ਰਿਹਰਸਲ ਕਰਾਈ। ਮੈਨੂੰ ਪਹਿਲੀ ਵਾਰੀ ਜਿਹੜੇ ਬੋਲਣ ਲੱਗਾ ਸਾਰਿਆਂ ਸਾਹਮਣੇ ਮੈਨੂੰ ਮੁੜਕਾ ਆ ਗਿਆ। ਐਵੇਂ ਕੋਈ ਬੰਦੇ ਗੱਲਾਂ ਕਰਨ ਤੇ ਨਹੀਂ, ਇਹ ਹਰ ਬੰਦਾ ਜਿਸਲੇ ਇਮਤਿਹਾਨ ਤੇ ਆਇਆ ਨਾ, ਨਬੀਆਂ ਵੀ ਇਮਤਿਹਾਨ ਕੋਲੋਂ ਪਨਾਹ ਮੰਗੀ ਹੈ। ਕਦੀ ਵੀ ਨਹੀਂ ਇਹ ਆਖਣਾ ਚਾਹੀਦਾ ਮੈਂ ਦੁਨੀਆ ਦੇ ਵਿੱਚ ਮੈਂ ਨਾ ਮੈਨੂੰ ਕੁਛ ਨਹੀਂ ਪਤਾ, ਬਸ ਉਹਨੇ 1 ਮਿੰਟ ਵਾਸਤੇ ਮੈਂ ਬੜਾ ਚਾਤਰ ਬਣਨਾ ਫਿਰਨਾ, ਮੈਂ ਚਲਾ ਜਾਣਾ ਜੀ ਇੱਥੇ ਹੈਦਰਾਬਾਦ ਚਲਾ ਗਿਆ, ਉੱਥੇ ਮੈਨੂੰ ਗਲੀ ਦਾ ਰਾਹ ਨਹੀਂ ਆਉਂਦਾ, ਤੇ ਮੈਂ ਕਿਸੇ ਕੋਲੋਂ ਪੁੱਛਿਆ ਤੇ ਮੈਂ ਤਾਲਿਬ ਇਲਮ ਹੋ ਗਿਆ ਨਾ ਉਸੇ। ਬੜੀ ਅੱਛੀ ਗੱਲ ਹੈ ਨਿਜ਼ਾਮਦੀਨ ਜੀ, ਇਨਸਾਨ ਇਸ ਦੁਨੀਆ 'ਚ ਸਭ ਕੁਝ ਹੋਣ ਦੇ ਬਾਵਜੂਦ ਵੀ ਕੁਝ ਨਹੀਂ, ਬੜਾ ਬੇਬਸ ਹੈ। ਬਿਲਕੁਲ ਸਭ ਕੁਝ ਅੱਲਾਹ ਤਾਲਾ ਨੇ ਆਪਣੇ ਇਖਤਿਆਰ 'ਚ ਰੱਖਿਆ। ਅੱਛਾ, ਜਿਸਲੇ ਫਿਰ ਉਦੋਂ ਹੁੰਦਾ ਸੀ ਮੌਸਮ ਦਾ ਹਾਲ ਖਬਰਾਂ, ਕਦੀ ਇਹਦਾ ਨਾਂ ਦਿਹਾਤੀ ਪ੍ਰੋਗਰਾਮ, ਕਦੀ ਫੌਜੀ ਭਾਈयों का ਪ੍ਰੋਗਰਾਮ, ਕਦੀ ਦੇਸ਼ ਪੰਜਾਬ, ਬੜੇ ਨਾਂ ਬਦਲਦੇ ਰਹੇ। ਅੱਛਾ, ਨਹੀਂ ਉਹ ਤੁਸੀਂ ਗੱਲ ਕਰ ਰਹੇ ਸੀ ਨਾ ਨੀਅਤ ਦਾ ਫਲ, ਉੱਥੇ ਫਿਰ ਤੁਸੀਂ ਕੀਤਾ ਡਰਾਮਾ, ਉਹ ਮੈਂ ਥਾਣੇਦਾਰ ਦਾ ਰੋਲ ਡਰਾਮਾ ਕੀਤਾ, 15 ਰੁਪਏ ਵੀ ਮੈਨੂੰ ਮਿਲੇ। ਅੱਛਾ, ਉਹ ਠੀਕ ਠਾਕ ਕਰ ਗਿਆ ਤੁਸੀਂ। ਮੇਰੀ ਗੁਜ਼ਾਰਿਸ਼ ਇਹ ਆ ਕਿ ਰੇਡੀਓ ਦਾ ਸਭ ਤੋਂ ਜਿਹੜੀ ਬਾਤ ਸੀ ਨਾ ਕਿ ਸਾਡਾ ਜਿਹੜਾ ਗਾਉਣਾ ਜੀ, ਸਾਡਾ ਕਲਚਰ ਜੀ, ਸਾਡਾ ਰਹਿਤਲ ਬੈਤਲ, ਸਾਡਾ ਬਨ ਬਨੇਜ ਜ਼ਰਾ, ਇਹ ਸਾਰੀਆਂ ਚੀਜ਼ਾਂ ਸੜਕਾਂ ਦੇ ਉੱਤੇ ਰੁਲਦੀਆਂ ਫਿਰਦੀਆਂ ਸਨ, ਤੇ ਹਨੇਰੀ ਦੇ ਵਿੱਚ ਸੁੱਕੀਆਂ ਪੱਤਰਾਂ ਨੂੰ ਡਿੱਗ ਕੇ ਕਿਸੇ ਮਹੱਲਿਓਂ ਕਿਤੇ ਮਹੱਲੇ ਜਾਂਦੀਆਂ ਸਨ। ਰੇਡੀਓ ਸਟੇਸ਼ਨ ਲਿਆ ਕੇ ਇਹਨਾਂ ਮਕਾਮ ਵਿਖਾਇਆ ਕਿ ਬਈ ਗੱਲ ਸੁਣ ਗਾਉਣ ਵਾਲਿਆ, ਕੱਲ ਤੋਂ 1 ਕਾਫੀ ਯਾਦ ਹੀ, ਕੱਲ ਤੋਂ 2 ਯਾਦ ਕਰੀ, ਮੈਂ ਦਿਆਂਗਾ ਤੈਨੂੰ ਰੋਟੀ ਜਾਂ ਪੈਸੇ। ਬਹੁਤ ਅਗਾਂਹ ਵਧਾਇਆ ਤੁਹਾਡਾ ਮਤਲਬ ਇਸ ਫਨ ਨੂੰ ਜੀ। ਅਗਰ ਇਸ ਫਨ ਨੂੰ ਪੈਸੇ ਨਾ ਮਿਲਦੇ ਤੇ ਤੋਬਾ ਤੋਬਾ। ਆ ਵੇਖੋ ਜੀ ਪੁਰਾਣੇ ਬੋਲ ਨੇ ਕਿ ਮਰ ਜਾਣੀਏ ਜੀਵਾਨੀ ਕੁੜਤਾ ਸੀਤੋ ਹੀ ਨੀਵਾ ਜੀ। ਮੈਨੂੰ ਇੱਕ ਬੋਲ ਯਾਦ ਆਉਂਦਾ ਹੈ ਜੀ, ਧਮਿਆਲ ਦੇ ਇਲਾਕੇ ਦੇ ਵਿੱਚੋਂ ਜਰਮਨ ਦੀ ਬੜੀ ਵੱਡੀ ਜੰਗ ਜਦੋਂ ਸ਼ੁਰੂ ਹੋਈ ਹੈ ਤੇ ਉਹਦੇ ਵਿੱਚ ਕੋਈ ਮਾਈ ਸੀ ਮਲਕਾਣੀ, ਉਹਦੇ 2 ਪੁੱਤਰ ਫੌਜ 'ਚ ਨੌਕਰ ਹੋਏ, ਵਿਚਾਰੇ ਉੱਥੇ ਮਾਰੇ ਗਏ। ਤੀਸਰਾ ਜਿਹੜਾ 10ਵੀਂ 'ਚ ਪੜ੍ਹਦਾ ਸੀ ਉਹਦੇ ਮੁਤਲਕ ਹੁਕਮ ਆ ਗਿਆ ਕਿ ਇਸ ਮੁੰਡੇ ਨੂੰ ਭਰਤੀ ਕਰਾ ਦਿਓ ਫੌਜ 'ਚ। ਮਾਂ ਨੂੰ ਜਿਹੜੇ ਹੁਕਮ ਪੜਿਆ, ਰਿਕਰੂਟਿੰਗ ਆਫਿਸ ਹਨ, ਆਨਰੇਰੀ ਰਿਕਰੂਟਿੰਗ ਅਫਸਰ ਬਣਾਏ ਹੁੰਦੇ ਹਨ ਹਰ ਸ਼ਹਿਰਾਂ 'ਚ, ਤੇ ਮਾਂ ਨੇ ਉਸੇ ਕਾਗਜ਼ ਦੇ ਪਿੱਛੇ ਲਿਖਵਾਇਆ ਖੰਭ ਖੁੱਸ ਗਏ ਕਾਵਾਂ ਦੇ, ਜਰਮਨ ਬਸ ਕਰਦੇ ਪੁੱਤਰ ਮੁੱਕ ਗਏ ਨੇ ਮਾਵਾਂ ਦੇ। ਹੈ ਜੀ ਪਿਆਰਿਓ, ਮੈਂ ਕਰਜ਼ ਕਰਨਾ ਕਿ ਇਹ ਜਿਹੜੇ ਜ਼ਿੰਦਗੀ ਦੇ ਸਾਡੇ ਇਹ ਨੇ ਨਾ ਕਲਚਰ ਜਿਹਨੂੰ ਅਸੀਂ ਆਨੇ ਆ, ਸਕਾਫਤ ਇਹ ਹੈ ਸਾਡੀ ਜੀ, ਕਿ ਇਹ ਜਦੋਂ ਇਹ ਮੁੰਡੇ ਸਾਡੇ ਹਿੰਦੁਸਤਾਨ ਦੀ ਕੈਦ 'ਚ ਰਹਿ ਗਏ ਨੇ, ਉਦੋਂ ਦੀ ਮੈਂ ਗੱਲ ਕਰਨਾ ਕਿ ਇੱਕ ਸਾਹਿਬ ਖਾਤੂਨ ਮਨਕੇਰੇ ਦੇ ਇਲਾਕੇ 'ਚੋਂ ਜ਼ਿਲ੍ਹੇ ਮੀਆਂਵਾਲੀ 'ਚੋਂ ਆਈ ਜੀ, ਉਹਦਾ ਪੁੱਤਰ ਫਲਕ ਸ਼ੇਰ ਹੌਲਦਾਰ ਮੇਜਰ ਉਧਰ ਕੈਦ 'ਚ ਪੁੱਤਰ ਨੂੰ ਪੈਗਾਮ ਦਿੰਦੀ ਆ, ਆਂਦੀ ਆ ਮੈਂਡਾ ਬਚੜਾ ਫਲਕ ਸ਼ੇਰ ਖੁਦਾ ਮਿਲਾਇਆ ਤੇ ਅਸਾਂ ਮਿਲਸੂ ਜ਼ਰੂਰ, ਵੱਲ ਮੈਂ ਮਰ ਗਈ ਤੇ ਮੈਂਡਾ ਪੁੱਤਰ ਮੈਂਡੀ ਕਬਰ ਤੇ ਫਾਇਤੇ ਆਖੀ, ਜੇ ਵੇਲੇ ਕਿਤੇ ਇਮਤਿਹਾਨ ਪਿਓਈ ਜ਼ਿੰਦਗੀ ਦਾ, ਮੇਰਾ ਪੁੱਤਰ ਸਿਰ ਦੇਵੀਂ ਪਰ ਕੰਡ ਨਾ ਦੇਵੀਂ। ਵਾਹ ਵਾਹ ਵਾਹ, ਐਸੀ ਮਾਂ ਦੇ ਪੁੱਤਰ ਨੂੰ ਕੌਣ ਰੋਕ ਸਕਦਾ, ਕੌਣ ਹਰਾ ਸਕਦਾ, ਕੌਣ ਸ਼ਿਕਸਤ ਦੇ ਸਕਦਾ। ਠੀਕ ਹੈ, ਬਿਲਕੁਲ। ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਦਾ ਇੱਕ ਇਜ਼ਹਾਰ ਦਾ ਜ਼ਰੀਆ ਰੇਡੀਓ ਜਿਹੜਾ ਤੁਹਾਡੇ ਪੁੱਤਰ ਜਿਉਂਦੇ ਰਹਿਣ। ਅਗਰ ਇਹ ਰੇਡੀਓ ਨਾ ਹੋਵੇ ਨਾ ਜੀ, ਇਹ ਰੇਡੀਓ ਮੈਂ ਕਹਿੰਦਾ ਇੰਨਾ ਬੜਾ ਆਸਾਨ ਹੈ ਜਿਹਨੇ ਇਹਨੂੰ ਇਜਾਦ ਕੀਤਾ ਹੈ, ਔਰ ਅੱਗੋਂ ਇਹਦਾ ਰੇਡੀਓ ਦੇ ਉੱਤੇ ਜਿਹੜਾ 1 ਪੈਸਾ ਖਰਚ ਹੁੰਦਾ ਹੈ ਨਾ, ਇਹਦਾ ਮੁੱਲ ਹੀ ਕੋਈ ਦੁਨੀਆ ਦੀ ਚੀਜ਼ ਨਹੀਂ ਦੇ ਸਕਦੀ। ਇੱਕ ਕਿਤਾਬ ਤੁਸੀਂ ਲੈ ਲਓ, ਅਗਲੇ ਸਾਲ ਨਿਸਾਬ ਬਦਲ ਜਾਂਦਾ, ਪੁਰਾਣੀ ਹੋ ਜਾਂਦੀ ਹੈ। ਇਹ ਹਰ ਰੋਜ਼ ਹੀ ਨਵੀਂ, ਔਰ ਹੁਣ ਖੁਦਾ ਦੇ ਫਰਨਾ 30 ਸਾਲ ਹੋ ਗਏ ਨੇ, ਹਰ ਰੋਜ਼ ਨਵਾਂ ਸੁਨੇਹਾ ਦਿੰਦੇ ਆ, ਐਂ ਦਿੰਦੇ ਆ ਜੀ ਕੋਈ ਘਰ ਤੁਹਾਡੇ ਆਵਾਜ਼ ਮਾਰ ਕੇ ਤੇ ਤੁਹਾਡੀ ਰਹਿਣ ਸਹਿਣ ਨੂੰ ਵੇਖ ਕੇ ਆਪਣੀਆਂ ਅੱਖਾਂ ਨਾਲ ਨੇੜਿਓਂ ਰਹਿਤਲ ਨੂੰ, ਤੇ ਉਹਦਾ ਹੀ ਤੁਹਾਨੂੰ ਪੈਗਾਮ ਮਿਲਦਾ, ਇਸੇ ਕਰਕੇ ਤੁਹਾਨੂੰ ਪਿਆਰ ਆਉਂਦਾ ਜੀ। ਇਹ ਤੇ ਜ਼ਿੰਦਗੀ ਦੀ ਗੱਲ ਹੁੰਦੀ ਹੈ। ਅੱਛਾ, ਮੈਨੂੰ ਉਹ ਲਾਮਾ ਯਾਦ ਆਉਂਦਾ ਪਿਆ, ਐਵੇਂ ਦਿਲ ਨੂੰ ਆਇਆ ਹੈ ਕਿ ਹੀਰ ਨੂੰ ਰਾਂਝੇ ਕਿਹਾ, ਤੇਰੇ ਮਾਪਿਆਂ ਸਾਗ ਕੁਥਾਂ ਕੀਤਾ, ਅਸੀਂ ਰੁਲਦੇ ਰਹਿ ਗਏ ਪਾਸਿਆਂ ਤੇ, ਆਪ ਰੁੱਝ ਗਈਆਂ ਵਿੱਚ ਖੇੜਿਆਂ ਦੇ, ਸਾਡੀ ਗੱਲ ਗਵਾਈ ਹੋਈ ਵਿੱਚ ਆਸਿਆਂ ਦੇ। ਵਾਹ ਜੀ। ਤੋ ਇਹ ਜ਼ਿੰਦਗੀ ਦੇ ਵਿੱਚ ਇਹ ਜਿਹੜੀਆਂ ਗੱਲਾਂ ਹੁੰਦੀਆਂ ਨਾ ਜੀ, ਇਹਦੇ ਨਿਸ਼ੇਬੋ ਫਰਿਆਦ ਤੇ ਬੰਦਾ ਵਹਿੰਦਾ ਹੀ ਰਹਿੰਦਾ। ਲਓ ਜੀ, ਜਿਸਲੇ ਫਿਰ ਮੁਲਕ ਤਕਸੀਮ ਹੋਇਆ ਤੇ ਰਾਤ ਦੇ 12 ਵਜੇ, ਹਾਂ ਇੱਕ ਗੱਲ ਮੈਨੂੰ ਵਿੱਚੋਂ ਯਾਦ ਰਹਿ ਭੁੱਲ ਨਾ ਜਾਏ ਜੀ ਜੀ, ਸਨ 46 ਦੇ ਵਿੱਚ ਮੈਂ ਤੇ ਮੇਰੇ ਵਾਲਿਦ ਸਾਹਿਬ ਉਹਨਾਂ ਦਿਨਾਂ 'ਚ ਮਸਜਿਦ ਦੀ ਮਰਹੂਮ ਸਰਦਾਰ ਸ਼ੌਕਤ ਹਯਾਤ ਉਦੋਂ ਵਜ਼ੀਰ ਆਲਾ ਸਨ ਜੀ ਜੀ, ਤੇ ਉਹ ਇਹਦੀ ਮੁਰੰਮਤ ਕਰਾ ਰਹੇ ਸਨ ਸ਼ਾਹੀ ਮਸਜਿਦ ਦੀ। 11 ਲੱਖ ਰੁਪਈਆ ਮਨਜ਼ੂਰ ਹੋਇਆ, ਨਵੇਂ ਸਿਰੇ ਤੋਂ ਇਹਨੂੰ ਧੋਇਆ ਬਣਾਇਆ ਜਾ ਰਿਹਾ ਸੀ। 46 ਦੀ ਗੱਲ ਹੈ, 46 ਦੀ ਗੱਲ ਜੀ। ਕਾਇਦੇ ਆਜ਼ਮ ਗਰਮੀਆਂ ਦੇ ਦਿਨ ਤੇ ਤਸ਼ਰੀਫ ਲਿਆਏ। ਗਰਮੀਆਂ ਤੇ ਮੈਂ ਨਹੀਂ ਕਹਾਂਗਾ, ਸੁਕੱਤੇ ਜਿਹੇ ਦੇ ਦਿਨ ਸਨ ਕਿ ਬਾਹਰ ਜੁਮਾ ਪੜਨ ਤਸ਼ਰੀਫ ਲਿਆਏ। ਅੱਲਾਹ ਤਾਲਾ ਦੀ ਮਿਹਰਬਾਨੀ, ਮੈਂ ਵੀ ਮੇਰੇ ਵਾਲਿਦ ਸਾਹਿਬ ਵੀ ਪਿੰਡੋਂ ਆਏ, ਤੇ ਮੈਂ ਉਦੋਂ ਰੇਸ਼ਮੀ
शेरवानी पाई सी गल च। अच्छा। ते सिर ते मैं एक रुमाल बद्धा है, मेरे वालद साहब ने पग बद्धी सफेद ते नाल उन्हां भी शार्क स्किन दी शेरवानी पाई आ। असीं प्यो पुत्तर खलोते आ, सानू निक्कियां इट्टां दा जेहड़ा फर्श पहलां हुंदा सी बादशाही मस्जिद दे सेन च उत्थे जगह मिली है, दरियां नहीं लभियां। ते ताइयों खबर असीं प्यो पुत्तर खलोते आ ते अल्लाह जदों किसे ते करम करे मस्कीन मेरे वर्गे ते साडे दो प्यो पुत्रां दे विच कायदे आज़म आके खलो गए। वाह वाह जी वाह। नसवारी रंग दी टोपी पाई आ, कराकुली ते इसे तरह रेशमी सफेद मोसकी जैसे रंग की शेरवानी पाई है उन्हें, ते सफेद पजामा ने इंज करके शेर बब्बर वर्गा चेहरा। जिसले मैं वेख्या ना, यकीन करो मलिक साहब मेरे खुशी नाल हथ पैर फुल गए, मेरे लूह कंडे खड़े हो गए। मैं कुछ ना कर सकिया, मैं बटन भी तोड़ लिया शेरवानी का छेती नाल, वो जड़ा हुक जिहा लगा हुंदा, मैं छेती नाल शेरवानी ला के ते थल्ले विछाती। मेरी अगर ओहले खल लै सकदी ना ते मेरा ते दिल करदा ही वो ला के मैं विछावां। ये सरदार अगे इस मलाह अगे जिन्हें मेरी बेड़ी पार खड़नी है, मौला करीम के हुक्म नाल ऐसा ना खुदा मिलिया जिन्हें बड़िया बड़िया तूफानों के विचों बचा के साबित बेड़ी सने मुहाने लैके ते अपड़ गया। तो जिले मैं शेरवानी विछाई तो मैनू आई थापी दे के, मैनू हथ ऐ मालूम हुंदा जी हुण तक मेरे मगरे हो हथ, ते मैनू आई थापी दे के मैनू कहणगे बेटा ये सब के लिए एक सी है, उठा लो जी। मेरी मजाल ना पई कि मैं जिद करा, मैं जिद करा, ते मैं उन्हां दा हथ चुम्मिया, खब्बा हथ चुम्मिया मैं जी, खब्बा हथ चुम्मिया, सज्जा मेरे वालद ने फड़ लिया सी दो हत्थां नाल उन्हां दा हथ। और ये सादत हुण तक मैनू मेरे आ लूह कंडे खड़े हो जांदे जिहड़े मैनू ये वक्त याद आउंदा सन 46 दा। निज़ामुद्दीन जी ਤੁਹਾਡੀ इस गल तो मैनू ये पता लगता है जी कि जिस तरह तुसीं जिस जज्बे का इजहार किया उसले कायदे आज़म होरां नूं वेख के, मैं कहना कि पूरी कौम के जज्बे का पता लगता है कि उसले की जज्बा सी कौम का, और असीं उन्हां नूं जिस तरह के कायदे आज़म मन्निया और जिस तरह उन्हां दे पिछे लग के टुरे। जज्बे दी मैं तुहानूं अर्ज करदियां, मैनू सीधी जी गल है कि साडे तहसील तरन तारण दे हल्के दे विच चौधरी फकीर हुसैन ते मोहम्मद अकरम दो आदमी खलोते, यूनियनिस्ट ते मुस्लिम लीग दा डिप्टी कमिश्नर अंबरसर LP एडिसन सी उस वेले। अच्छा। बिल्कुल मेरी उम्र दा छोर जवान मुंडा ते मेरे नाल ओहदा बड़ा प्यार। मैनू उन्हें स्पैशली एक चिट्ठी लिख के तहसीलदार दे हथ भेजी कि सुल्तान तू अपना वोट मुस्लिम लीग नूं ना देवीं, होर भावें सारा जान दे दे, तू अगर वोट दिता तो मैनू तेरे ते गिला रहेगा। अच्छा। ये मैं ईमान सलामती की गल पिया करना। मैं उन्होंने जवाब दिता, साहब दुनिया दे विच सब कुछ छड्डिया जा सकता है लेकिन अपना धर्म ते ईमान ते अकीदा नहीं छड्डिया जा सकता। मैं क्या मुसाफिर मसीतां लिंबियां नहीं, साडी मसीत ते असां लिंबनी है जे कितों चौंदी होई, तेरा मेरा यराना वखरा रहा है, पर मैं वल्दियत ते ओही लिखांगा ना जिहड़ी मेरी है। वाह जी वाह, क्या वाह है जी। ते ओ जी जज्बे दी गल, ये उदों दे जज्बे दी अहमद रजा साहब ने कहा ये पूरी कौम दा जज्बा, उसले पूरी कौम दा दिल दा जज्बा सी। जिस तरह तुसी कहा कि मैं चम भी होंदा ते मैं उन्हां दे अगे विछा दिंदा, शर्मानी ने ते कोई गज्जी आ। मेरा दिल करदा सी कि मैनू ऐ लगे मैं अपनी खल ला के गलीचे दे तौर अपने इस राहनुमा दे कदमां दे विच विछा ली। तुहाडी खुशकिस्मती है निज़ामुद्दीन जी, सन ते मौका नहीं मिलिया जिंदगी च, बहरहाल असीं भी जी हां इन्ने नेड़े नहीं, बहरहाल जिन्नी दूर तो भी उन्हां नूं वेखिया ते एक अजीब जी कैफियत उत्ते तारी हो जांदी। इसे तरह जिसले असीं सवेरे उठे हाँ तो सानू पता लगा कि अलामा इकबाल वसाल फरमा गए ने। मैं कहना मलिक साहब असीं सीधे भजे हाँ, मैं उसले सीधे स्टेशन तो उतर के असीं भजे हाँ, सानू ऐ मालूम हो गया जी कोई साडा प्यो मर जाता है। सही गल मैं तुहानूं दसना, ये साडे प्यो ही सन जी के साडे प्यो बजा गए सन जी। प्यो की चीज़ हुंदी है ये ते सियाणियां। मैनू अपने वालद साहब की गल याद है कि बड़े बीमार होए ते मैं गया ते जाके जफ्फी पा के रोन लग पिया। मैं क्या इंज ते मैनू हौसला दिता, कहणगे यार तू ते ऐ रोना जी को तू मैनू घर ही रख लेना भी मैं चलिया जाना है, तेरा मेरा इहो ही सौदा होया, मैं तेनू कुंजी दे देनी है, मेरा प्यो मैनू दे गया तू गां दे आवीं। ये तो चलते रहना। अच्छा ते मैनू कहणगे जिहड़ा तू मैं बह के शतरंज खेडने दे तू किसी दिन हार ही जाना। ते मैं रो पिया, मैं क्या हो सकता है, जिले हो सकता मेरे मुंह निकलिया ते बड़े साहिब नज़र और इदराक तबीयत दे विच बड़ा सी मेरे वालिद साहब, बड़े ज़ीरक आदमी। मैनू सब कुछ है जिहड़ा मजलसी इलम मिलिया ना बाप कोलों मिलिया, बिल्कुल ठीक। किसी बंदे नूं ये फखर हासिल नहीं कि मैं उहदा शागिर्द होया हां। वाह वाह माशाअल्लाह। हकीकत मैं तुहानूं दसना, मैनू 13 साल मैं पंजाबी पढ़ी है, मेरे वालिद साहब दे ज़हन च ये सी 2-2 हज़ार आप नूं ज़बानी शेर याद जी, इन्ने साहिब इदराक सन। मेरे मुंह अगे हथ रखता, मैनू कहणगे सुल्तान 100 प्यो रल के एक पुत्र दा मरना नहीं चल सकते। 100 प्यो कदी रल जाए ना एक पुत्र दा मरना नहीं चल सकते, एक पुत्र 100 प्यो दा मरना चल सकता। ये तू की गल कीती है? नहीं नहीं नहीं, तेरे को हजरत नूह दा किस्सा सामने, तेरे को हजरत याकूब अलैहिस्सलाम दा हिस्सा सामने,
किस्सा सामने जी, तेरे कोल हजरत इब्राहिम हजरत इस्माइल का किस्सा सामने ऐसा अजीम बाप बन के मैनू मरन दे की करन दे है तो मैं जिंदगी दे सबक वेखो जी जिन्ना लै हुण जिन्ना बंदियां कोल उन्होंने कौन भुलदा जे बादशाह बिल्कुल ठीक है जी। अल्लामा इकबाल होना दी हाँ अलामा इकबाल दे जिसले उत्थे पहुंचे है ना जी सानू इस करके कि उदों अपना मियां सलाउद्दीन साहब जिहड़े ने ना उन्हां दे दामाद उन्हां दी वसातत दे नाल तोड़ तक जाण दा सानू फखर हासिल हो गया और असां हजूर दे अलामा इकबाल साहब दे हत्थां नू मैयत नू हत्थ उन्हां दे पैरां नू अकीदत नाल हत्थ लाया वेखिया कंधा देना तो नहीं नसीब होया क्योंकि इन्ना भीड़ सी कि साडे वर्गे मुंडे खुंडे जड़े उन्हां दी उत्थे जा कोई नहीं सी ऐ नहीं को खुदा न खास्ता कि उत्थे इस नहीं खलकत खुदा दी इन्नी सी दो ही जनाजे लाहौर च निकले ने एक इल्मुद्दीन शहीद दा जी है ते एक अलामा इकबाल साहब दा एडा जनाजा तो दुनिया ते हो ही नहीं ना सकदा जी जी इन्ने अजीम आदमी कित्थे पैदा होंदे ने बड़ी मुश्किल बड़िया चिरां पिछों के जी बड़िया चिरां पिछों और 100 साल लगदा सदियां दे विच इन्ने बंदे बच के ते ये जमदे ने हर एक बंदे दा उंज ते वैसे मकाम हुंदा है ना अच्छा वो फिर उत्थे ही आइए रेडियो दी जिंदगी वाले फिर तुसीं फरमा रहे सो ना कि जिसले पाकिस्तान बनया हाँ जी पाकिस्तान बनया ते हमदानी साहब रात नूं अनाउंसर सन 12 बजे जिसले पूरे होए ने ना जी हाँ ते मैं ते शेख रहीम जी उसले बैठे हैं दोवें नाल मेरे तफैल फारूकी साहब भी सन रात जी अब्दुल अजीज एंड पार्टी उसले आए ने वो जेडे अपना सैफुल मलूक दे वो बोल गाउंदे हुंदे ने हैं जी उसले फिर 12 बजे पूरे फिर आवाज कटकी है हमदानी दी कि आपको पाकिस्तान मुबारक हो हकीकत है मलिक साहब मैं हकीकत तुहाडे बयान करना कि मेरा उसले खुशी दे नाल ये हाल सी मठियाई मैं लैके आंदी सी ₹2 रुपये सेर उदों मठियाई मिलदी हुंदी सी पेड़े लियाते मैं प्रोग्राम दे विच सारियां दे मूंह च एक पेड़ा दिता कईयां दा पप पप गल्लां निकलियां लोकां ने सगों बड़ा मजा लिता होना इस गल दा जज्बा सी इहदे च मैं आख्या आ वेखो मौला करीम जिसले मेहरबानी करता है इस तरह कीता सू जी को हजूर पाक सरवरे कायनात महराज ते तशरीफ लै गए ने अज ओदा नाम लैण वालियां दा महराज 12 बजे होण दिया सुभान अल्लाह वाह जी वाह उसले मेरी जिंदगी दा महराज सी तो मैनू हर पास्यों तस्कीन है कि मैं मुल्क दे इत्थे बह के रेडियो की जिंदगी ते मैनू अज तक दिल च तस्कीन है ला इलाहा इल्लल्लाह मुहम्मद रसूलुल्लाह मैं कदी अपनी जाती फायदे वास्ते कोई प्रोग्राम नहीं किया मेरे जदों ज़हन च आउंदा मैं ना इहदे विच कौम दी अगर बेहतरी हुंदी है पिछे जी गल जी एक वजीर साहब ने बुलाया मैनू नहीं पता उन्हें बुलाया कि जी वजीर साहब तुहानू बुला रहे हैं मैं कहा भी मैं तो उन्होंने जानता नहीं वो कौन ने कहने कि यू ना बुलाया खैर मैं गया सलाम किया क्योंकि साडे रहनुमा होए अगे जो तो उन्होंने मैनू आख्या कि भाई बहुत अच्छा आपने प्रोग्राम किया है हमारे इन काम के मुतलक आपने बताया मैं सर हजूर मैं तो तुहानू जानता ही नहीं जनाब तो ना मैनू ये पता है मैं तो कम होया वेख्या तो वो मैं दसिया वो मैं अपनी ड्यूटी समझी जी को मौलाना मौलवी साहब तशरीफ लियाउंदे ने मस्जिद च ते मुअज्जिन आंदा हय्या लस्सलाह व हय्या लल फलाह वो नमाजी कोई आवे या ना आवे ओदा काम है अजान देना ते अल्लाह ताला दा पैगाम पहुंचाना सज्जे भी ते खब्बे भी मैं कहा जनाब मैं ते इस ड्यूटी ते जाना वाह वाह ते मेरा ते कोई नहीं असल जित ते काम दी है ना जी अच्छा उदों जमाने दे विच सी जी मौसम दा हाल भी अहां दसना मंडियां दे भाव भी असां दसने खबरां भी असां दसी जी उन्हां चिर नूं पार्टीशन हो गई पार्टीशन होने तो बाद चौधरी सुल्तान अहमद सदीकी जड़े ने वो भी इत्थे पहुँच गए चौधरी नूरदीन भी दिल्ली प्रोग्राम हरियाणा करते सन जड़े वो भी पहुँच गए थे चौधरी नूरदीन ते मेरे नाल आ रहे तफैल फारूकी साहब पार्टीशन तो कुछ चेर पहला बंबई चले गए कला कला मैं रह गया मेरे नाल आके नूरदीन साहब रल पे बड़ा लायक आदमी बड़ा स्वाद आया उस्ताद उन्होंने आंदे सन क्योंकि वो हथ नाल तस्वीरां भी बहुत अच्छियां बनाउंदे सुल्तान अपना उस्ताद सुल्तान खूसट जिन्हां दा जिक्र कर रहे हो ते ओ मैं उन्हां नूं पुछया कि खूसट की तुहाडा ये लफ्ज़ की है कहण लगे एवें तखल्लुस है मैं खुलिया हर वेले इस तरह रहना दरवेश जी तबीयत दा आदमी सी बहुत अच्छा आदमी सी मैनूं बड़ी खुशी हुई कि चलो मेरे नाल ऐसा बंदा आ गया जिहड़ा मेरे नालों वध तजर्बाकार है ते मैनूं कुछ दसेगा खैर उन्हां दे आउण दी बड़ी खुशी हो गई उदों चौधरी सुल्तान अहमद जिले आए वो हरियाणे की बोली उत्थे बोलते हैं रोहतक सारे दीदे काड़ काड़ के दखे भाई का बातें करे रहा उधर दियां करते हैं गल्लां वो इत्थे काम ना चलिया इन्हां नूं फिर अहां लाता कि पंजाबी दा प्रोग्राम होना दे विच खबरां उर्दू दियां होणीआं असां कहा उर्दू साडी कौमी ज़बान है चलो ये भी आवेगी नाल उन्हां खबरां पढ़ के ते आके ते इस माहौल ते छाउण दी कोशिश कीती निरीਆਂ खबरां नाल ही जो अगों उन्हां नूं किह दस्सिया भी वो बड़ी भैड़ी शै जिहड़ी उत्थे है खैर उन्हां अपना चारा करना सी मैनूं कहणगे भैया निज़ामुद्दीन
कोई एबटाबाद जेल की खबर सी कि उत्थे दीवार बनाई जा रही है जी। कह लगा एबटाबाद जेल तो तुमने कई दफ़ा देखी होगी। मैं नहीं जनाब 2 बारी, एक बारी तो जो गुड़ ते साबन दे के आए उदों ही वेखी है उल्टी पै गई उन्हें जरा कन्न चुके। अच्छा फिर दूजे दिन खबरों के सी खबर कि हमारे मुल्क से कह लगे हमारे मुल्क से हड्डियाँ बाहर बहुत जाती हैं। मैं क्या इंशाल्लाह तुहाडियां भी बाहर एक बार वो खबर पढ़न डे कि बई माली कॉन्फ्रेंस कल हो रही है। मैं क्या जनाब फिर फिरोज माली नूं घल दिया मैं कल बड़ा हासा पिया आयो माली कॉन्फ्रेंस रुपए पैसे वाली। मैं क्या जी चलो फिर ये भी गल याद ही रह जाती है, बंदे नूं चेता भुल ही जाता। हाँ जी इस तरह कह हकूक जो है मैं क्या जनाब 3-4 ने हकूक की मैं होकिया नहीं जमा बस जिंदगी दे वेखो ना जी। रेडियो जिसले लाउंदे ने लोकी उसले सारी दुनिया तो सब तो वड्डा हमदर्द समझ के उन्होंने लाउंदे ने। सारे दिहाड़ी दे थके हुण अजकल के हिसाब नाल महंगाई दे मारे बाल बच्चे कोलों अके, किसी नूं किताबां दी तकलीफ, किसी नूं सड़क दी तकलीफ, किसी नूं रक्शे दी तकलीफ, किसी नूं किसे दी तकलीफ, ते वो रेडियो दा सुच जिसले लाउंदे ना ते असीं उन्हां नूं खुशी ते विटामिन देने आ मुੱਲ तो बगैर वो फिर उसले साडा फर्ज ये बनदा है कि सारे जहान ने तैनूं गुस्से कीता मैं तो नहीं करता है। जदों माँ भी पुत्र नूं सुट्टण चली जाती है फिर जमीन आंदी है तू मेरे कोल आ तैनूं कोई नहीं रखदा। उसले रेडियो सारी दुनिया का हमदर्द बन के सामने आउंदा। सामने रखी हमेशा गल मैं हमेशा ही जिंदगी च निजामुद्दीन जी मैं ते इसलिए हुण मलिक साहब तुहाडे नाल गल्लां कर रहे ने जी और अपनी खुशकिस्मती समझना ਤੁਸੀਂ ਉਹਨਾਂ ਚੰਦ ਆਵਾਜ਼ਾਂ ਚੋਂ ਹੈਗੇ ਹੋ ਜਿਨ੍ਹਾਂ ਨੂੰ ਸੁਣ ਕੇ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸਾਂ ਤੇ ਤੁਹਾਡੀਆਂ ਆਵਾਜ਼ਾਂ ਸੁਣੀਦੀਆਂ ਸਨ ਤੇ ਸ਼ੌਕ ਪੈਦਾ ਹੋਇਆ ਸਾਨੂੰ ਵੀ ਕਿ ਅਸੀਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਪਹੁੰਚੀਏ ਜੀ ਜੀ ਤੇ ਜਿਸ ਤਰ੍ਹਾਂ ਤੁਸੀਂ ਬੋਲਦੇ ਹੋ ਰੇਡੀਓ ਤੋਂ ਤੇ ਅਸੀਂ ਵੀ ਬੋਲੀਏ। ਮੈਂ ਤੇ ਗੁਸਤਾਖੀ ਨਹੀਂ ਮੈਨੂੰ ਬੜੀ ਖੁਸ਼ੀ ਹੈ। ਮੈਂ ਸਵਾਲ ਤੇ ਕੋਈ ਨਹੀਂ ਪੁੱਛ ਸਕਦਾ ਤੁਹਾਡੇ ਕੋਲੋਂ, ਗੁਸਤਾਖੀ ਸਮਝਾਂਗਾ ਤੁਹਾਡੇ ਕੋਲੋਂ ਕਿਸੇ ਕਿਸਮ ਦਾ ਵੀ ਕੋਈ ਸਵਾਲ ਪੁੱਛਣਾ ਨਹੀਂ ਮੇਰਾ ਬੇਟਾ। ਤੇ ਬਹਰਹਾਲ ਮੈਂ ਇੱਕ ਚੀਜ਼ ਜ਼ਰੂਰ ਪੁੱਛਣਾ ਚਾਹਨਾ ਕਿ ਤੁਹਾਡੀ ਯਾਦਾਸ਼ਤ ਜਿਹੜੀ ਹੈ ਜਿੰਨੇ ਅਰਸੇ ਤੋਂ ਮੈਂ ਤੁਹਾਨੂੰ ਜਾਣਨਾ ਜੀ ਯਾਦਾਸ਼ਤ ਤੁਹਾਡੇ ਵਰਗੀ ਮੈਂ ਪੂਰੇ ਯਕੀਨ ਨਾਲ ਕਹਿ ਸਕਣਾ ਕਿ ਮੈਂ ਨਹੀਂ ਕਿਸੇ ਬੰਦੇ ਦੇ ਹੋਰ ਦੇਖੀ। ਇਹਦੀ ਕੀ ਵਜ੍ਹਾ ਹੈ ਕੋਈ ਖਾਸ ਇਹਦੀ ਕੋਈ ਮੈਂ ਇੱਕ ਤੇ ਤੁਹਾਨੂੰ ਦੱਸਿਆ ਕਿ ਵਿਰਾਸਤ ਮੈਨੂੰ ਵਾਲਿਦ ਸਾਹਿਬ ਮਰਹੂਮ ਖੁਦਾ ਜੰਨਤ ਨਸੀਬ ਕਰੇ ਉਹਨਾਂ ਕੋਲੋਂ ਮਿਲੀ। ਦੂਸਰਾ ਮੈਂ ਈਮਾਨਦਾਰੀ ਦੀ ਗੱਲ ਤੁਹਾਨੂੰ ਆਣਾ ਕਿ ਡਾਕਟਰਾਂ ਕੋਲੋਂ ਇੱਕ ਦਿਨ ਮੈਂ ਆ ਜਿਹੜੀ ਚੈਕਿੰਗ ਕਰਾਉਣੇ ਸਰਕਾਰੀ ਬੋਰਡ ਬੈਂਦਾ ਤੇ ਉਹ ਅੰਗਰੇਜ਼ੀ ਜੀ ਕੀ ਆਂਦੇ ਨੇ ਉਹ ਡਾਕਟਰਾਂ ਜਿਹੜੇ ਵੇਖਿਆ ਤੇ ਮੈਨੂੰ ਕਹਿਣਗੇ ਜੀ ਤੁਹਾਡੀ ਉਮਰ ਕੀ ਹੈ। ਮੈਂ ਜੀ 50 ਤੋਂ ਉੱਤੇ ਹੈ ਜੀ। ਕਹਿਣਗੇ ਪਰ ਇਹ ਤੁਹਾਡੇ ਜਿਸਮ ਨੂੰ ਜਿੰਨੇ ਪੁਰਜ਼ੇ ਲੱਗੇ ਨੇ ਸਾਰੇ 10-10 ਸਾਲ ਛੋਟੀ ਉਮਰ ਦੇ। ਵਾਹ ਇਹ ਫਿਰ ਅੱਲਾ ਦੀ ਦੇਣ ਹੈ ਨਾ ਜੀ। ਇਹ ਉਹਦੀ ਕਰੀਮੀ ਆ। 13 ਸਾਲ ਮੈਂ ਪੰਜਾਬੀ ਪੜ੍ਹਦਾ ਰਿਹਾ। ਪੀਲੂ ਦਮੋਦਰ ਪੀਰ ਫਜ਼ਲ ਸ਼ਾਹ ਮੀਆਂ ਮੁਹੰਮਦ ਬੂਟਾ ਕਾਲੀ ਦਾਸ ਮੈਂ ਗੱਲ ਵਾਰਿਸ ਸ਼ਾਹ ਪੀਰ ਆਪਣਾ ਦੈਮ ਸੁਹਾਵੇ ਵਾਲਾ ਮੌਲਵੀ ਗੁਲਾਮ ਰਸੂਲ ਸਾਹਿਬ ਮੌਲਵੀ ਅਬਦੁਲ ਸਤਾਰ ਸਾਹਿਬ ਮੀਆਂ ਮੁਹੰਮਦ ਬੂਟਾ ਸਾਹਿਬ ਵਾਰਿਸ ਸ਼ਾਹ ਸਾਹਿਬ ਹੀਰਾ ਸਿੰਘ ਦਰਦ ਪੜਿਆ ਮੁਹੰਮਦੀਨ ਸੋਖਤਾ ਪੜਿਆ ਮੁਹੰਮਦੀਨ ਫਾਨੀ ਪੜਿਆ। ਮੈਂ 13 ਸਾਲ ਪੰਜਾਬੀ ਦੇ ਸ਼ੇਰ ਹੁਣ ਵੀ ਕਿਤੇ ਮੈਂ ਤੁਹਾਨੂੰ ਦੱਸਾਂ ਇੱਕ ਦਿਨ ਟੈਲੀਵਿਜ਼ਨ ਦਾ ਪ੍ਰੋਗਰਾਮ ਹੁੰਦਾ ਰਾਤ ਦਾ 2:30 ਵਜੇ ਕੇ ਰਿਕਾਰਡਿੰਗ ਹੋਣ ਲੱਗੀ ਜੀ ਤੇ ਜਿਹਨੇ ਗਾਉਣਾ ਸੀ ਉਹ ਨਾ ਆਇਆ। ਜਿਸਲੇ 2:30 ਵਜੇ ਬਾਹਰ ਮੀਂਹ ਪੈਣ ਡਿਆ ਉਹ ਮੈਨੂੰ ਕਹਿਣਗੇ ਜੀ ਹੁਣ ਗਾਉਣ ਵਾਲਾ ਕਿੱਥੋਂ ਲਿਆਈਏ। मैं कहूँ साथों ही काम लाओ लो तुसी मेरे मुंह दी गल खोल ही है। अच्छा मैं अर्ज करन लगा सा निजामुद्दीन जी कि मैं कई बारी वेख्या है जी कि तुसी मैं तानू किसे दे सामने गांदे वैसे आज तक नहीं वेख्या। नहीं मैं एक बार मैं मेरी यार सुनो ना मैं कहना की चाहना कावेज बंदे नौले पाले नाल गाउंदे आ तुसी किसे चुप करके किसे अपना गुठे लगे ना कई बारी गुनगुना रहे हुंदे हो ते मैं तानू अज दसना मैं तानू आज तक नहीं दस्या भी मेरा काम है जे मैनू पता लग जाए ताड़ी गुनगुनान दी आवाज मेरे कन्नी पै जाए ते मेरा काम है मैं अड़ोल जे जाके ते ताड़े पीछे कई बारी बैठ के तानू सुनदा रहा। मेहरबानी ते मैं तानू डिस्टर्ब नहीं कीता सुनाना जी कोई गल नहीं। मैं चाहना कि कुछ इस पासे भी जरा अपना कुछ बोलियां या कोई चीज जिहड़ी तानू को आंदी होवे कोई गा के जरा तरन्नुम दे नाल। अच्छा नहीं वो मैं करना मैं तुहानू अर्ज करना कि मैनू यकीन करियो खुदा ते कोई चीज़ याद ना। मैनू एक शेर याद आ गया कि लै पैगाम हवा सधावे ते हुक्म करे रब आली ते यूसुफ दे विच कन्न पुचावे कूक जुलीखा वाली। अच्छा यकीन करो मलिक साहब इस शेर तो बगैर मैं कसमियां कहना मैनू कोई शेर याद नहीं सी। जिसले मैं शुरू किया ना लै पैगाम हवा सधावे ते हुक्म करे रब आली ते यूसुफ दे विच कन्न पुचावे ते कूक जुलीखा वाली। 11 मिनट मैं यूसुफ जुलेखा पढ़ता रहा मैनू अगों शेर आपे तुरे हो।
कई बारी अल्लाह दी देन है जी, अल्लाह ताला दी करीम। मैं ते कहना कुछ भी नहीं हुंदा बंदा है जी जी ओ मैं ਤੁਹਾਨੂੰ ਸੁਣਾ ਦਿਆਂਗਾ ਬੋਲ ਐਸੀ ਕੋਈ ਬਾਤ ਹੀਰ ਦੇ ਹੁਣ ਅੱਜ ਗੁਸਤਾਖੀ ਕਰ ਹੀ ਲਈਏ ਤੇ ਤੁਹਾਡੇ ਕੋਲ ਸੁਣ ਹੀ ਲਈਏ ਕੁਝ। ਔਰ ਤੇਰੇ ਮਾਪਿਆਂ ਸਾਕ ਕੁਥਾਂ ਕੀਤਾ ਤੇ ਅਸੀਂ ਰੁਲਦੇ ਰਹਿ ਗਏ ਪਾਸਿਆਂ ਤੇ ਆਪ ਰੁੱਝ ਗਈਆਂ ਵਿੱਚ ਖੇਡਿਆਂ ਤੇ ਸਾਡੀ ਗੱਲ ਗਵਾਈਆਂ ਵਿੱਚ ਆਸਿਆਂ ਇਹ ਜਿਹੜਾ ਹੁੰਦਾ ਨਾ ਜੀ ਗਾਉਣਾ ਜੀ ਇਹ ਹੁੰਦੀ ਹੈ ਕਰਤ ਵਿਦਿਆ ਜਿਹੜਾ ਕੰਮ ਤੁਸੀਂ ਕਰਦੇ ਰਹੋ ਨਾ ਜੀ ਉਹ ਹੀ ਤੁਹਾਡੇ ਕੋਲੋਂ ਹੋਵੇਗਾ ਮੁਹਾਰਤ ਹੋ ਜਾਂਦੀ ਆ ਤੁਹਾਡੇ ਪੁੱਤਰ ਜਿਉਂਦੇ ਰਹਿਣ ਪੰਜਾਬੀ ਦੇ ਵਿੱਚ ਮੈਨੂੰ ਇੱਕ ਸ਼ੇਰ ਯਾਦ ਆਉਂਦਾ ਹੈ ਪੀਰ ਫਜ਼ਲ ਸ਼ਾਹ ਸਾਹਿਬ ਗੁਜਰਾਤੀ ਫਰਮਾਉਂਦੇ ਨੇ ਕਰਕੇ ਜ਼ੁਲਮ ਅਰੂਜ ਤੇ ਆਉਣ ਵਾਲੇ ਇਸ ਗੱਲ ਦਾ ਜ਼ਰਾ ਖਿਆਲ ਰੱਖੀ ਅਰੂਜ ਤੇ ਜ਼ੁਲਮ ਕਰਕੇ ਆਉਣਾ ਜਿਹੜਾ ਨਾ ਜੀ ਇਹ ਕੋਈ ਜ਼ਿੰਦਗੀ ਨਹੀਂ ਹੁੰਦੀ ਜੀ ਪਿਆਰ ਹੁੰਦਾ ਜਿਹੜਾ ਦਿਲੋਂ ਬਜਾਨੋਂ ਪਿਆ ਦੱਸਦਾ ਹੋਵੇ ਕਰਕੇ ਜ਼ੁਲਮ ਅਰੂਜ ਤੇ ਆਉਣ ਵਾਲੇ ਇਸ ਗੱਲ ਦਾ ਜ਼ਰਾ ਖਿਆਲ ਰੱਖੀ ਜਾ ਕੇ ਉਤਲੀ ਹਵਾ ਵਿੱਚ ਪਾਟ ਜਾਂਦੇ ਜਿਨ੍ਹਾਂ ਗੁੱਡਿਆਂ ਨੂੰ ਖੁੱਲੀ ਡੋਰ ਲੱਭੇ ਵਾਹ ਵਾਹ ਐਸਾ ਅਰੂਜ ਕਿਸ ਕੰਮ ਦਾ ਇਹ ਕੀ ਅਰੂਜ ਕਿਸੇ ਕੰਮ ਵਾਹ 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 ਜੀ ਵਾਹ ਨਿਜ਼ਾਮ ਦੀ ਫਰੀਦਾ ਐਸਾ ਹੋਰੋ ਜੈਸਾ ਕੱਖ ਮਸੀਤ ਤੂੰ ਸੁੱਤੋਂ ਜਾਗਦਾ ਤੇਰੀ ਡਾਢੇ ਨਾਲ ਪ੍ਰੀਤ ਤੇ ਗਰੀਬ ਨਵਾਜ਼ ਮਸੀਤ ਦੀ ਸਫ ਚ ਚੁੰਮਣ ਵਾਲੇ ਕੱਖ ਨੂੰ ਅਗਲੇ ਫੜ ਕੇ ਬਾਹਰ ਸੁੱਟ ਦਿੰਦੇ ਬਿਲਕੁਲ ਠੀਕ ਹੈ ਜੀ ਤੇ मैं हजूर देखो ना हजूर सरवर कायनात दी हदीस है एक जगह आप फरमाते ने वो कौमें तबाह हो गई जिन्होंने इंसानों के लिए कानून बदल दिए है जी कुदरत दा कानून तो इको ही कानून जेड़ा शख्स तब्दीली करेगा वो मारे जाएगा इस करके दुनिया दे विच तकब्बर और गुरूर दे मुतल्लिक हवावां फरमाते ने बुजुर्ग फरमाते ने कि ऊंचे सर से मत चलो जी हवाएं तुम्हें गिराने के लिए चलने लगेंगी है जी ये जिंदगी बाबा बुल्ला फरमाते ने बड़ा कहावण ते बड़ा दुख पावण मैं बड़ा कहा के भुली ते बड़े ऊठ मर जांदे पाले ना कोठा ना कुल्ली ते बड़े बड़े रुख डिगदे ने जद पौण हनेरी चुल्ली ते बुल्लिया रब तो तिन्ने ही मंग लै कुल्ली गुल्ली जुल्ली रोटी कपड़ा मकान तिन्ने ही तुहाडियां जरूरतां है जी ते ये वेखो ना सीना साफ ना होवे मिलिया फकीर दे ते मुराद हासिल ना होवे मिलिया पीर दे बेली कम ना आवे विच भीड़ दे फरीदा फिर रोड दे ना तिन्ना नू विच वांदे नीर दे फिर की करना ही फिर बुल्ले नालों चुल्हा चंगा जिथे तौण पकाई दी है जी मैं 15-16 दिन चाचना शरीफ जज्जा बासियां खानपुर तो हजरत ख्वाजा गुलाम फरीद साहब दे दरबार ते जाके 15-16 दिन रहा जी मैनू बड़ा शौक सी कि वो बोली जिन्हों बोलन लगे मना अरे कित्थां पे वेंदे हो मैं कोई गाल तां दसो सही तो एडी औखी जबान च दर्द किवें बाबे ने भरिया ख्वाजा गुलाम फरीद ने है जी जानी रात रह पो इत्थां गाली करे सू विसरी विहानी तैकू सारी सुने सू जानी रात रह पो सांगा खुदाई है वल ना आसी मंडी जिंदड़ी फराई है मैं सेवन शरीफ दरबार ते गया उत्थे मैं एक बोल वेख्या अचे हाजर हुसैनन थी कलंदर लाल मलवंदी हजूर कलंदर लाल मलवंदी दी बड़ी तारीफ की थी उत्थे मैं काफ़ी सुनी शाह अब्दुल लतीफ पटाई साहब दी तो वो काफ़ी दे बोल सन होएड़ो जुल्म जोरावर यार न कर पहले प्यार दही मुखेदार न कर मैं गरीब हाँ के ना वणा तू जो देश लम्मे दुश्मन भी घना अरबाब विचारो तुल्ला यार मरे तो बिन सैत सजन तो बिन सैत सजन तो बिन के न सरे इकरार बही इनकार न कर होएड़ो जुल्म जोरावर यार न कर बाबियां दियां बोलियां हैं आपो अपनियां जी पीर फजल शाह साहब जेडे सन नवे कोट वाले पीर फजल शाह साहब नवे कोट दे सन आपने जिन्होंने सोहनी महीवाल ते ससीपू नूं लिखिया आप दा दोस्त सी कुमरदीन सुनियारा आपने आख्या तू ए सुनियारा मेरी सुन यारा तू ए सुनियारा मेरी सुन यारा उमर दीन आहा उमर दीन दे विच गुजार बेली वाह 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 आप छत्ते बाजार च पे फिरन ते गुजरी एक माई को बीबी कन्नी पे लाचे दी खरीदे ते कन्नी लाचे दी बड़ी सोहनी ते वो बीबी भी खुश शक्ल
ਤੇ ਆਪ ਦੇ ਉਸਲੇ ਤਬਾ 'ਚ ਸ਼ੇਰ ਆਇਆ, ਫਰਮਾਉਂਦੇ ਨੇ ਕੰਨੀ ਬਹੁਤ ਅੱਛੀ ਕੰਨੀ ਕੁਝ ਨਹੀਂ, ਕੰਨੀ ਹੋਵੇ ਮੈਂ ਲਵਾਂ ਖਰੀਦ ਕੰਨੀ। ਵਾਹ ਜੀ ਵਾਹ ਵਾਹ ਵਾਹ, ਕੀ ਤਕਰਾਰ ਹੈ ਮਾਸ਼ਾਅੱਲਾ। ਕੰਨੀ ਬਹੁਤ ਅੱਛੀ ਕੰਨੀ ਕੁਝ ਨਹੀਂ, ਕੰਨੀ ਹੋਵੇ ਮੈਂ ਲਵਾਂ ਖਰੀਦ ਕੰਨੀ, ਤੇ ਕੰਨੀ ਵਾਲੀਆਂ ਦੀ ਕੰਨੀ ਕੱਢ ਦੇਣਾ। ਵਾਹ ਵਾਹ ਵਾਹ, ਜਾਂਦੇ ਅਕਲ ਵਾਲੇ ਕਤਰਾ ਕੰਨੀ। ਵਾਹ ਜੀ ਵਾਹ, ਪੰਜਾਬੀ ਜ਼ੁਬਾਨ ਇਹ ਜੇ ਵੇਖੋ ਇਹਦੇ ਚ ਕੀ ਮਾਲ ਪੜਿਆ। ਫਰਮਾਉਂਦੇ ਨੇ ਵਲੀ ਵਲ ਕਢਾ ਕੇ ਵੱਲ ਹੋ ਗਏ, ਵਲੀ ਵਲ ਕਢਾ ਕੇ ਵੱਲ ਹੋ ਗਏ, ਤੂੰ ਕੋ ਵੱਲ ਅੰਦਰ ਪਾਇਆ ਵੱਲ ਯਾਰਾ, ਵਲੀ ਵੱਲ ਕਰ ਸਣ ਜਦੋਂ ਵੱਲ ਹੋ ਸਣ, ਨਾਲ ਵੱਲ ਕੱਢ ਸਣ ਤੇਰੇ ਵੱਲ। ਵਾਹ ਜੀ ਵਾਹ ਵਾਹ ਨਿਜ਼ਾਮਦੀਨ ਜੀ, ਸੁਭਾਨ ਅੱਲਾਹ, ਕੀ ਬਾਤ। ਲੋ ਜੀ ਆਪਣੇ ਅਹਿਮਦ ਰਜ਼ਾ ਸਾਹਿਬ, ਤੁਸੀਂ ਇਹਨਾਂ ਨੂੰ ਪੁੱਛਿਆ ਸੀ ਕਿ ਯਾਦਾਸ਼ਤ ਤੱਕ ਤਾਲੁਕ ਹੈ, ਉਹਦਾ ਇਹਨਾਂ ਨੇ ਹੁਣੀ ਕੁਝ ਦੱਸ ਦਿੱਤਾ। ਹਾਂ ਦੇਖ ਲਓ ਕਿੰਨਾ ਕੁਝ ਯਾਦ ਹੈ, ਕਿੰਨੀ ਮਿਹਨਤ ਵੀ ਕਰਨੀ ਪਈ ਨਾਲ, ਕਿੰਨੀ ਮਿਹਨਤ ਵੀ ਕਰਨੀ। ਨਿਜ਼ਾਮਦੀਨ ਜੀ ਇਹ ਤੇ ਸੀ ਨਾ ਕਿਤਾਬੀ ਇਲਮ, ਜੀ ਜੀ, ਜਿਹੜਾ ਸੋ ਪੜਿਆ ਤੇ ਉਹ ਸਾਰੀ ਜ਼ਿੰਦਗੀ ਵਰਤਿਆ। ਠੀਕ ਹੈ ਜੀ। ਇਹਦੇ ਇਲਾਵਾ ਜਿੰਨਾ ਪੰਜਾਬ ਭਰ ਦਾ ਇਲਾਕਾ, ਬਲਕਿ ਮੈਂ ਕਹਿੰਦਾ ਪੂਰਾ ਪਾਕਿਸਤਾਨ ਜੀ, ਅੱਲਾਹ ਤਾਲਾ ਦੀ ਮਿਹਰਬਾਨੀ, ਫਿਰ ਟੁਰ ਕੇ ਵੀ ਤੁਸੀਂ ਬਹੁਤ ਕੁਝ ਵੇਖਿਆ। ਜੀ ਮੈਂ ਆਜ਼ਾਦ ਕਸ਼ਮੀਰ ਦੀਆਂ ਕੰਧਾਂ ਤੋਂ ਲੈ ਕੇ ਚਾਚਣਾ ਸ਼ਰੀਫ ਕੋਟ ਮਿੱਠਣ ਤੱਕ ਪੈਦਲ ਫਿਰ ਕੇ ਸਾਰਾ ਮੁਲਕ ਵੇਖਿਆ ਖੁਦਾ ਦੇ ਫਜ਼ਲ ਕਰਮ ਨਾਲ। ਇਸ ਸਿਲਸਿਲੇ 'ਚ ਮੈਂ 62,000 ਮੀਲ ਸਫ਼ਰ ਕੀਤਾ। ਬਹੁਤ ਖੂਬ। ਦੇਖੋ ਜੀ ਮੀਆਂ ਸਾਹਿਬ ਫਰਮਾਉਂਦੇ ਨੇ, ਮੀਆਂ ਮੁਹੰਮਦ ਸਾਹਿਬ ਖੜੀ ਸ਼ਰੀਫ ਵਾਲੇ, ਆਪ ਫਰਮਾਉਂਦੇ ਨੇ ਨੀ ਰੇਤ, ਮੁਖਾਤਬ ਰੇਤ ਨੂੰ ਫਰਮਾਉਂਦੇ ਨੇ, ਨੀ ਰੇਤ ਵਜੂਦ ਤੇਰੇ ਵਿੱਚ ਸੋਨਾ ਤੇ ਤੈਨੂੰ ਖਬਰ ਨਾ ਆਵੇ। ਵਾਹ ਵਾਹ ਵਾਹ। ਤੇ ਹੰਝੂਆਂ ਦਾ ਪਾਣੀ ਘੱਟ ਧੋਵੇਂ ਤੇ ਰੇਤ ਮਿੱਟੀ ਰੁੜ ਜਾਏ, ਫਿਰ ਖਾਲਸ ਸੋਨਾ ਰਹਿ ਜਾਏ। ਰੋਣ ਨੂੰ ਇਬਾਦਤ ਫਰਮਾਈ ਆਪ ਨੇ, ਹੈ ਜੀ। ਰੱਸੀ ਸੁੱਟਣੀ ਆ ਕਾਨੇ ਤੇ, ਆਪਣਾ ਨਾ ਦਿਲ ਮੁੜਿਆ ਕਿਹੜਾ ਜ਼ੋਰ ਬੇਗਾਨੇ ਤੇ। ਵਾਹ ਜੀ ਵਾਹ, ਸਾਡੇ ਬੋਲਾਂ ਦਿਲ ਦੀ ਗੱਲ ਹੈ। ਵਾਹ, ਸਾਡੇ ਬੋਲਾਂ 'ਚ ਬੜਾ ਵੱਡਾ ਉਲਾਮਾ ਹੈ। ਬਿਮਾਰੀ ਤਸਵਰ ਕੀਤੀ ਗਈ ਆ, ਖੁਦਾ ਦੀ ਲਓ ਲੱਗ ਜਾਏ, ਖੱਟ ਕੇ ਲਿਆਂਦੀਆਂ ਦਾਖਾਂ ਵੇ ਕਿਤੇ ਤੇਰਾ ਨਿਉ ਲੱਗ ਜਾਏ, ਮੈਂ ਤੈਨੂੰ ਹੋਰ ਮੰਦਿਆਂ ਕੀ ਆਖ। ਵਾਹ ਵਾਹ। ਇੱਕ ਬੋਲ ਮੈਨੂੰ ਯਾਦ ਨਾ ਆਵੇ, ਪੱਤਣਾ ਨੂੰ ਲਾ ਦੇ ਬੇੜੀਆਂ, ਮੈਂ ਬੋਲ ਲਿਖਾਂ ਪਿਆ, ਮੈਨੂੰ ਯਾਦ ਨਾ ਆਵੇ। ਇਸ ਸਿਲਸਿਲੇ 'ਚ ਮੈਂ ਜਲੰਧਰ ਗਿਆ, ਜਲੰਧਰ ਤੋਂ ਅੱਗੇ ਜਾ ਕੇ ਜਮਸ਼ੇਰਾ ਖਾਦ ਇੱਕ ਰੇਲਵੇ ਸਟੇਸ਼ਨ ਹੈ, ਉੱਥੇ ਉਤਰਿਆ। ਉੱਥੋਂ ਉਤਰ ਕੇ ਰਾਹ ਪਿਆ ਜੰਡਿਆਲੇ ਸਮਰਾਲੇ ਦੇ ਰਾਹ, ਥਾਬੜ ਕੇ ਆਂਦੇ ਰਾਹ ਪੈ ਗਿਆ। ਅੱਗੇ ਮੈਂ ਰਾਹ ਗਿਆ ਤੇ ਬੜੀਆਂ ਮਕਈਆਂ ਨੇ ਤੱਤ ਚੁੱਕੀ। ਜਿਲੇ ਮੈਂ ਗਿਆ ਤੇ ਅੱਗੇ ਇੱਕ ਬੁਰੜਾ ਜਿਹਾ ਸਿੱਖ ਤੇ ਖੂਹ ਪਿਆ ਵਾਵੇ ਤੇ ਹੁੱਕਾ ਪਿਆ ਪੀਏ। ਹੁੱਕਾ ਉਧਰ ਪੀਂਦੇ ਨੇ ਮਾਲਵੇ 'ਚ ਦੁਆਬੇ 'ਚ ਬੜਾ। ਅੱਛਾ। ਹੁੱਕਾ ਉਹਦੇ ਹੱਥ 'ਚ, ਬਿਸ਼ਨ ਸੋਹ ਦਾ ਨਾਂ। ਮੈਂ ਔਲੂ ਤੋਂ ਨਸਾਰ ਤੋਂ ਪਾਣੀ ਪੀਤਾ 2 ਘੁੱਟ ਤੇ ਮੈਂ ਬਹਿ ਗਿਆ ਉੱਥੇ। ਮੈਂ ਆਖਿਆ ਇਹਦੇ ਅੰਦਰ ਉਹ ਬੁੱਢਾ ਮੋਇਆ ਹੈ ਜਿਹਨੇ ਮੈਨੂੰ ਬੋਲ ਦੱਸਣਾ। ਅੱਛਾ। ਉਸ ਬੁੱਢੜੇ ਨੂੰ ਮੈਂ ਕੋਈ 40 ਮੈਂ ਕਿਹਾ ਕਿਤੇ ਟੱਕਰੇ ਤੇ ਹਾਲ ਸੁਣਾਵਾਂ, ਵੇ ਦੁੱਖਾਂ ਵਿੱਚ ਜਿੰਦ ਰੁਲ ਗਈ, ਵੇ ਨਾਰੋ ਮੁਹੰਮਦ ਸ਼ਫੀ ਵੇ ਤੇਰੇ ਮਾਮਿਆਂ ਦੇ ਬਾਗ ਬਤੇਰੇ, ਹੈ ਚੰਗੇ ਥੰਮੀਆਂ ਦੇ ਨਾਲ ਪਰਾਂਦੇ ਜਿਨ੍ਹਾਂ ਦੇ ਰਾਤੀ ਯਾਰ ਟੁਰ ਗਏ, ਹੈ ਵੇ ਬਾਪੂ ਤੂੰ ਤੇ ਹੋ ਗਿਓ ਦਮਾਂ ਦਾ ਲੋਭੀ, ਵੇ ਜੋੜੀ ਨਾ ਰਲਾਈ ਬਾਬਲਾ। ਨਾਲ ਹੀ ਚੱਲਣ ਦੱਸਦੀ ਹੈ ਧੀ, ਆਂਦੀ ਆ ਮੁੰਡਾ ਰੋਈ ਤੇ ਕਿੱਕਰ ਤੋਂ ਕਾਲਾ ਪਰ ਬਾਪੂ ਦੇ ਪਸੰਦ ਆ। ਮੈਂ ਉਹਨੂੰ ਬੋਲ ਸੁਣਾ ਕੇ ਤੇ ਬਿਲਕੁਲ ਉਹਦੇ ਅੰਦਰ ਜਿਹੜਾ ਮਰ ਚੁੱਕਾ ਸੀ ਨਾ ਗੱਭਰੂ ਨੂੰ ਜਵਾ ਲਿਆ, ਜੋ ਆ ਕੇ ਤੇ ਉਸੇ ਤਰ੍ਹਾਂ ਫੜਾ ਕੇ ਸੋਟਾ ਮੈਂ ਮਰਸਿਆ ਨੂੰ ਤੋੜ ਲਿਆ। ਫਿਰ ਮੈਂ ਆਖਿਆ ਪੱਤਣਾ ਨੂੰ ਲਾ ਦੇ ਬੇੜੀਆਂ, ਆਖ ਲੰਗਾ ਜੱਟੀ ਹੀਰ ਨੇ ਸਿਆਲ ਨਹੀਂ ਜਾਣਾ। ਆਖਿਆ ਤੂੰ ਕਿਆ ਬੁਲਵਾਇਆ ਲਿਆਂਦਾ ਤੱਤੇ ਲੋਹੇ ਦੇ ਉੱਤੇ। ਫਿਰ ਮੈਂ ਥੋੜਾ ਜਿਹੜੇ ਗਰਮ ਹੋਇਆ ਨਾ ਲੋਹਾ, ਮੈਂ ਆਖਿਆ ਹੁਣ ਜਿਹੜੀ ਸ਼ੈ ਬਣਾਈ ਬਣੇਗੀ। ਮੈਂ ਆਖਿਆ ਪੱਤਣਾ ਨੂੰ ਲਾ ਦੇ ਬੇੜੀਆਂ, ਆਖ ਲੰਗਾ ਜੱਟੀ ਹੀਰ ਨੇ ਸਵਾਲ ਨਹੀਂ ਜਾਣਾ, ਸਿਆਲ ਨਹੀਂ ਜਾਣਾ। ਹੈ ਵੇਖੋ ਨਾ ਜੀ, ਮੈਂ ਤੁਹਾਨੂੰ ਇਹ ਕੁੰਡ ਕੱਢ ਲੈ, ਪੱਤਣ ਤੇ ਖੜੀਏ ਨਹੀਂ, ਪਾਣੀਆਂ ਨੂੰ ਅੱਗ ਲੱਗ ਜਾਓ। ਆਹਾ ਵਾਹ ਜੀ ਵਾਹ, क्या तशबीह है, क्या बात है ना। क्या बात। ਪੱਤਣਾ ਨੂੰ ਲਾ ਦੇ ਬੇੜੀਆਂ ਕਿ ਜੱਟੀ ਹੀਰ ਨੇ ਸਿਆਲੀ ਜਾਣਾ। ਕਹਿੰਦੀ ਆ ਮੋਤੀਆਂ ਦੀ ਚੋਗ ਮੁੱਕ ਗਈ, ਖਾਣੇ ਪੈ ਗਏ ਵੇ ਕਲਰ ਦੇ ਰੋੜੇ। ਹੈ ਜੀ ਖਜ਼ਾਨਾ ਨੇ ਜੀ ਆਪਣੇ ਨਿਜ਼ਾਮਦੀਨ ਭਾਜੀ, ਐਵੇਂ ਤੁਹਾਡੀ ਮਿਹਰਬਾਨੀ ਹੈ ਭਰਾਵਾਂ ਦੀਆਂ। ਇੱਕ ਚੀਜ਼ ਜਿਹੜੀ ਹੋਰ ਜਰਾ ਦੱਸਣਾ ਤੁਸੀਂ ਚਾਹੋਗੇ ਤੇ ਅਸੀਂ ਪਸੰਦ ਕਰਨਾ ਕੁਝ ਪਤਾ ਲੱਗੇ, ਉਹ ਇਹ ਵੇ ਕਿ ਤੁਹਾਡੀ ਜਿਹੜੀ ਨਸ਼ਰੀ ਜ਼ਿੰਦਗੀ ਹੈ ਜੀ, ਉਹਦੇ ਵਿੱਚ ਜਿਸ ਤਰ੍ਹਾਂ ਪਾਕਿਸਤਾਨ ਜਿਹੜੇ ਬਣਿਆ ਤੇ ਇੱਕ ਬੜਾ ਖਾਸ ਇੱਕ ਵਕਤ ਆਇਆ ਸੀ ਜੀ। ਇਸ ਤਰ੍ਹਾਂ ਉਹਦੇ ਬਾਅਦ ਪਾਕਿਸਤਾਨ ਬਣਨ ਦੇ ਬਾਅਦ ਵੀ ਬਹੁਤ ਸਾਰੇ ਐਸੇ ਮੌਕੇ ਆਏ ਨੇ ਜੀ। ਸਨ 65 ਦਾ ਬੜਾ ਮੁਸ਼ਕਿਲ ਵਕਤ ਆਇਆ, ਜਿਸਲੇ ਮੇਰੀ ਜ਼ਿੰਦਗੀ 'ਚ ਸਨ 47 ਦਾ ਇੰਨਾ ਔਖਾ ਵਕਤ ਸੀ ਜਿਹਦੀ ਇੰਤਹਾ ਕੋਈ ਨਹੀਂ, ਕਿ 2 ਬੰਦੇ ਰੇਡੀਓ ਤੇ ਸਿਰਫ ਮੈਂ ਵੇਖੇ ਸਾਰੀ ਰਾਤ। ਨਿਆਜ਼ ਹੁਸੈਨ ਸ਼ਾਮੀ ਖੁਦਾ ਜੰਨਤ ਨਸੀਬ ਕਰੇ ਤੇ ਮੈਂ ਤੇ ਹਮਦਾਨੀ ਸਾਹਿਬ, 3 ਬੰਦੇ ਬੈਠੇ ਆ ਰੇਡੀਓ ਸਟੇਸ਼ਨ ਤੇ। ਕਤਲੋ ਖੂਨ ਹੋ ਰਹੇ ਨੇ, ਗਾਰਤਾਂ ਹੋ ਰਹੀਆਂ, ਲੜਾਈਆਂ, ਅੱਗਾਂ ਲੱਗ ਰਹੀਆਂ, ਅਸੀਂ ਆਏ। ਮੈਨੂੰ ਹੁਣ ਤੱਕ ਯਾਦ ਹੈ ਕਿ ਬਿਲਕੁਲ ਮੇਰੇ ਅੰਦਰ ਕੋਈ ਪਰਵਾਹ ਨਹੀਂ ਸੀ ਹੁੰਦੀ, ਇਸ ਕਰਕੇ ਕਿ ਉਹ ਇਹ ਮਰਾਸੀ ਤੁਰਿਆ ਜਾਏ ਤੇ ਉਹਨੂੰ ਕਹਿਣਗੇ ਦਾਦਾ ਨਾ ਜਾਈ ਬਈ, ਰਾਤ ਨੂੰ ਚੋਰ ਪੈਂਦੇ ਆ। ਉਹਨੇ ਆਖਿਆ ਕੁਝ ਕੋਲ ਹੋਵੇ ਤੇ ਖੋਹਦੇ ਨੇ ਕਿ ਕਾਗਜ਼ ਕਰਾ ਲੈਂਦੇ ਨੇ। ਆਪਣਾ ਕੀ ਸੀ। ਮੈਂ ਕਿਹਾ ਜਿੱਥੇ ਗੱਲ ਬਣੀ, ਬੜੇ ਜ਼ਮਾਨੇ ਆਏ, ਮਾਰਸ਼ਲ ਲਾ ਲੱਗੀਆਂ,
वक्त वेखे वो भी सन 65 ਦੇ ਵੇਖੇ ਜੰਗ। ਉਸ ਵੇਲੇ ਜੋ ਜ਼ਿੰਦਗੀ ਦੇ ਵਿੱਚ ਮੇਰੇ 'ਚ ਜਜ਼ਬਾ ਪੈਦਾ ਹੋਇਆ ਨਾ ਜੀ सन 65 'ਚ, ਉਹ ਬੜੀ ਮੁਸ਼ਕਲ ਵਾਲੀ ਬਾਤ ਹੈ ਕਿ ਫਿਰ ਪੈਦਾ ਹੋਵੇ। ਮੈਂ ਨਾ ਉਮੈਦ ਨਹੀਂ ਹੁੰਦਾ, ਮੈਂ ਨਾ ਉਮੈਦ ਨਹੀਂ ਹੁੰਦਾ। ਉਹ ਹੀ ਮੇਰੇ ਕੋਲ ਸਾਰਾ ਕੁਝ ਖੁਦਾ ਦੀ ਮਿਹਰਬਾਨੀ ਆ, ਲੇਕਿਨ ਉਹ ਬੜਾ ਇਮਤਿਹਾਨ ਦਿੱਤਾ ਸੀ ਜਿਹਦੇ 'ਚੋਂ ਬੜੇ ਸੁਰਖਰੂ ਹੋ ਕੇ ਨਿਕਲੇ ਆ। ਔਰ ਅੱਜ ਹੁਣ ਜ਼ਿੰਦਗੀ ਦਾ ਇਸ ਵੇਲੇ ਜਿਹੜਾ ਹੈ ਨਾ ਜੀ, ਸਭ ਤੋਂ ਜ਼ਿਆਦਾ ਮੁਲਕ ਨੇ ਕੰਮ ਜਿਹੜਾ ਕੀਤਾ सन 71 ਤੋਂ ਬਾਅਦ ਕੀਤਾ ਕੰਮ ਜੀ। ਮੈਂ ਹਕੀਕਤ ਦੱਸਣਾ ਉਹਦੀ ਉਸ ਕਰਕੇ ਕਿ ਸਭ ਤੋਂ ਬੜਾ ਵਸਫ ਜਿਹੜਾ ਸੀ ਨਾ ਉਹ ਇਹ ਸੀ ਕਿ ਤਮੀਜ਼ ਮਿਟਾ ਦਿੱਤੀ ਗਈ ਕੱਪੜੇ ਦੀ, ਕਿ ਫਲਾਣੇ ਨੇ ਰੇਸ਼ਮੀ ਕੱਪੜੇ ਪਾਏ ਨੇ, ਫਲਾਣੇ ਨੇ ਸੂਤੀ ਪਾਏ ਨੇ, ਫਲਾਣਾ ਕੰਮ ਕਰਦਾ ਹੈ, ਫਲਾਣਾ ਕੂੜਾ ਚੁੱਕਦਾ, ਫਲਾਣਾ ਗੱਡ ਜੋਂਦਾ। ਇਹ ਜਿਹੜਾ ਤਫਰਕਾ ਸੀ ਨਾ ਸਾਡੇ ਵਿੱਚ, ਉਹ ਬਿਲਕੁਲ ਵਿੱਚੋਂ ਨਿਕਲ ਗਿਆ ਤੇ ਉਹ ਕੁੱਲੋ ਮੁਮਨ ਅਖਵਤੁਨ ਵਾਲਾ ਜਜ਼ਬਾ ਪੈਦਾ ਹੋ ਗਿਆ ਕਿ ਜੇ ਰਾਸ਼ਨ ਖਾਂਦੇ ਆ ਤੇ ਸਾਰੇ ਇਕੱਠੇ ਹੀ ਰਲ ਕੇ ਖਾਂਦੇ ਆ। ਆਵਾਮੀ ਹਕੂਮਤ ਬਿਲਕੁਲ ਹੀ ਇਸ ਤਰ੍ਹਾਂ ਕੀਤਾ ਜੀ ਕੋਈ ਆਵਾਮੀ ਗੱਡੀ ਹੁੰਦੀ ਹੈ। ਪੰਜਾਬ ਦੇ ਵਿੱਚ ਇਹ ਬਹੁਤ ਬੜਾ ਕਾਰਨਾਮਾ ਹੈ। 18 ਲੱਖ ਕੁਨਬਾ ਇਸ ਵੇਲੇ ਮੁਲਕ ਦਾ ਤੇ ਬਹੁਤ ਜ਼ਿਆਦਾ 18 ਲੱਖ ਕੁਨਬਾ ਐਸਾ ਜਿਹਦੇ ਕੋਈ ਘਰ ਨਹੀਂ ਹੈ ਜੀ, ਤੇ ਹਕੂਮਤ ਨੇ ਕਾਰਨਾਮਾ ਕੀਤਾ, 5-5 ਮਰਲੇ ਸਾਰਿਆਂ ਨੂੰ ਦਿੱਤਾ। ਅੱਜ ਜ਼ਮਾਨੇ ਦੇ ਵਿੱਚ ਬੈਨੁਲ ਅਕਵਾਮੀ ਕਣਕ ਦਾ ਭਾਅ 60-65 ਰੁਪਏ ਮਣ ਤੋੜੀ ਹੋ ਗਿਆ। ਏਡੀ ਖੁਦਾ ਦੀ ਮਿਹਰਬਾਨੀ ਹੈ, ਸਾਡੇ 36 ਰੁਪਏ ਮਣ। ਇਹ ਤੇ ਹੁਣ ਤੁਹਾਡਾ ਆਪਣਾ ਕੰਮ ਹੈ ਨਾ ਜੀ ਕਿ ਤੁਸੀਂ ਰਿਵਾਲਵਰ ਤੇ ਖਰੀਦ ਕੇ ਲਿਆਂਦਾ ਜੀ, ਹਥਿਆਰ ਲਿਆਂਦਾ ਆਪਣੀ ਹਿਫਾਜ਼ਤ ਵਾਸਤੇ, ਕੋਈ ਜੰਗਲੀ ਜਾਨਵਰ, ਕੋਈ ਚੋਰ ਚਕਾਰ, ਕੋਈ ਔਖਾ ਭਾਰਾ, ਤੇ ਜਦੋਂ ਕਦੀ ਆਪਣੇ ਤੇ ਇਸਤੇਮਾਲ ਕਰੋ ਉਹਨੇ ਕਿਹੜਾ ਇਨਕਾਰ ਕਰ ਦੇਣਾ ਨਾ। ਮੈਂ ਗੱਲ ਕਰਨਾ ਭਾਵੇਂ ਤੁਸੀਂ 20,000 ਦਾ ਹਥਿਆਰ ਲਿਆਓ ਜਿਹੜੇ ਪੁੜਪੁੜੀ ਤੇ ਰੱਖਿਆ ਗਿਆ, ਇਹ ਤੁਹਾਡੇ ਆਪਣੇ ਇਸਤੇਮਾਲ ਦੀ ਗੱਲ ਹੈ ਜੀ। ਨਿਜ਼ਾਮਦੀਨ ਜੀ ਤੁਸੀਂ ਉਹ ਜੰਗ 65 ਦਾ ਜ਼ਿਕਰ ਕਰਦੇ ਸੋ, ਤਾਂ ਉਸ ਜ਼ਮਾਨੇ 'ਚ ਤੁਹਾਡੀਆਂ ਗੱਲਾਂ ਜਿਹੜੀਆਂ ਨਾ ਜੀ ਉਹ ਬੜੀਆਂ ਯਾਦਗਾਰ ਸਮਝੀਆਂ ਜਾਂਦੀਆਂ ਨੇ। ਬੜਾ ਅੱਲਾਹ ਤਾਲਾ ਦਾ ਉਹਨਾਂ ਦੇ ਵਿੱਚੋਂ ਕੋਈ ਤੁਹਾਨੂੰ ਗੱਲ ਕੋਈ ਯਾਦ ਹੋਵੇ ਜੀ? ਮੈਨੂੰ ਤੇ ਜੀ ਉਹ ਇੰਝ ਗੱਲਾਂ ਯਾਦ ਨੇ ਜੀ, ਕੋਈ ਸੀਨੇ ਤੇ ਲਿਖੀਆਂ ਹੁੰਦੀਆਂ ਨੇ। ਉਸ ਵੇਲੇ ਪੋਜੀਸ਼ਨ ਇਹ ਸੀ ਕਿ ਮੈਂ ਰੇਡੀਓ ਤੇ ਬੋਲਦਾ ਸਾਂ ਤੇ ਮੈਂ ਗੌਰਮੈਂਟ ਨਾਲ ਆਪਣੇ ਮਹਿਕਮੇ ਨਾਲ ਝਗੜ ਪੈਂਦਾ ਹਾਂ ਕਿ ਮੈਨੂੰ ਵਕਤ ਹੋਰ ਦਿਓ, ਮੈਂ ਨਹੀਂ ਜਾਣਾ ਅਜੇ, ਅੱਛਾ ਮੈਨੂੰ ਛੱਡੋ, ਮੈਂ ਨਹੀਂ। ਮੈਂ ਕਰਦਾ ਐ ਸਾਂ ਕਿ ਗਰਮੀਆਂ ਦੇ ਜੇ ਦਿਨ ਸਨ, ਸਤੰਬਰ ਦਾ ਮਹੀਨਾ ਸੀ ਤੇ ਬੂਸ਼ਰਟ ਸੀ ਮੇਰੀ ਆਪਣਾ ਖੀਸਿਆਂ ਵਾਲੀ, ਇੱਕ 'ਚ ਮੈਂ ਸਿਗਰਟ ਪਾ ਲੈਣੇ, ਇੱਕ 'ਚ ਰਿਓੜੀਆਂ ਫੁੱਲੀਆਂ ਮੁਰਮਰਾ ਇਹ ਉਹ ਭਰ ਲੈਣਾ ਤੇ ਰਿਵਾਲਵਰ ਪਾਉਣਾ ਗਲ ਤੇ ਸਕੂਟਰ ਲੈ ਕੇ ਘਰੋਂ ਨਿਕਲ ਜਾਣਾ। ਕਦੀ ਮੈਂ ਲੁਲਿਆਣੀ ਆ, ਕਦੀ ਮੈਂ ਹੁਸੈਨੀ ਵਾਲੇ ਆ, ਕਦੀ ਮੈਂ ਛੰਭ ਜੌੜੀਆਂ ਫਿਰਨਾ, ਕਦੀ ਮੈਂ ਸਿਆਲਕੋਟ ਚਵਿੰਡੇ ਮੋਰਚਿਆਂ ਦੇ ਵਿੱਚ ਬੈਠਾ ਤੇ ਸ਼ਾਮ ਨੂੰ ਆ ਕੇ ਪ੍ਰੋਗਰਾਮ ਕਰਨਾ। ਮੈਂ ਰੇਡੀਓ ਦੇ ਉੱਤੇ ਜ਼ਿੰਦਗੀ 'ਚ ਪਹਿਲੀ ਵਾਰੀ ਮੈਂ ਕਿਹਾ, ਮੈਨੂੰ ਸਹੁੰ ਦੁੱਧ ਪੁੱਤ ਦੀ ਸਹੁੰ ਖਾਦੀ ਸੀ। ਮੈਂ ਕਿਹਾ ਕੋਈ ਸਾਰੇ ਭਾਰਤ 'ਚੋਂ ਨਿਕਲ ਕੇ ਰੇਡੀਓ ਤੇ ਆ ਕੇ ਦੁੱਧ ਪੁੱਤਰ ਦੀ ਸਹੁੰ ਖਾਵੇ ਕਿ ਮੈਂ ਜੋ ਕਹਾਂਗਾ ਸੱਚ ਕਹਾਂਗਾ। ਔਰ ਮੈਂ ਅੱਲਾ ਦੇ ਫਜ਼ਲੋ ਕਰਮ ਨਾਲ ਹਰ ਇੱਕ ਚੀਜ਼ ਮਲਕ ਸਾਹਿਬ ਆਪਣੀਆਂ ਅੱਖਾਂ ਨਾਲ ਵੇਖੀ ਆ। ਉਸ ਵੇਲੇ ਜੋ ਜਜ਼ਬਾ ਸੀ ਨਾ, ਯਾਨੀ ਤੁਸੀਂ ਸੁਣ ਕੇ ਹੈਰਾਨ ਹੋਗੇ ਕਿ 17 ਦਿਨ ਲਾਹੌਰ ਦੀ ਤਾਰੀਖ 'ਚ ਜੇਬ ਤਰਾਸ਼ੀ, ਚੋਰੀ, ਲੜਾਈ, ਅਗਵਾ, ਬੁਰੇ ਕਿਸੇ ਹੋਰ ਗੱਲ ਦਾ ਪਰਚਾ ਹੀ ਨਹੀਂ ਹੋਇਆ। ਯਾਨੀ ਮਿਸਾਲ ਨਹੀਂ ਮਿਲਦੀ 27 ਸਾਲ ਦੀ ਕਿ 17 ਦਿਨ ਪਰਚਾ ਨਹੀਂ ਹੋਇਆ ਹੈ ਜੀ। ਤੇ ਇਹ ਜਜ਼ਬਾ ਜਿਹੜਾ ਨਾ ਅੱਜ ਵੀ ਉਸੇ ਤਰ੍ਹਾਂ ਕੌਮ 'ਚ ਮੌਜੂਦ ਹੁੰਦਾ, ਅੱਜ ਵੀ ਉਸੇ ਤਰ੍ਹਾਂ ਕੌਮ 'ਚ ਮੌਜੂਦ ਆ। ਸਿਰਫ ਇਹ ਆ ਕਿ ਉਹਨੂੰ ਜਗਾਉਣ ਦੀ ਲੋੜ ਹੁੰਦੀ ਹੈ। ਜਿਸ ਵੇਲੇ ਤੁਸੀਂ ਜਾਗ ਤੇ ਜੇ ਜਿਹੜਾ ਜਗਾਉਣ ਵਾਲਾ ਬੰਦਾ ਆਪ ਸੌਂ ਜਾਏ ਤੇ ਕਿਸੇ ਜਾਗਣਾ ਕੀ ਹੁੰਦਾ। ਮੈਂ ਇਸ ਤਰ੍ਹਾਂ ਉਸ ਲਈ ਸੀ ਕਿ ਮੈਂ ਬੈਠਾ ਨਾ ਮਸਲ ਸਟੂਡੀਓ 'ਚ, ਮੈਂ ਤੇ ਚੌਧਰੀ ਸਾਹਿਬ ਬੈਠੇ ਨੇ, ਮੁਸਾਫਰ ਸਾਹਿਬ, ਤੇ ਪ੍ਰੋਗਰਾਮ ਕਰ ਰਹੇ ਹਾਂ ਦਵਾ ਦਬ, ਤੇ 1 2 3 ਬੂਥਾਂ ਦੇ ਵਿੱਚ ਰੇਡੀਓ ਲੱਗੇ ਹੁੰਦੇ ਹਨ। ਜਲੰਧਰ, ਦਿੱਲੀ, ਜੰਮੂ ਕਸ਼ਮੀਰ, ਇਹ ਰੇਡੀਓ ਲੱਗੇ ਹੁੰਦੇ ਹਨ। ਜੋ ਜੋ ਕਹਿ ਰਹੇ ਹੁੰਦੇ ਹਨ ਉਹ ਪਰਚੀਆਂ ਲਿਖੀਆਂ ਮੇਰੇ ਕੋਲ ਆ ਜਾਂਦੀਆਂ ਸੀ। ਜਦੋਂ ਮੇਰੇ ਕੋਲ ਆ ਜਾਂਦੀਆਂ ਸੀ ਤੇ ਇੱਕ ਪਰਚੀ ਆਈ, ਉੱਤੇ ਨੇ ਉਹਨਾਂ ਕਿਹਾ ਕਿ ਜਲੰਧਰ ਵਾਲਿਆਂ ਹੁਣ ਕਿਹਾ ਕਿ ਨਿਜ਼ਾਮਦੀਨ ਦਾ ਪਿਓ, ਇਹਨੂੰ ਮਾਰੋ, ਧੱਕੇ ਕੱਢੋ ਪਰਾਂ ਬਾਹਰ, ਇਹਨੂੰ ਉੱਥੇ ਚਿੱਕੜ 'ਚ ਧੱਕਾ ਦਿਓ। ਉਹ ਮੈਂ ਉਹਨੂੰ ਆਖਿਆ ਐਡੀ ਗਰਮੀ ਉਹਨਾਂ ਨੂੰ ਆਉਂਦੀ ਸੀ, ਬੱਲੇ ਬੱਲੇ ਜੀ, ਜੇ ਉਹ ਆਖਣ ਨਾ ਹਮਾਰੀ ਸੈਨਾ, ਮੈਂ ਆਖਾਂ ਸੈਨਾ ਮਾਰੀ ਗਈ ਜੇ। ਉਹਨਾਂ ਦੇ ਜਹਾਜ਼ ਡਿੱਗੇ ਨਾ ਉੱਥੇ ਸਰਗੋਧੇ। ਮੈਂ ਗਿਆ ਸਵੇਰ ਨੂੰ, ਮਲਕ ਸਾਹਿਬ ਯਕੀਨ ਕਰਿਓ ਕਿ ਜਿੱਧਰ ਮੈਂ ਵੇਖਾਂ ਜਹਾਜ਼ ਡਿੱਗਾ, ਜਿੱਧਰ ਮੈਂ ਜਹਾਜ਼ ਡਿੱਗਾ, ਮੈਂ ਉਹਨਾਂ ਨੂੰ ਹਿਲਾ ਲਾ ਕੇ ਵੇਖਿਆ, ਉਹ ਇਹ ਜਹਾਜ਼ ਬਣੇ ਨੇ। ਮੈਂ ਆਖਿਆ ਉੱਥੇ ਤੇ ਜਹਾਜ਼ ਤੁਹਾਡੇ ਆਏ ਪਏ ਜੋ ਕਮੇਟੀ ਨੇ ਕੁੱਤਿਆਂ ਨੂੰ ਜ਼ਹਿਰ ਦਿੱਤਾ, ਤੋ ਇਹ ਕੀ ਕਰਨ ਡਏ ਹੋ ਤੁਸੀਂ ਗੱਲਾਂ। ਤੇ ਉਹ ਪਸਰੂਰ ਜਿਹੜੇ ਹਨ, ਸਵੇਰੇ ਪ੍ਰੀਤਮ ਸਿੰਘ ਸਕੰਦ ਹੁੰਦਾ ਸੀ ਇੱਕ, ਉਹ ਆਪਣਾ ਉਹਦਾ ਭਰਾ ਨਿੱਕੇ ਨੂੰ ਫੜਿਆ ਇੱਥੇ ਉਹਨਾਂ ਸਕੰਦ, ਮੇਰਾ ਵਾਕਫ ਸੀ ਉਹ ਪ੍ਰੀਤਮ ਸਿੰਘ ਸਕੰਦ, ਉਹਦੇ ਭਰਾ ਨੂੰ ਪਹਿਲਾਂ ਵੱਡੇ ਵਾਲੇ ਪਸਰੂਰ ਫੜਿਆ ਉਹਨੇ ਹੈ ਜੀ। ਤੇ ਉਹ ਜਹਾਜ਼ ਕੈਪਚਰ, ਮੈਂ ਉਹਨਾਂ ਨੂੰ ਆਖਿਆ, ਮੈਂ ਕੀਤਾ ਉਸ ਵੇਲੇ, ਮੈਂ ਕਿਹਾ ਚੌਧਰੀ ਸਾਹਿਬ ਮੈਨੂੰ ਬੜਾ ਫਿਕਰ ਲੱਗਾ ਹੈ। ਕਿਉਂ? ਮੈਂ ਕਿਹਾ ਪਿਓ ਮੇਰਾ ਕੱਲ ਦਾ ਜਲੰਧਰ ਗਿਆ ਹੈ। ਕਿਉਂ? ਮੈਂ ਕਿਹਾ ਨੋਨ ਲੈਣ ਗਿਆ, ਤੇ ਉਹ ਤੋਰਦੇ ਨਹੀਂ ਜੋ ਆਂਦਾ ਮੈਂ ਜ਼ਰੂਰ ਲੈ ਕੇ ਜਾਣਾ। ਮੈਨੂੰ ਚੰਗੀ ਤਰ੍ਹਾਂ ਸਾਡੇ ਇੱਕ ਵਾਰੀ ਜਹਾਜ਼ ਡਿੱਗਾ ਸੀ ਸਾਡਾ, ਬਸਤੀ ਵਾਲੀ ਗੱਲ ਤੁਸੀਂ ਬੜੀ ਸੋਹਣੀ ਕੀਤੀ ਸੀ। ਹਾਂ, ਉਹ ਤੇ ਜੀ ਉਹ ਸੈਨਾ ਜਹਾਜ਼ ਹੁੰਦਾ ਨਾ, ਟ੍ਰੇਨਿੰਗ ਜੀ ਲੈਣ ਵਾਲਾ, ਅੱਛਾ, ਉਹ ਐਵੇਂ ਮਾੜਾ ਜਿਹਾ ਬਣਿਆ ਹੁੰਦਾ ਜੀ। ਤੇ ਉਹ ਜਿਸਲੇ ਜਹਾਜ਼ ਸਾਡਾ ਇੱਧਰ ਫਿਰੋਜ਼ਪੁਰ ਛਾਉਣੀ ਵਾਲ ਕਿਤੇ ਹੁਸੈਨੀ ਵਾਲੇ ਪਰਾ ਹੋ ਗਿਆ ਗੇਮ ਕਰਨ ਦੇ ਇਲਾਕੇ 'ਚ, ਤੇ ਉਹਨਾਂ ਬਿਲਕੁਲ ਜੀ ਘੁੱਗੀ ਨੂੰ, ਤਿਲੀਅਰ ਨੂੰ, ਕਬੂਤਰ ਨੂੰ ਬੰਦੂਕ ਮਾਰ ਕੇ ਸੋਲੇ ਡਿੱਗ ਪਿਆ। ਅੱਛਾ, ਤੇ ਉਹ ਜਿਹੜੇ ਇਤਲਾਹ ਆਈ ਨਾ ਸ਼ਾਮ ਨੂੰ, ਚੌਧਰੀ ਸਾਹਿਬ ਬੜੇ ਗਮਗੀਨ, ਤੇ ਮੈਂ ਉਹਨਾਂ ਨੂੰ ਆਖਿਆ ਚੌਧਰੀ ਸਾਹਿਬ ਇਹ ਨਹੀਂ ਗੱਲ,
ਜੀ ਇਹ ਨਹੀਂ ਗੱਲ ਕਰਨ ਵਾਲੀ ਜਿਹੜੀ ਇਹ ਹੈ, ਮੈਨੂੰ ਐ ਮਾਲੂਮ ਹੁੰਦਾ ਜੀ ਉਹ ਸਕੂਲੇ ਤੁਰੇ ਜਾਂਦੇ ਮੁੰਡੇ ਦਾ ਇਹਨਾਂ ਬਸਤਾ ਖੋਲੇ। ਵਾਹ ਜੀ ਵਾਹ, ਝੋਲੀ ਚ ਆ ਪਿਆ ਜਹਾਜ਼। ਮੈਨੂੰ ਚੰਗੀ ਤਰ੍ਹਾਂ ਉਸਤਾਦ ਦਾਮਨ ਦਾ ਸ਼ੇਰ ਯਾਦ ਹੈ, ਆਪ ਫਰਮਾਉਣ ਲੱਗੇ, ਇਹਨਾਂ ਸੁੱਤਿਆਂ ਤੇ ਟੈਂਕਾਂ ਦਾ ਵਾਰ ਕੀਤਾ, ਇਹ ਕੋਈ ਹੱਕ ਬਣਦਾ ਕੌਮਾਂ ਵੱਡੀਆਂ ਦਾ। ਤੇ ਵੱਡਾ ਤੇ ਬੰਦਾ ਉਹ ਹੈ ਨਾ ਜਿਹੜੇ ਵੱਡੇ ਕੰਮ ਕਰੇ, ਨਹੀਂ ਤੇ ਵੱਡਾ ਤੇ ਬੁੱਧੂ ਵਾਲਾ ਆਵਾ ਸੀ ਜਿਹੜਾ ਗਵਰਨਮੈਂਟ ਨੇ ਸਾਰਾ ਹੀ ਢਵਾ ਛੱਡਿਆ। ਵੱਡਾ ਪਕਾਦਾ ਹੈ ਜੀ, ਅੱਬਾ ਬਣ ਕੇ ਤੇ ਅੱਬੇ ਨੂੰ ਪੈਸਾ ਤੇ ਦੇਣਾ ਪੈਣਾ ਬੱਚੇ ਨੂੰ, ਭਾਵੇਂ ਅੱਬਾ ਕਿਤੋਂ ਲਿਆਵੇ। ਠੀਕ ਹੈ ਜੀ, ਬਿਲਕੁਲ। ਗੱਲਾਂ ਹੁਣ ਨਿਜ਼ਾਮਦੀਨ ਹੋਰਾਂ ਦੀਆਂ ਮੁੱਕ ਵੇਲੇ ਦਾ ਪਤਾ ਨਹੀਂ ਲੱਗਦਾ ਕਿ ਵੇਲਾ ਕਿੰਨਾ ਲੰਘ ਗਿਆ। ਤੇ ਹੋਰ ਨਿਜ਼ਾਮਦੀਨ ਜੀ, ਤੁਸੀਂ ਕੋਈ ਬਜਾਏ ਇਸ ਦੇ ਕਿ ਮੈਂ ਕੋਈ ਗੱਲ ਪੁੱਛਾਂ ਜਾਂ ਮਲਕ ਸਾਹਿਬ ਕੋਈ ਗੱਲ ਪੁੱਛਣ, ਤੁਹਾਡੇ ਕੋਲ ਤੇ ਪੁੱਛਣਾ ਵੀ ਅਜੀਬ ਹੀ ਲੱਗਦਾ, ਕੋਈ ਐਸੀ ਗੱਲ ਜਿਹੜੀ ਤੁਸੀਂ ਰੇਡੀਓ ਦੀ ਜ਼ਿੰਦਗੀ ਦੇ ਬਾਰੇ ਜਾਂ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ ਕੋਈ ਦੱਸਣਾ ਚਾਹੋ? ਉਹ ਜੀ ਬਾਜ਼ ਔਕਾਤ ਇਹ ਹੁੰਦਾ ਹੈ ਕਿ ਰੇਡੀਓ ਵਾਲੇ ਨੂੰ ਚਾਹੀਦਾ, ਮਹਿਕਮੇ ਨੂੰ ਜੀ ਇਹ ਚਾਹੀਦਾ ਕਿ ਅਸੀਂ ਜਿਹੜੇ ਆ ਨਾ ਬੰਦੇ, ਅਸੀਂ ਹੁਣ ਇਸ ਤਰ੍ਹਾਂ ਦਾ ਐ ਬਣ ਗਏ ਹਾਂ ਜੋ ਕੋਈ ਮਦਰਸਾ ਹੁੰਦਾ ਹੈ ਜਾਂ ਕੋਈ ਟ੍ਰੇਨਿੰਗ ਸੈਂਟਰ ਹੁੰਦਾ ਹੈ ਜਾਂ ਕੋਈ ਸਕੂਲ ਹੁੰਦਾ ਹੈ, ਸਾਡੇ ਕੋਲ ਇਹਨਾਂ ਨੂੰ ਕੰਮ ਲੈਣਾ ਚਾਹੀਦਾ। ਰਹਿ ਨਾਮ ਅੱਲਾ ਦਾ, ਮੌਤ ਨੂੰ ਵੀ ਮੌਤ ਆ ਜਾਣੀ ਹੈ, ਇੱਕ ਦਿਨ ਤੇ ਚੱਲਣਾ ਹੀ ਹੈ। ਇਹ ਐਸਾ ਜਿਹਾ ਹੁੰਦਾ ਹੈ ਕਿ ਜੋ ਕੋਈ ਆਪਣਾ ਸ਼ੁਤਰਮੁਰਗ ਰੇਤ ਦੇ ਵਿੱਚ ਧੌਣ ਲੁਕਾ ਲੈਂਦਾ ਕਿ ਸ਼ਿਕਾਰੀ ਨੂੰ ਮੈਂ ਨਹੀਂ ਦਿਸਦਾ। ਇਹ ਮੌਤ ਜਿਹੜੀ ਇਹ ਸੌਣਾ ਹੈ, ਇਹ ਸੌਣਾ ਵਾਹ ਜੀ, ਬਰਹਕ ਇਹਨੇ ਆਉਣਾ ਹੈ। ਤੇ ਇਹ ਜਿਹੜੀ ਹੈ ਨਾ ਮੌਤ ਅਤੇ ਸੰਜੋਗ ਨਾ ਟਲੇ ਮੂਲੇ, ਸੰਜੋਗ ਤੇ ਮੌਤ ਇਹਨਾਂ ਨਹੀਂ ਟਲਣਾ। ਤੇ ਇੱਕ ਦਿਨ ਇਹ ਜਿਹੜਾ ਨਾ ਖਾਕ 'ਚ ਹੀ ਜਾਣਾ ਹਰ ਬੰਦੇ ਨੇ ਜੀ, ਇਹ ਮੇਰਾ ਵੀ ਯਕੀਨ ਹੈ। ਸਾਡੇ ਕੋਲੋਂ ਕੰਮ ਇਹਨਾਂ ਨੂੰ ਜ਼ਰੂਰ ਲੈਣਾ ਚਾਹੀਦਾ ਜੀ, ਹੈ ਜੀ। ਇਹਨਾਂ ਨੂੰ ਚਾਹੀਦਾ ਕਿ ਸਾਡੇ ਕੋਲੋਂ ਇੱਕ ਕਿਸਮ ਦਾ ਇੱਕ ਸਕੂਲ ਜਿਹਾ ਬਣਵਾਉਣ, ਜਿਹਦੇ ਵਿੱਚ ਅਸੀਂ ਕੌਮ ਦੇ ਉਹਨਾਂ ਬੱਚਿਆਂ ਨੂੰ ਆਵਾਜ਼ ਮਾਰੀਏ ਜਿਨ੍ਹਾਂ ਦੇ ਵਿੱਚ ਇਹ ਗੱਲ ਅਸੀਂ ਵੇਖ ਲਈਏ। ਅੱਲਾਹ ਤਾਲਾ ਕਿਸੇ ਚੀਜ਼ ਦਾ ਬੀਨਾਸ ਨਹੀਂ ਕਰਦਾ। ਆ ਤੁਸੀਂ ਪੋਲੀ ਵੇਖਦੇ ਹੋ, 100 ਸਾਲ ਹੋ ਗਏ ਨੇ ਜ਼ਰੈਤ ਨੂੰ ਇਹ ਕਹਿੰਦੇ ਆ ਪੋਲੀ ਮਾਰ ਦਿਓ, ਪੋਲੀ ਮਾਰ ਦਿਓ, ਪੋਲੀ ਰਹਿੰਦੀ ਜੀ। ਤੇ ਇਸ ਕਰਕੇ ਇਹ ਸਾਡੇ ਕੋਲੋਂ ਕੰਮ ਜ਼ਰੂਰ ਲੈਣਾ ਚਾਹੀਦਾ ਕਿ ਇਹ ਐਸੇ ਨੌਜਵਾਨਾਂ ਨੂੰ ਅੱਗੇ ਅਸੀਂ ਲਿਆਈਏ ਜਿਨ੍ਹਾਂ ਨੂੰ ਟ੍ਰੇਨਿੰਗ ਦਈਏ। ਮੈਂ ਹੁਣ ਤੁਹਾਨੂੰ ਮੈਂ ਦੱਸਦਾ ਕਿ 20-25 ਸਾਲ ਹੋ ਗਏ ਨੇ ਤੁਹਾਨੂੰ ਰੇਡੀਓ ਤੇ ਬੋਲਦੇ ਆ, ਮੈਂ ਆਪਣੀਆਂ ਅੱਖਾਂ ਨਾਲ, ਤੁਸੀਂ ਬੱਚੇ ਛੋਟੇ ਤੋਂ ਵੱਡੇ ਹੋਏ ਹੋ ਜੀ ਜੀ ਹੈ ਜੀ। ਤੇ ਇਸੇ ਤਰ੍ਹਾਂ ਮੈਂ ਮਲਕ ਸਾਹਿਬ ਵੀ ਰੇਡੀਓ ਦੀ ਜ਼ਿੰਦਗੀ ਇਹਨਾਂ ਬਤੌਰ ਆਰਟਿਸਟ ਹੀ ਜੁਆਇਨ ਕੀਤੀ ਆ ਜੀ ਜੀ। ਤੇ ਮੈਨੂੰ ਇਹਨਾਂ ਦਾ ਪਤਾ ਹੈ ਕਿ ਇਹਨਾਂ ਦੇ ਵਿੱਚ ਅੱਲਾ ਦੇ ਫਜ਼ਲੋ ਕਰਮ ਨਾਲ ਉਹ ਬਾਤ ਮੌਜੂਦ ਆ। ਤੁਸੀਂ ਜਿਸਲੇ ਦੋਵੇਂ ਸਾਹਿਬ ਆਉਂਦੇ ਹੋ ਨਾ, ਕਿਸੇ ਵੇਲੇ ਚੌਧਰੀ ਸਾਹਿਬ ਤਸ਼ਰੀਫ ਨਹੀਂ ਲਿਆਉਂਦੇ, ਤੇ ਉਸ ਵੇਲੇ ਮੈਨੂੰ ਜ਼ਾਤੀ ਖੁਸ਼ੀ ਹੁੰਦੀ ਹੈ ਕਿ ਮੈਂ ਉਸ ਬੰਦੇ ਨੂੰ ਨਬਜ਼ ਵਿਖਾ ਰਿਹਾ ਜਿਹਨੂੰ ਪਤਾ ਹੁੰਦਾ ਬਿਮਾਰੀ ਕੀ ਹੁੰਦੀ ਹੈ। ਵਾਹ ਜੀ ਵਾਹ, ਹੈ ਜੀ, ਬੜੀ ਮਿਹਰਬਾਨੀ। ਇੱਕ ਊਠ ਲਈ ਜਾਏ ਬੰਦਾ ਤੇ ਉਹਦੇ ਊਠ ਨੇ ਕੀਤਾ ਸਾਬਤ ਹੀ ਖਰਬੂਜਾ ਮੂੰਹ 'ਚ ਪਾ ਲਿਆ ਜੀ, ਉਹਦੇ ਗਲ 'ਚ ਫਸ ਗਿਆ ਊਠ ਦੇ, ਉਹ ਤੜਫਣ ਡਿਆ ਪਿਆ ਊਠ। ਉਹਨੇ ਕੀਤਾ ਊਠ ਦੀ ਧੌਣ ਦੇ 4 ਚਫੇਰੇ ਲੋਈ ਵਲੇਟ ਕੇ ਤੇ ਉੱਤੋਂ ਮਾਰਿਆ ਪੱਥਰ ਚੁੱਕ ਕੇ, ਤੇ ਉਹ ਖਰਬੂਜਾ ਗਲ 'ਚੋਂ ਟੁੱਟ ਗਿਆ ਤੇ ਊਠ ਛਿਣਕ ਕੇ ਤੇ ਆਪਣਾ ਤੁਰ ਪਿਆ। ਇਸੇ ਤਰ੍ਹਾਂ ਇੱਕ ਮਾਈ ਸੀ, ਉਹ ਇੱਕ ਬੰਦਾ ਵਹਿੰਦਾ ਸੀ ਬੇਵਕੂਫ, ਉਹਨੇ ਮਾਈ ਦਾ ਵੇਖਿਆ ਘੋਲੂ ਬੋਲਣ ਡਿਆ ਪਿਆ, ਉਹ ਸੀ ਬਿਮਾਰ ਦਮੇ ਦੀ, ਉਹਨੇ ਵਲੇਟ ਕੇ ਲੋਈ ਤੇ ਲਿਆ ਕੇ ਵੱਡੀ ਸਿਰ ਤੇ ਮਾਰੀ ਬੇਬੇ ਨੂੰ, ਬੇਬੇ ਆਪਣਾ ਟਿਕਟ ਕਟਾ ਗਏ। ਉਹ ਇਸ ਕਰਕੇ ਸਾਡੇ ਕੋਲ ਬੰਦਾ ਦੇਖ ਕੇ ਗੱਲ ਕਰਨੀ ਜਾਂਦੀ ਹੈ ਨਾ ਜੀ। ਸਾਡੇ ਕੋਲੋਂ ਗੌਰਮੈਂਟ ਨੂੰ ਇਹ ਕੰਮ ਲੈਣਾ ਪੈਂਦਾ। ਮੇਰੇ ਇੱਥੇ ਬਹੁਤ ਬੜੇ ਅਫਸਰ, ਗਵਰਨਰ ਸਮਝ ਲਓ ਅਹੁਦੇ ਦੇ, ਤੇ ਉਹਨਾਂ ਮੈਨੂੰ ਆਖਿਆ ਨਿਜ਼ਾਮਦੀਨ ਨਾ ਤੂੰ ਲੱਭਦਾ ਨਹੀਂ, ਤੇਰੀ ਤਸਵੀਰ ਹੀ ਲਵਾ ਕੇ ਰੱਖ ਲੈਣੀ ਹੈ। ਮੈਂ ਜਨਾਬ ਤੁਹਾਡਾ ਹੱਥ ਪੈਂਦਾ, ਤੁਸੀਂ ਭਾਵੇਂ ਖੱਲ ਲਵਾ, ਮੈਂ ਕੋ ਮੁਕਰਿਆ। ਤੇ ਉਹ ਮੈਨੂੰ ਇਹ ਕਿਸੇ ਵੇਲੇ ਦਿਲ 'ਚ ਆਉਂਦਾ ਹੈ ਕਿ ਇਹ ਗੌਰਮੈਂਟ ਨੂੰ ਮੇਰੇ ਕੋਲ ਕੰਮ ਲੈਣਾ ਚਾਹੀਦਾ ਹੈ। ਹੁਣ ਮੈਨੂੰ ਮੇਰੇ ਸਾਕ ਨਹੀਂ ਕੋਈ ਲੱਭਦਾ ਵੀ ਮੈਂ ਜ਼ਰੂਰ ਉਹਨੂੰ ਲੈ ਆਵਾਂ ਨਿਜ਼ਾਮਦੀਨ ਬਣਾਉਣ ਲਈ, ਜੋ ਜੀ ਨੂਰਦੀਨ ਦਾ ਬੱਚਾ ਹੈ। ਤੁਸੀਂ ਉਹ ਮਲਕ ਸਾਹਿਬ ਨੇ ਬਣਨਾ ਤੇ ਨਿਜ਼ਾਮਦੀਨ ਜੀ ਬੜੀ ਔਖੀ ਗੱਲ ਹੈ, ਹਰ ਮਕਾਮ ਨਹੀਂ ਜੀ। ਇਹ ਅਸੀਂ ਸਾਨੂੰ ਵੀ ਤੁਸੀਂ ਥੋੜਾ ਜਿਹਾ ਹੱਕ ਦਿਓ, ਅਸੀਂ ਵੀ ਤੁਹਾਨੂੰ ਦੇਖਿਆ, ਜਾਣਨੇ ਆ, ਸੁਣਿਆ, ਤੁਹਾਡੇ ਨਾਲ ਬਹਿਨੇ ਉੱਠਨੇ ਆ। ਤੇ ਬਾਕੀ ਦੇਖੋ ਜੀ, ਦੁਨੀਆ ਦਾ ਕੰਮ ਤੇ ਨਿਜ਼ਾਮਦੀਨ ਜੀ ਚੱਲਦਾ ਹੀ ਰਹਿਣਾ ਜੀ। ਉਹ ਤੇ ਲੇਕਿਨ ਹੁਣ ਤੁਸੀਂ ਅਗਰ ਇਹ ਕਹੋ ਕਿ ਮਿਰਜ਼ਾ ਸੁਲਤਾਨ ਬੇਗ ਜਾਂ ਨਿਜ਼ਾਮਦੀਨ ਕੋਈ ਹੋਰ ਪੈਦਾ ਹੋ ਸਕਦਾ ਤੇ ਅਸੀਂ ਤਾਂ ਨਹੀਂ ਮੰਨਦੇ ਇਸ ਗੱਲ ਨੂੰ। ਨਹੀਂ ਉਹ ਠੀਕ ਹੈ, ਤੁਹਾਡੀ ਬੜੀ ਮਿਹਰਬਾਨੀ, ਪਰ ਮੈਂ ਆਪਣੇ ਆਪ ਨੂੰ ਮਲਕ ਸਾਹਿਬ ਇਮਾਨ ਦੀ ਸਲਾਮਤੀ ਨਾਲ ਹੁਣ ਤੱਕ ਤਾਲਿਬ ਇਲਮ ਹੀ ਸਮਝਣਾ ਜੀ। ਤੇ ਮੈਂ ਹੀ ਸਮਝਣਾ ਕਿ ਮੈਂ ਸਭ ਕੁਝ ਤੁਹਾਡੇ ਕੋਲੋਂ ਸਿੱਖਿਆ। ਮੈਂ ਜਾ ਕੇ ਅਮਲੀ ਜ਼ਿੰਦਗੀ ਨੂੰ ਅੱਖੀਂ ਵੇਖਦਾ ਫਿਰਨਾ, ਸਵੇਰ ਤੋਂ ਲੈ ਕੇ ਮੈਨੂੰ ਕੋਈ ਕੰਮ ਨਹੀਂ ਹੁੰਦਾ, ਮੈਂ ਵੇਂਦਾ ਰਹਿਣਾ। ਮੈਂ ਜਿਹੜੀ ਗੱਲ ਉੱਥੇ ਆ ਕੇ ਕਰਨਾ ਉਹ ਹੱਕ ਹੁੰਦਾ ਉਹਦੇ 'ਚ ਜੀ, ਉਹਦੇ 'ਚ ਹੱਕ ਹੁੰਦਾ ਤੇ ਉਹ ਫਿਰ ਮੈਨੂੰ ਉਹ ਸਾਬਤ ਹੋ ਜਾਂਦੀ ਹੈ ਗੱਲ, ਤੇ ਮੈਨੂੰ ਉਹ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਹੱਕ ਦਾ ਕਲਮਾ ਆ ਕੇ ਕਿਹਾ। ਜੇ ਮੈਂ ਰਕਸ਼ੇ ਵਾਲੇ ਨਾਲ ਗੱਲ ਕਰਨਾ ਤੇ ਕਰਕੇ ਆਉਣਾ, ਜੇ ਮਹਿੰਗਾਈ ਵਾਲਿਆਂ ਦੀ ਗੱਲ ਹੁੰਦੀ ਹੈ ਤੇ ਕਰਕੇ ਆਉਣਾ। ਮੈਂ ਗਿਆ ਡੱਬੀ ਬਾਜ਼ਾਰ, ਮੈਂ ਕਿਹਾ ਵੀ ਬੂਟ ਕਿੰਨੇ ਦਾ ਹੈ? 95 ਰੁਪਈਆਂ ਦਾ। ਮੈਂ ਕਿਹਾ ਬਈ 11 ਰੁਪਏ ਫੁੱਟ ਚਮੜਾ, 22 ਰੁਪਈਆਂ ਦਾ ਚਮੜਾ ਲੱਗਾ, 2 ਫੁੱਟ ਅਖੇ ਆਖੋ। ਮੈਂ ਕਿਹਾ 10 ਰੁਪਈਏ ਦੀ ਬਣਵਾਈ, 32 ਹੋ ਗਿਆ। 2 ਰੁਪਈਆਂ ਦਾ ਡੱਬਾ 34 ਹੋ ਗਿਆ। ਰੁਪਈਆ ਇਹਦੇ ਆਉਣ ਜਾਣ ਦਾ ਕਿਰਾਇਆ 35 ਹੋ ਗਿਆ। 35 ਨਾਲ ਲੈ ਲੈ 70 ਲੈ ਲੈ, 25 ਕਿਸ ਕੰਮ ਦੇ ਮੇਰੇ ਕੋਲ ਲੈਣਾ ਹੈ ਜੀ। ਤੇ ਉਹ ਜਿਹੜੇ ਹਿਸਾਬ ਕਰੀਏ ਨਾ ਫਿਰ ਪਤਾ ਲੱਗਦਾ। ਅੱਛਾ ਨਿਜ਼ਾਮਦੀਨ ਜੀ, ਇੱਕ ਬੜੀ ਨਿੱਜੀ ਵੀ ਨਹੀਂ ਗੱਲ ਹੈਗੀ, ਗੱਲ ਤੇ ਆਮ ਜੀ ਹੈਗੀ ਹੈ, ਲੇਕਿਨ ਮੈਂ ਅਕਸਰ ਦੇਖਿਆ
ਜੀ ਕਿ ਤੁਹਾਡੇ ਕੋਲ ਇੱਕ ਕਲਮ ਤੇ ਖੈਰ ਹਰ ਬੰਦੇ ਕੋਲ ਹੁੰਦਾ ਹੀ ਹੈ, ਪੜ੍ਹੇ ਲਿਖੇ ਬੰਦੇ ਕੋਲ, ਤੁਹਾਡੇ ਕੋਲ ਵੀ ਹਮੇਸ਼ਾ ਹੁੰਦਾ ਹੈ, ਇੱਕ ਕਾਗਜ਼ ਤੁਹਾਡੇ ਕੋਲ ਹਮੇਸ਼ਾ ਹੁੰਦਾ ਹੈ। ਉਹਦੇ ਤੇ ਮੈਂ ਵੇਖਿਆ ਤੁਸੀਂ ਕੋਈ ਕਾਂਟ ਛਾਂਟ, ਕੋਈ ਲਿਖਣਾ, ਕੋਈ ਕਰਨਾ, ਕੋਈ ਕਰਾਉਣਾ, ਕੋਈ ਉਹਦੀ ਇੱਕ ਵਜ੍ਹਾ ਮੈਂ ਤੁਹਾਨੂੰ ਦੱਸਾਂ ਨਾ, ਜਿਹਦੇ ਨਾਲ ਤੁਹਾਡੀ ਇੱਜ਼ਤ ਮਹਿਫੂਜ਼ ਰਹੇਗੀ। ਕਿਸੇ ਨਾਲ ਗਲਤ ਵਾਅਦਾ ਨਾ ਕਰੋ। ਹਾਂ, ਆਪਣੇ ਵਕਤ ਨੂੰ ਨੈਪੋਲੀਅਨ ਨੇ ਮਰਨ ਲੱਗਿਆ ਪਤਾ ਕੀ ਗੱਲ ਆਖੀ ਸੀ? ਉਹਨੇ ਕਿਹਾ ਮੈਂ ਜੰਗ ਹਾਰ ਸਕਣਾ, ਮੈਂ ਜਾਨ ਦੇ ਸਕਣਾ, ਲੇਕਿਨ ਵਕਤ ਜ਼ਾਇਆ ਨਹੀਂ ਕਰ ਸਕਦਾ। ਵਾਹ। ਤੇ ਮੈਂ ਉਹਦੇ ਤੇ ਲਿਖਣਾ ਕਿ ਇੰਨੇ ਵਜੇ ਮੈਂ ਘਰੋਂ ਚੱਲਣਾ, ਐਸ ਬੰਦੇ ਨੂੰ ਮੈਂ ਮਿਲਣਾ, ਫਿਰ ਇਹਨੂੰ ਮਿਲਣਾ, ਫਿਰ ਇਹਨੂੰ ਮਿਲਣਾ, ਫਿਰ ਇਹਨੂੰ ਮਿਲਣਾ। ਲੋਕਾਂ ਦੇ ਕੰਮ ਵੀ ਕੁਝ ਬਥੇਰੇ ਤੁਸੀਂ ਲਿਖੇ ਲੁਕੇ ਹੁੰਦੇ ਨੇ। ਮੇਰੀ ਗੁਜ਼ਾਰਿਸ਼ ਹੈ ਜੇ ਮੇਰਾ ਹੱਥ ਪੈਂਦਾ ਹੈ, ਮੈਂ ਇੱਕ ਗੱਲ ਕਰਨਾ, ਮੇਰੀ ਗੁਜਰਾਂ ਵਾਲੀ ਜ਼ਮੀਨ ਹੈ ਮਸਲ, ਮੈਂ ਉੱਥੋਂ ਲੈ ਆਉਣਾ ਬੋਰੀ ਚੌਲਾਂ ਦੀ, ਤੇ ਮੇਰੇ ਭਰਾ ਦੀ ਜ਼ਮੀਨ ਨਹੀਂ ਹੈਗੀ, ਇਹਨੂੰ ਮੈਂ ਮਣ ਚੌਲ ਦੇ ਦਿਆਂ, ਮੈਂ ਕੀ ਜੁਰਮ ਕੀਤਾ? ਠੀਕ, ਮੈਂ ਇੱਕ ਗੱਲ ਕਰਨਾ, ਮੈਂ ਇਹ ਆਨਾ ਜੇ ਜਾਗਣਾ ਹੀ ਤੇ ਕਿਸੇ ਲਈ ਜਾਗ, ਤੇ ਜੇ ਦਰਦ ਸਹਿਣਾ ਹੀ ਤੇ ਕਿਸੇ ਦਾ ਸਹੁ, ਤੇ ਜੇ ਰੋਣਾ ਹੀ ਤੇ ਕਿਸੇ ਲਈ ਰੋ, ਜ਼ਿੰਦਾ ਰਹਿਣਾ ਹੀ ਤੇ ਸ਼ਮਾ ਬਣ ਕੇ ਰਹੀ, ਆਪ ਸੜਦਾ ਰਹੀ, ਦੂਜਿਆਂ ਨੂੰ ਚਾਨਣ ਦਿੰਦਾ ਰਹੀ। ਮੈਂ ਇਸ ਜ਼ਿੰਦਗੀ ਦਾ ਕਾਇਲ ਹਾਂ, ਕਿਉਂਕਿ ਮੈਂ ਭਲਕੇ ਆਉਣਾ ਨਹੀਂ, ਸਾਰੀ ਦੁਨੀਆ ਨੂੰ ਤੁਸੀਂ ਰਾਜ। ਹੁਣ ਗੌਰਮੈਂਟ ਕਿਸੇ ਨੂੰ ਪੈਸੇ ਦਿੰਦੀ ਹੈ ਵੀ ਸਾਡੀ ਤਾਰੀਫ ਕਰੋ, ਮੈਂ ਗੱਲ ਕਰਨਾ, ਠੀਕ ਹੈ, ਇਹ ਭਲਕੇ ਹੀ ਸਾਡੇ ਵਜ਼ੀਰ ਆਲਾ ਸਾਹਿਬ ਨੇ ਫੈਸਲਾ ਕੀਤਾ ਕਿ ਉਰਦੂ ਦਫ਼ਤਰੀ ਜ਼ਬਾਨ ਹੋਵੇਗੀ। ਮੈਂ ਇੱਕ ਗੱਲ ਕਰਨਾ, ਇਹ ਕਿਸੇ ਨੂੰ ਨਾ ਕਿਹਾ ਕਿ ਇਹਦੀ ਖੁਸ਼ੀ ਮਨਾਓ, ਚੰਗੇ ਕੰਮ ਦੀ ਖੁਸ਼ੀ ਨਹੀਂ ਮਨਾਈ ਗਈ। ਚੰਗਾ ਕੰਮ, ਜਿਹੜਾ ਕੰਮ ਚੰਗਾ ਕੰਮ ਜਿਸ ਲਈ ਹੋਣਾ ਹੈ ਉਹਦੀ ਤੁਹਾਂ ਖੁਸ਼ੀ ਮਨਾਉਣੀ ਹੈ, ਤੇ ਸਾਰਿਆਂ ਦੇ ਦਿਲ ਨੂੰ ਲੱਗਣਾ ਹੀ ਹੈ ਆਪਣੇ ਆਪ। ਕਹਿਣ ਦੀ ਕੀ ਲੋੜ? ਹੁਣ ਤੁਸੀਂ ਜਾਓ, ਮੈਂ ਤੁਹਾਨੂੰ ਦੱਸਾਂ ਕਿ ਗੁਜਰਾਂ ਵਾਲੇ ਤੋਂ ਲਾਹੌਰ ਤੋਂ ਲੈ ਕੇ ਪਿੰਡੀ ਤੱਕ, ਇਧਰੋਂ ਲਾਹੌਰ ਤੋਂ ਲੈ ਕੇ ਸਰਗੋਧੇ ਤੱਕ, ਲੈਲਪੁਰ ਤੱਕ ਸੜਕਾਂ ਬਣ ਰਹੀਆਂ ਨੇ, ਚੌੜੀਆਂ ਹੋ ਰਹੀਆਂ ਵੱਡੀਆਂ, ਕਿ ਹਾਦਸੇ ਨਾ ਹੋਣ। ਮੈਂ ਗੱਲ ਕਰਨਾ, ਜਿੰਨਾ ਆਪ ਜਾਣਾ ਹੈ, ਮਸਲ ਵਜ਼ੀਰ ਗਿਆ ਜਾਂ ਕੋਈ ਵੱਡੇ ਗਏ, ਤੇ ਸੜਕਾਂ ਤੇ ਅੱਗੇ ਹੀ ਟ੍ਰੈਫਿਕ ਠੀਕ ਹੋਈ ਹੁੰਦੀ ਹੈ, ਹਾਦਸਾ ਤੇ ਹੋਣਾ ਨਾ ਮਾਤੜ ਦਾ, ਤੇ ਉਹਨਾਂ ਦੀ ਸੱਟ ਨੂੰ ਆਖ ਲਿਆ ਉਹ ਆਪਣੀ ਸੱਟ ਸਮਝਣ, ਤੇ ਫਿਰ ਸ਼ਾਬਾਸ਼ ਹੀ ਹੋਇਆ ਨਾ। ਤਾਰੀਫ ਤੇ ਉਸ ਕੰਮ ਦੀ ਹੈ ਨਾ ਰਾਮਦੀਨ ਜੀ, ਹਯਾਤੀ ਉਹ ਹੀ ਹੈ ਜਿਹੜੀ ਕਿਸੇ ਦੇ ਲਈ ਗੁਜ਼ਾਰੀ ਜਾਏ, ਆਪਣੇ ਵੀ ਸਾਰੀ ਗੁਜ਼ਾਰ ਲੈਂਦੇ। ਵੇਖੋ ਜੀ, ਇੱਕ ਮਿੰਟ ਵਾਸਤੇ ਮਾਨਣਾ ਕਿ ਮੈਂ ਮੁਲਕ ਦੀ ਖਿਦਮਤ ਕਰਦਾ ਰਿਹਾ, ਮੈਂ ਕੌਮ ਦੀ ਖਿਦਮਤ ਕਰਦਾ ਰਿਹਾ, ਲੇਕਿਨ ਮੈਂ ਤਨਖਾਹ ਵੀ ਲੈਂਦਾ ਰਿਹਾ ਜੀ, ਠੀਕ ਹੈ। ਉਹਦੇ ਚ ਇੱਕ ਗੱਲ ਪੈਦਾ ਹੋ ਜਾਂਦੀ ਹੈ, ਉਹਦੇ ਚ ਗੱਲ ਇਹ ਆ ਕਿ ਜਿਹੜਾ ਕੰਮ ਤੁਸੀਂ ਦਿਲੋਂ ਬਜਾਨੋ ਹੋ ਕੇ ਦਿਆਨਤਦਾਰੀ ਨਾ ਕਰੋਗੇ ਨਾ, ਮਸਲਨ ਤੁਸੀਂ ਨਮਾਜ਼ ਪੜ੍ਹਨ ਜਾਂਦੇ ਹੋ, ਤੇ ਤੁਸੀਂ ਦਿਲੋਂ ਬਜਾਨੋ ਹੋ ਕੇ ਧਿਆਨ ਨਮਾਜ਼ ਦੇ ਵਿੱਚ ਲਾ ਕੇ ਨਮਾਜ਼ ਪੜ੍ਹਦੇ ਹੋ, ਉਸ ਇਬਾਦਤ 'ਚ, ਤੇ ਉਹ ਇਬਾਦਤ ਜੇ ਤੁਸੀਂ ਸੋਚਦੇ ਹੋ ਯਾਰ ਕੱਲ ਦੀ ਕਣਕ ਵੱਢੀ ਹੈ, ਜੇ ਪਤਾ ਨਹੀਂ ਫੜੇ ਲੱਭੇ ਕਿ ਨਹੀਂ, ਯਾ ਅੱਲਾ ਭਾਈ, ਤੇ ਉਦੋਂ ਤੁਸੀਂ ਨਮਾਜ਼ 'ਚ ਖਲੋਤੇ, ਉਹ ਤਾਂ ਫਿਰ ਨਮਾਜ਼ ਕਿਸ ਕੰਮ ਦੀ ਹੋਈ? ਤੇ ਫਰਕ ਪੈ ਗਿਆ ਨਾ, ਫਰਕ ਪੈ ਗਿਆ ਨਾ ਜਨਾਬ। ਬਿਲਕੁਲ ਠੀਕ, ਇਹ ਗੁਜ਼ਾਰਿਸ਼ ਹੈ ਨਾ ਕਰਨ ਵਾਲੀ ਜੀ। ਆਖਰ ਦੇ ਵਿੱਚ ਇੱਕ ਚੀਜ਼ ਜਿਹੜੀ ਹੈ ਹੋਰ ਤੁਸੀਂ ਦੱਸਦੇ ਹੋ, ਜਿੰਨੀ ਵੀ ਤੁਹਾਡੀ ਨਸ਼ਰੀ ਜ਼ਿੰਦਗੀ ਰਹੀ ਹੈ ਜੀ, ਇਹਦੇ ਵਿੱਚ ਜਿਹੜੇ ਤੁਹਾਡੇ ਸਾਥੀ ਆਉਂਦੇ ਰਹੇ ਨੇ, ਉਹਨਾਂ ਦਾ ਜ਼ਿਕਰ ਤੁਸੀਂ ਕਿਸੇ ਹੱਦ ਤੱਕ ਕਰਤਾ ਜੀ ਜੀ, ਪਰ ਜਿਹੜੇ ਫਨਕਾਰ ਜਿਨ੍ਹਾਂ ਨੂੰ ਤੁਸੀਂ ਸੁਣਿਆ ਜੀ ਜੀ, ਤੁਸੀਂ ਅਕਸਰ ਉਹਦਾ ਵੀ ਜ਼ਿਕਰ ਕਰਦੇ ਹੁੰਦੇ ਹੋ। ਹਾਂ ਹਾਂ, ਇਹਦੇ ਕੋਈ ਸ਼ੱਕ ਨਹੀਂ ਜੀ, ਬਹੁਤ ਅੱਛੇ ਫਨਕਾਰ ਜਿਨ੍ਹਾਂ ਨਾਲ ਮੈਨੂੰ ਬੜਾ ਪਿਆਰ ਸੀ, ਸਭ ਤੋਂ ਜ਼ਿਆਦਾ ਉਹ ਸਨ ਉਸਤਾਦ ਬਰਕਤ ਅਲੀ ਖਾਨ। ਉਹਨਾਂ ਕੋਲ ਮੈਂ ਬਹੁਤ ਬੈਠਾ, ਮੇਰੇ ਬੋਲਣ ਗਾਉਣ ਕਹਿਣ 'ਚ ਉਹਨਾਂ ਦਾ ਬਹੁਤ ਅਸਰ ਸ਼ਾਮਲ ਰਿਹਾ। ਬਸ਼ੀਰ ਅਲੀ ਮਾਈ ਉਹਨਾਂ ਦਾ ਭਾਣਜਾ ਸੀ, ਉਹਦਾ ਵੀ ਗਾਉਣ ਸ਼ਾਉਣ ਜਿਹੜਾ ਸੀ ਨਾ ਬਿਲਕੁਲ ਉਸੇ ਤਰ੍ਹਾਂ ਸੀ। ਸਾਈਂ ਮਰਨਾ ਬੜਾ ਕੌੜਾ, ਕੁਨੈਨ ਵਰਗੀ ਗੋਲੀ ਵਰਗਾ ਕੌੜਾ, ਜਿੱਕੂ ਕੁਨੈਨ ਛੇਤੀ ਆਰਾਮ ਲਿਆਉਂਦੀ ਹੈ ਨਾ, ਇਵੇਂ ਉਹਦਾ ਸਾਜ਼ ਜਿਹੜਾ ਸੀ ਉਹ ਵੀ ਸਵਾ ਦਿੰਦਾ ਹੁੰਦਾ ਸੀ। ਕੀ ਬਾਤ। ਸ਼ਰੀਫ ਗਜ਼ਨਵੀ ਨੇ ਸਭ ਤੋਂ ਪਹਿਲਾਂ ਹੀਰ ਪੜ੍ਹਨੀ ਸ਼ੁਰੂ ਕੀਤੀ। ਹੀਰ ਕੋਈ ਉਹਦੇ ਵਾਂਗੂ ਨਹੀਂ ਸੀ ਪੜ੍ਹਦਾ ਹੁੰਦਾ, ਲੇਕਿਨ ਫਿਰ ਉਹ ਜਿੱਥੇ ਮਿਹਨਤ ਨਾ ਕਰੋ ਉੱਥੇ ਤੁਸੀਂ ਖਤਮ ਹੋ ਜਾਓਗੇ। ਬੜੇ ਬੜੇ ਅੱਛੇ ਕਵਾਲਾਂ 'ਚੋਂ ਸੰਤੂ ਖਾਂ ਕਵਾਲ ਬਹੁਤ ਅੱਛਾ ਕਵਾਲ ਸੀ ਆਪਣੇ ਜ਼ਮਾਨੇ ਦਾ। ਫਿਰ ਉਸ ਤੋਂ ਬਾਅਦ ਫਿਰ ਦੀਨਾ ਕਵਾਲ ਹੋਇਆ, ਉਸ ਤੋਂ ਬਾਅਦ ਉਸਤਾਦ ਮੁਬਾਰਕ ਅਲੀ, ਫਤਿਹ ਅਲੀ ਖਾਂ, ਬਹੁਤ ਅੱਛੇ ਕਵਾਲ ਹੋਏ। ਕਲਾਂਟ ਵਜਾਉਣ ਵਾਲਿਆਂ 'ਚੋਂ ਸਾਡੇ ਸਾਜ਼ਾਂ 'ਚੋਂ ਫਿਰੋਜ਼ ਦੀ ਕੋਈ ਜੋੜ ਨਹੀਂ ਸੀ, ਅੱਲਾ ਜੰਨਤ ਨਸੀਬ ਕਰੇ। ਬਹੁਤ ਅੱਛਾ ਕਲਾਂਟ, ਐਸਾ ਕੋਈ ਨਹੀਂ ਜੀ। ਸਾਦਕ ਅਲੀ ਮਾਂਡੋ ਵੀ ਬਹੁਤ ਅੱਛਾ ਕਲਾਂਟ ਵਜਾਉਂਦਾ, ਲੇਕਿਨ ਉਹਦੀ ਜਿਹੜੀ ਸਪੂਕ ਸੀ ਉਹ ਹੀ ਸੀ। ਉਸਤਾਦ ਹੈਦਰ ਬਖਸ਼ ਵਰਗੀ ਸਰੰਗੀ ਕੋਈ ਨਾ ਵਜਾਵੇਗਾ, ਔਰ ਦਰਵੇਸ਼ ਫਕੀਰ ਆਦਮੀ, ਪੁੱਤਰ ਨਹੀਂ ਧੀ ਨਹੀਂ ਹੈ ਜੀ, ਤੇ ਬਸ ਆਪਣਾ ਡਿਊਟੀ ਦਾ ਇੰਨਾ ਪਾਬੰਦ ਕਿ ਲੋਕ ਉਸ ਸ਼ਖਸ ਨਾਲ ਘੜੀ ਮਿਲਾਉਂਦੇ ਹੁੰਦੇ ਸਨ। ਦੋ ਬੰਦੇ ਰੇਡੀਓ ਦੀ ਜ਼ਿੰਦਗੀ 'ਚ ਵੇਖੇ, ਇੱਕ ਅਰਸ਼ਦ ਸਾਹਿਬ ਸਾਡੇ ਡਿਊਟੀ ਅਫਸਰ ਸਨ, ਉਹ ਵੀ ਰਿਟਾਇਰ ਹੋ ਗਏ ਹਨ ਅਸਿਸਟੈਂਟ ਸਟੇਸ਼ਨ ਡਾਇਰੈਕਟਰ ਹੋ ਕੇ। ਇੱਕ ਉਹ ਸ਼ਖਸ ਲੇਟ ਨਹੀਂ ਹੋਣਾ, ਭਾਵੇਂ ਕਣੀਆਂ ਪੈਣ ਤੇ ਭਾਵੇਂ ਮੀਂਹ ਪਵੇ ਤੇ ਭਾਵੇਂ ਹਨੇਰੀ ਆਵੇ। ਪੂਰੇ 5:30 ਨੇ ਤੇ ਠੱਕ ਕਦਮ ਉਹਦਾ ਰੇਡੀਓ ਸਟੇਸ਼ਨ ਤੇ, ਲੋਕੀ ਘੜੀ ਮਿਲਾ ਲੈਂਦੇ ਸੀ ਉਸ ਬੰਦੇ ਨਾਲ। ਇੱਕ ਹੈਦਰ ਬਖਸ਼ ਫਨੂਸਾ, ਉਸ ਬੰਦੇ ਦੀ ਆਦਤ ਸੀ ਉਹਦੀ 5 ਵਜੇ ਡਿਊਟੀ, ਉਹ 2 ਵਜੇ ਆ ਗਿਆ ਹੈ ਜੀ। ਅੱਛਾ, ਇੱਕ ਅਸੀਂ 30 ਸਾਲ ਹੋ ਗਏ ਨੇ, ਮੈਨੂੰ ਸ਼ਕੀਲ ਆਪਣੇ ਖਬਰਾਂ ਬੋਲਣ ਵਾਲੇ ਨੇ, ਸ਼ਕੀਲ ਅਹਿਮਦ ਕੀ ਜ਼ਬਾਨੀ ਹੁਣ ਖਬਰਾਂ ਸੁਣੀਏ, ਉਹਦੀ ਗੱਲ ਯਾਦ ਆਉਂਦੀ। ਇਕੱਠੇ ਹੀ ਹੁੰਦੇ ਸਾਂ, ਤੇ ਜਿਸ ਲਈ ਉਹਨੇ ਬੋਲਣਾ ਐਡੀ ਜ਼ਬਾਨ ਗਾਂ ਜਿੱਡੀ ਕੱਢਣੀ, ਬਹੁਤ ਸਵਾਦੀ, ਬੜਾ ਯਾਰ ਆਪਣਾ। ਉਹਨੇ ਮੈਨੂੰ ਆਖਣਾ ਕਿ ਨਿਜ਼ਾਮਦੀਨ, अरे ड्यूटी से लेट मत होना, ना आना बाहर से भाग जाना। ये तो कह दोगे मैं कल बीमार सी है जी। ਤੇ ਉਹ ਬਸ ਬਹੁਤ ਅੱਛੀ ਜ਼ਿੰਦਗੀ ਗੁਜ਼ਾਰੀ ਇਹਨਾਂ ਲੋਕਾਂ ਨਾਲ। ਮੈਨੂੰ ਇਹ ਬੜੀ ਖੁਸ਼ੀ ਆ
कि जिंदगी च अज तक कदी किसी नाल कौड़े नहीं होए, कदी किसी नाल गुस्से नहीं होए, अमली निज़ामदीन बन के रहे, जिन्होंने मिलिया उन्हें मिठाई सी दी। एक बारी ਸਕੂਟਰ ਮੋੜਨ ਲੱਗਿਆ ਕਿ ਮੁੰਡੇ ਦੇ ਨਾਲ ਲੱਗ ਗਿਆ, ਉਹਨੇ ਮੈਨੂੰ ਮੁੰਡੇ ਨੇ ਗਾਲ ਕੱਢਤੀ, ਨਿੱਕਾ ਜਿਹਾ ਮੁੰਡਾ ਮੇਰੇ ਪੁੱਤਰ ਤੋਂ ਵੀ ਛੋਟਾ। ਮੈਂ ਉਹਨੂੰ ਆਖਿਆ ਪੁੱਤ ਮੈਨੂੰ ਕੰਮ ਬੜਾ, ਕੋਈ ਗਾਲਾਂ ਹੋਰ ਕੱਢਣੀਆਂ, ਮੈਂ ਖਲੋਵਾਂ ਕਿ ਜਾਵਾਂ। ਅੱਛਾ ਨਿਜ਼ਾਮ ਜੀ, ਇੱਕ ਮੈਨੂੰ ਗੱਲ ਹੋਰ ਯਾਦ ਆ ਗਈ ਹੈ, ਤੁਹਾਡੇ ਨਾਲ ਜਿਹੜਾ ਵਕਤ ਗੁਜ਼ਾਰਿਆ ਉਹਦੇ ਦੌਰਾਨ ਉਸੇ ਨਾਲ ਹੀ ਤਲਕ ਹੈ ਇਹਦਾ ਜੀ ਵੀ ਤੁਸੀਂ ਮਾਸ਼ਾਅੱਲਾ ਹੁਣ ਆਲਮੀ ਹੈਸੀਅਤ ਦੇ ਫਨਕਾਰ ਹੋ, ਮੁਲਕ ਦੇ ਵੀ ਮਾਇਨਾਜ਼ ਫਨਕਾਰ ਹੋ, ਬਾਹਰ ਵੀ ਤੁਹਾਡਾ ਬੜਾ ਨਾਂ ਹੈ। ਇੱਥੇ ਹਰ ਆਲਮੀ ਫਨਕਾਰ ਜਿਹੜਾ ਹੁੰਦਾ ਉਹ ਫਿਲਮਾਂ ਦੇ ਜਿਹੜੇ ਹੁੰਦੇ ਨੇ ਉਹਨਾਂ ਦੀ ਵੀ ਇਹ ਖਾਹਿਸ਼ ਹੁੰਦੀ ਹੈ ਵੀ ਇਸ ਬੰਦੇ ਨੂੰ ਅਸੀਂ ਫਿਲਮਾਂ 'ਚ ਵੀ ਲਿਆਈਏ। ਜੀ ਜੀ। ਤੇ ਮੈਂ ਕਈ ਵਾਰੀ ਦੇਖਿਆ ਵੀ ਹੈ ਔਰ ਆਪਣੀ ਕੰਨੀ ਸੁਣਿਆ ਵੀ ਹੈ ਕਿ ਕਈ ਇੱਥੋਂ ਦੇ ਸਾਡੇ ਫਿਲਮਸਾਜ਼ ਐਸੇ ਹੈ ਨੇ ਜਿਨ੍ਹਾਂ ਦੀ ਬੜੀ ਖਾਹਿਸ਼ ਹੈ ਵੀ ਉਹ ਤੁਹਾਡੇ ਕੋਲੋਂ ਫਿਲਮ ਵਿੱਚ ਕੰਮ ਕਰਾਉਣ। ਕੀ ਵਜ੍ਹਾ ਹੈ ਤੁਸੀਂ ਫਿਲਮ ਵਿੱਚ ਕੰਮ ਕਰਨ ਤੋਂ ਕਿਉਂ ਹਮੇਸ਼ਾ ਕਤਰਾਉਂਦੇ ਰਹੇ ਹੋ ਸਾਰੀ ਜ਼ਿੰਦਗੀ? ਕਈ ਵਾਰੀ ਮਤਲਬ ਲੋਕਾਂ ਨੇ ਭਾਜੀ ਇੱਕ ਤੇ ਹੁੰਦਾ ਹੈ ਕਿ ਉਹ ਫਿਲਮੀ ਦੁਨੀਆ ਰਾਤਾਂ ਨੂੰ ਜਾਗੋ ਤੇ ਸਾਰੀਆਂ ਗੰਮਾਂ 'ਚ ਵੇਖੋ ਨਾ, ਅਸੀਂ ਗੁਨਾਹ ਕੀਤਾ ਹੋਵੇ ਤੇ ਹਜ਼ੂਰ ਪਾਕ ਦੀ ਸ਼ਫਾਅਤ ਨਾਲ ਬਖਸ਼ੇ ਜਾਵਾਂਗੇ, ਸਿਹਤ 'ਚ ਕਿਸੇ ਦੀ ਸਿਫਾਰਿਸ਼ ਨਹੀਂ ਚੱਲਦੀ ਜੀ। ਮੈਨੂੰ ਅੱਜ ਵੀ ਮੇਰੇ ਮਿਲਣ ਵਾਲੇ ਔਰ ਮੇਰੇ ਨਾਲ ਦੇ ਜਿਹੜੇ ਨੇ ਉਹਨਾਂ ਨੂੰ ਜਿਹੜੇ ਹੱਥ ਮਿਲਾਵਾਂ, ਮਿਲਾਂ ਜੱਫੀ ਪਾ ਕੇ ਤੂੰ ਨਹੀਂ ਯਾਰ ਤੂੰ ਤੇ ਉਸੇ ਤਰ੍ਹਾਂ ਦਾ ਹੀ ਹੈ। ਮੈਂ ਕਿਹਾ ਮੈਂ ਆਪਣੇ ਆਪ ਨੂੰ ਢਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਮੈਂ ਕੋਠੇ ਦਾ ਧਿਆਨ ਰੱਖਣਾ, ਦੀ ਟੀਪ ਟਾਪ ਕਰਦਾ ਰਹਿਣਾ ਤੇ ਚੋਂਦਾ ਹੀ ਨਹੀਂ। ਨਿਜ਼ਾਮ ਜੀ ਤੁਹਾਡੀ ਸਿਹਤ ਦਾ ਇੱਕ ਰਾਜ਼ ਇਹ ਵੀ ਹੈ ਕਿ ਤੁਸੀਂ ਬੜੀ ਬਾਅਸੂਲ ਔਰ ਬੜੀ ਅੱਛੀ ਜ਼ਿੰਦਗੀ ਗੁਜ਼ਾਰੀ ਹੈ। ਮੈਂ ਸਭ ਤੋਂ ਜ਼ਿਆਦਾ ਰੋਟੀ ਕੋਲੋਂ ਡਰਨਾ ਜੀ। ਅੱਜ ਜਿੰਨੇ ਬੰਦੇ ਤੁਹਾਨੂੰ ਦਿਸਣਗੇ ਨਾ ਗਾਂ ਪਿਛਾ ਹੋਏ, ਇਹ ਰੋਟੀ ਨਾਲ ਹੀ ਹੋਏ। अच्छा जी, फिर बहुत बड़ी शुक्रिया जी, बड़ा शुक्रिया, जिਉਂਦੇ ਰਹੋ, खुदा हाफिज। This program is the sole property of Central Productions, Pakistan Broadcasting Corporation, Islamabad. Piracy in this regard is illegal.